ਤੁਹਾਨੂੰ ਥੋੜਾ ਮਨਸ਼ਾ ਦਾ ਪਤਾ ਲੱਗ ਗਿਆ ਸੀ, ਇਸੇ ਕਰਕੇ ਹੁਣ ਜਦੋਂ ਖੇਤੀ ਕਾਨੂੰਨਾਂ ਦੀ ਗੱਲ ਆਈ ਤੇ ਤੁਸੀਂ ਰਿਟਨ 'ਚ ਚਾਹੁੰਦੇ ਸੀ ਸਾਰਾ ਕੁਝ, ਤੁਹਾਨੂੰ ਪਤਾ ਸੀ ਵੀ ਇਹ ਮੌਕੇ ਤੇ ਜਾ ਕੇ ਬਾਅਦ 'ਚ ਮੁੱਕਰ ਵੀ ਜਾਂਦੇ ਹੁੰਦੇ। ਮੇਰਾ ਖਿਆਲ ਵੀ ਇਹੀ ਇੱਕ ਕਾਰਨ ਬਣਿਆ ਹੋਊਗਾ ਜਿਹਦਾ ਕਰਕੇ ਤੁਸੀਂ ਅਖੀਰ ਸੋਚਿਆ ਵੀ ਆਪਾਂ ਵੱਖ ਹੋ ਜਾਈਏ, ਨਹੀਂ ਤਾਂ ਕੱਲ੍ਹ ਨੂੰ ਪੰਜਾਬ 'ਚ ਜਵਾਬ ਕੀ ਦੇਣਗੇ। ਬਿਲਕੁਲ ਦਰੁਸਤ ਹੈ ਕਿ ਜਦੋਂ ਇਹਨਾਂ ਨੇ ਲਿਖਤੀ ਨਾ ਦਿੱਤਾ, ਅਕਾਲੀ ਦਲ ਸਭ ਤੋਂ ਪਹਿਲਾਂ ਫੈਡਰਲ ਸਿਸਟਮ ਤੇ ਲੜ ਲਿਆ ਇਕੱਲਾ। ਇਸੇ ਕਰਕੇ ਜਿਹੜਾ ਜਿਸ ਵੇਲੇ ਹਰਿਮੰਦਰ ਸਾਹਿਬ ਦਾ ਹਮਲਾ ਦਿੱਲੀ ਦੇ ਖਿਲਾਫ, ਸਾਨੂੰ ਖਾਲਿਸਤਾਨੀ ਕਹਿ ਕੇ ਕੁੱਟਿਆ ਮਾਰਿਆ ਗਿਆ, ਲੇਕਿਨ ਖਾਲਿਸਤਾਨੀ ਨਹੀਂ ਸੀ। ਅਸੀਂ ਕਹਿੰਦੇ ਸੀ ਕਿ ਇਹ ਸਿਸਟਮ ਫੈਡਰਲ ਕਰੋ ਦੇਸ਼ ਦਾ। ਪਹਿਲਾਂ ਅਸੀਂ ਇਕੱਲੇ ਸੀ ਜਿਨ੍ਹਾਂ ਨੂੰ ਕੁੱਟਿਆ ਗਿਆ, ਹੁਣ ਤਾਂ ਕਾਂਗਰਸ ਵੀ ਉਸੇ ਜਦ 'ਚ ਆ ਗਈ। ਹੁਣ ਤਾਂ ਕਾਂਗਰਸ ਵੀ ਚੀਕਾਂ ਮਾਰਦੀ ਹੈ ਕਿ ਤੁਸੀਂ ਸਾਨੂੰ ਫੰਡ ਦਿਓ। ਹੁਣ ਕਿਉਂ ਕਹਿੰਦੇ ਸੀ ਸਾਡੇ ਫੰਡ ਨਹੀਂ ਦਿੱਤੇ ਦਿੱਲੀ ਵਾਲਿਆਂ ਨੇ? ਉਦੋਂ ਅਸੀਂ ਕਹਿੰਦੇ ਹੁੰਦੇ ਸੀ, ਉਦੋਂ ਕਹਿੰਦੇ ਸੀ ਖਾਲਿਸਤਾਨ ਮੰਗਦੇ ਨੇ। ਹੁਣ ਕਾਂਗਰਸ ਨੂੰ ਪੁੱਛਦੇ ਆ, ਹੁਣ ਬੋਲੋ ਕੀ ਮੰਗਦੇ ਹੋ? ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਕਹਿੰਦੇ ਵੀ ਦੇਖੋ ਬੀਜੇਪੀ ਵਾਲਿਆਂ ਨੂੰ ਬੜਾ ਚਾਅ ਆ ਕਿ ਅਸੀਂ ਇਕੱਲਿਆਂ ਨੇ ਇਲੈਕਸ਼ਨ ਲੜਨੀ, ਅੱਜ ਦੇ ਨਹੀਂ ਬੜੇ ਚਿਰ ਤੋਂ ਕਹਿੰਦੇ ਨੇ। ਤੇ ਆਪਾਂ ਉਹਨਾਂ ਦੇ ਲੀਡਰਾਂ ਦੇ ਬਿਆਨ ਵੀ ਸੁਣਦੇ ਆ ਕਿ ਅਸੀਂ ਤਾਂ ਜੀ 117 ਦੀ 117 ਸੀਟਾਂ ਲੜਨੀਆਂ ਤੇ ਜਿੱਤਣੀਆਂ, ਦੇਖਿਓ ਅਸੀਂ ਬੱਲੇ ਬੱਲੇ ਕਰਾ ਦਿਆਂਗੇ। ਕਿਵੇਂ ਦੇਖਦੇ ਹੋ ਬੀਜੇਪੀ ਦੀ ਇਸ ਰਣਨੀਤੀ ਨੂੰ? ਕੋਈ ਗੱਲ ਨਹੀਂ, ਉਹਨਾਂ ਨੇ 117 ਲੜਨੀਆਂ, ਜੇ ਇੱਥੇ ਵਧਾ ਸਕਦੇ ਨੇ 118 ਲੜ ਲੈਣ। ਮੈਂ ਤਾਂ ਕਹਿੰਦਾ ਕੋਈ ਗੱਲ ਨਹੀਂ, ਪਾਰਟੀਆਂ ਤਾਂ ਲੜਨਾ ਹੁੰਦਾ, ਚੋਣ ਲੜਨਾ ਵਾਸਤੇ ਚੋਣ ਲੜਨੀ ਹੈ। ਜੇ ਇਹ ਨਾ ਲੜਨਗੇ ਫਿਰ ਕਿ ਅਸੀਂ ਬਗੈਰ ਚੋਣਾਂ ਲੜੇ ਜਿੱਤ ਜਾਵਾਂਗੇ? ਫਿਰ ਵੀ ਪਾਰਟੀਆਂ ਤਾਂ ਖੜੀਆਂ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਤੁਸੀਂ ਵੀ ਉੱਥੇ ਪਹੁੰਚੇ ਸੀ। ਉੱਥੇ ਲੈਕਚਰ ਕਹਿ ਲਓ, ਭਾਸ਼ਣ ਕਹਿ ਲਓ, ਜਥੇਦਾਰ ਸਾਹਿਬ ਦਾ ਸੀਗਾ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ। ਉਹਦੇ ਤੇ ਸਿਆਸਤ ਬੜੀ ਗਰਮਾ ਗਈ। ਬੀਜੇਪੀ ਨੇ ਵੀ ਉਸ ਚੀਜ਼ ਦਾ ਵਿਰੋਧ ਕੀਤਾ, ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ, ਸਿੱਖ ਹਲਕਿਆਂ ਦੇ ਵਿੱਚੋਂ ਵਿਰੋਧ ਹੋਇਆ। ਜੇ ਸੱਚ ਦੀ ਆਵਾਜ਼ ਕੱਢਦਿਆਂ ਨੂੰ ਕੋਈ ਸਿਆਸਤ ਕਹਿੰਦਾ ਤਾਂ ਮੈਨੂੰ ਦੁੱਖ ਹੈ। ਭਾਵੇਂ ਉਹ ਜਥੇਬੰਦੀਆਂ ਨੇ ਕਿਹਾ, ਅਕਾਲ ਤਖਤ ਦੇ ਸਿੰਘ ਸਾਹਿਬ ਹੈ, ਦੁਨੀਆ ਕੋਈ ਬੋਲੇ, ਉਹ ਆਜ਼ਾਦ ਹਸਤੀ ਹੈ। ਇੱਕ ਤੁਹਾਡੇ ਪੁਰਾਣੇ ਸਾਥੀ, ਉਹਨਾਂ ਦੀ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ, ਸਰਦਾਰ ਢੀਂਡਸਾ ਸਾਹਿਬ, ਉਹਨਾਂ ਦੇ ਟੁੱਟ ਕੇ ਜਾਣ ਨੂੰ ਕਿਵੇਂ ਦੇਖਦੇ ਹੋ ਤੇ ਇਸ ਵਕਤ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਜਿਸ ਪਾਰਟੀ ਤੋਂ ਸਾਨੂੰ ਇੰਨਾ ਮਾਣ ਮਿਲਿਆ ਉਹਦੇ ਵਿਰੁੱਧ ਬੋਲਦੇ ਆ ਤੇ ਸਾਡੇ 'ਚੋਂ ਗਲਤ ਕੌਣ ਹੈ? ਪਾਰਟੀ ਇੱਕ ਵੱਡੀ ਚੀਜ਼ ਹੁੰਦੀ ਹੈ। ਜਿਹੜੇ ਕਹਿੰਦੇ ਸੀ ਸਾਥੋਂ ਬਗੈਰ ਤਾਂ ਪਾਰਟੀ ਚੱਲਦੀ ਨਹੀਂ, ਉਹ ਲੋਕ ਪਾਰਟੀ 'ਚੋਂ ਗਏ ਔਰ ਪਾਰਟੀ 'ਚ ਵਾਪਸ ਆਉਣ ਵਾਸਤੇ ਮੈਨੂੰ ਪਤਾ ਵੀ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਵੇਂ ਵੀ ਵਾਪਸ ਲੈ ਲਓ ਤੇ ਅਸੀਂ ਰੱਬ ਕੋਲੇ ਜਾਣ ਲੱਗੇ ਤਾਂ ਅਸੀਂ ਕੇਸਰੀ ਝੰਡੇ ਜਾਈਏ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਪੋਲੀਟਿਕਸ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ। ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਮ ਤੌਰ ਤੇ ਆਪਾਂ ਇਹ ਸੁਣਦੇ ਹਾਂ ਕਿ ਜੀ ਫਲਾਣੇ ਕਿਸੇ ਲੀਡਰ ਸਾਹਿਬ ਨੇ ਬਿਆਨ ਦਿੱਤਾ, ਉਹ ਬਿਆਨ ਆਪਾਂ ਬਾਅਦ ਦੇ ਵਿੱਚ ਕਿਤੇ ਮੀਡੀਆ ਦੇ ਵਿੱਚੋਂ ਪੜ੍ਹਿਆ ਦੇਖਿਆ ਤੇ ਉਸ ਤੋਂ ਬਾਅਦ ਕਈ ਥਾਵਾਂ ਤੋਂ ਗੱਲ ਘੁੰਮਦੀ ਘੁਮਾਉਂਦੀ ਕਈ ਰੰਗ ਲੈ ਜਾਂਦੀ ਹੈ। ਪਰ ਬਹੁਤ ਵਾਰ ਬਹੁਤ ਸਾਰੀਆਂ ਘਟਨਾਵਾਂ ਜਿਨ੍ਹਾਂ ਲੋਕਾਂ ਦੇ ਸਾਹਮਣੇ ਹੋਈਆਂ ਹੁੰਦੀਆਂ ਨੇ ਜਾਂ ਜਿਹੜੇ ਉਹਨਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਆ, ਉਹ ਆਪਾਂ ਨੂੰ ਜ਼ਿਆਦਾ ਸਪਸ਼ਟ ਤਰੀਕੇ ਨਾਲ ਉਹ ਗੱਲਾਂ ਸਮਝਾ ਸਕਦੇ ਕਿ ਅਸਲ ਦੇ ਵਿੱਚ ਮੁੱਦਾ ਕੀ ਹੈ ਤੇ ਉਹ ਸਾਰੇ ਕੁਝ ਨੂੰ ਬਣਾਇਆ ਕੀ ਜਾ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਹੋਰੀਆਂ ਆਪਣੇ ਨਾਲ ਨੇ। ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਇਸ ਵਕਤ ਪੂਰਾ ਸਿਨੈਰੀਓ ਜੋ ਪੰਜਾਬ ਦੇ ਵਿੱਚ ਹੈ, ਸਭ ਤੋਂ ਪਹਿਲਾਂ ਸਵਾਗਤ ਕਰਦੇ ਭੂੰਦੜ ਸਾਹਿਬ, ਬਹੁਤ ਬਹੁਤ ਸਵਾਗਤ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਤੇ ਭੂੰਦੜ ਸਾਹਿਬ, ਸਭ ਤੋਂ ਪਹਿਲਾਂ ਤੇ ਸਿਹਤ ਸੁਣਾਓ, ਕਿੱਦਾਂ ਜੀ ਸਿਹਤ ਹੁਣ ਕਿਵੇਂ ਚੱਲਦੀ ਜੀ ਇਸ ਵੇਲੇ? ਗੁਰੂ ਦੀ ਕਿਰਪਾ ਨਾਲ ਤੇ ਤੁਹਾਡੇ ਭਰਾਵਾਂ ਦੀ ਦੁਆ ਨਾਲ ਠੀਕ ਹੈ ਜੀ, ਕਿਰਪਾ ਗੁਰੂ ਮਹਾਰਾਜ। ਚਲੋ ਤਾਂ ਵੀ ਚੰਗਾ। ਭੁੰਦਰ ਸਾਹਿਬ, ਸਭ ਤੋਂ ਵੱਡੀ ਗੱਲ ਜਿਹੜੀ ਇਸ ਵਕਤ ਹੈ ਉਹ ਇਹ ਹੈ ਕਿ ਵੀ ਜਿਹੜੀ ਖੇਤੀ ਹੈ, ਜਿਹੜੀ ਕਿ ਮੁੱਖ ਧੰਦਾ ਪੰਜਾਬੀਆਂ ਦਾ, ਉਸ ਧੰਦੇ ਦੇ ਉੱਪਰ ਬਹੁਤ ਤਰ੍ਹਾਂ ਦੇ ਕਹਿ ਲਓ ਇਸ ਵਕਤ ਸ਼ੰਕੇ ਸ਼ੁਬੇ ਦੇ ਬੱਦਲ ਨੇ। ਤੇ ਇੱਕ ਪਾਸੇ ਕੇਂਦਰ ਦੀ ਸਰਕਾਰ ਹੈ ਤੇ ਦੂਸਰੇ ਪਾਸੇ ਉਹ 3 ਬਿੱਲ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਆ। ਇਸ ਮੁੱਦੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਸਟੈਂਡ ਲਿਆ। ਇਸ ਸਾਰੀ ਸਥਿਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੁਆਇੰਟ ਆਫ ਵਿਊ ਤੋਂ ਕਿਵੇਂ ਦੇਖਦੇ ਹੋ ਜੀ? ਸਰ ਗੁਰਪ੍ਰੀਤ ਸਿੰਘ ਜੀ, ਪੰਜਾਬ ਹੈ ਜੋ ਦੁਨੀਆ ਦਾ, ਇੱਥੋਂ ਦਾ ਪੰਜਾਬੀ ਹੈ ਜੋ ਮੰਨਿਆ ਹੋਇਆ ਕਿਸਾਨ ਹੈ ਦੁਨੀਆ ਦਾ, ਅੱਗੇ ਵਧੂ ਵੀ ਹੈ, ਅਕਲਮੰਦ ਵੀ ਹੈ ਔਰ ਪੰਜਾਬ ਦਾ ਵਾਤਾਵਰਨ ਵੀ ਹੈ। ਇਸ ਕਰਕੇ ਦੁਨੀਆ ਦੇ ਵਿੱਚ ਪੰਜਾਬ ਦੇ ਕਿਸਾਨ ਨੂੰ ਸਭ ਤੋਂ ਮੂਹਰੇ ਗਿਣਿਆ ਜਾਂਦਾ ਹੈ। ਹਿੰਦੁਸਤਾਨ ਵੀ ਕਿਸਾਨੀ ਦਾ ਦੇਸ਼ ਹੈ। ਇੱਥੋਂ ਦੇ ਹਿੰਦੁਸਤਾਨ ਦੇ 60 ਤੋਂ 70% ਲੋਕ ਪਹਿਲਾਂ ਖੇਤੀ 'ਤੇ ਗੁਜ਼ਾਰਾ ਕਰਦੇ ਸਨ, ਹੁਣ ਘੱਟਦੇ 50% ਦੇ ਕਰੀਬ ਆ ਗਏ ਨੇ, ਕਿਉਂਕਿ ਦਿਨ ਦਿਨ ਖੇਤੀ 'ਚੋਂ ਲੋਕ ਆਊਟ ਹੋਈ ਜਾਂਦੇ ਨੇ, ਬੁਰੇ ਹਾਲਾਤ ਜਾ ਰਹੀ ਹੈ। ਇਸ ਕਰਕੇ ਜਿਹੜੇ ਅੱਜ ਕਾਨੂੰਨ ਆਏ ਨੇ, ਵੈਸੇ ਤਾਂ ਜੋ ਮੇਰਾ ਤਜਰਬਾ ਹੈ, ਮੈਂ ਇੰਨੇ ਸਮੇਂ 'ਚ ਦੇਖਿਆ, ਮੈਂ ਮਿਨਿਸਟਰ ਵੀ ਰਿਹਾ ਔਰ ਇਸੇ ਮਹਿਕਮੇ ਦਾ ਮਿਨਿਸਟਰ ਰਿਹਾ, ਕਿ ਦੁਨੀਆ ਦੇ ਵਿੱਚ ਕਿਤੇ ਵੀ ਕਿਸਾਨ ਹੈ ਜਿਹੜਾ ਉਹ ਕਿਸਾਨੀ ਦੇ ਉੱਤੇ ਬਹੁਤ ਕੋਈ ਅਕਲਬੰਦੀ ਕਰੇ, ਬੜੀ
ਕੋਈ ਜੁਆਇੰਟ ਪਰਿਵਾਰ ਹੋ ਕੇ ਮਿਹਨਤ ਕਰੇ, ਨਾਲ ਸਾਈਡ ਬਿਜ਼ਨਸ ਕਰੇ, ਤਾਂ ਹੀ ਕਿਸਾਨ ਕੋਈ ਅੱਛੀ ਰੋਟੀ ਖਾ ਸਕਦਾ। ਇਕੱਲੀ ਖੇਤੀ 'ਤੇ ਚਾਹੇ ਕਿੱਡਾ ਵੀ ਕਾਬਲ ਕਿਸਾਨ ਹੈ, ਉਸ ਦਾ ਗੁਜ਼ਾਰਾ, ਅੱਜ ਦੇ ਯੁੱਗ ਦੀਆਂ ਬੱਚਿਆਂ ਦੀਆਂ ਫੀਸਾਂ, ਉਹਦਾ ਰਹਿਣ ਸਹਿਣ, ਸਮਾਜ ਦੇ ਜੋ ਹਾਲਾਤ ਹੈ, ਦਵਾਈ ਬੂਟੀ, ਸਿਹਤ ਦੀਆਂ ਸਹੂਲਤਾਂ, ਉਹ ਨਹੀਂ ਉਹ ਪੂਰੀਆਂ ਕਰ ਸਕਦਾ, ਚਾਹੇ ਵੱਡਾ ਵੀ ਕਿਸਾਨ ਕਿਉਂ ਨਾ ਹੋਵੇ। ਲੇਕਿਨ ਅੱਜ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵਿੱਚ ਆਬਾਦੀ ਵਧਣ ਨਾਲ ਪੰਜਾਬ ਦਾ ਵੀ 80% ਦੇ ਕਰੀਬ ਜੋ ਕਿਸਾਨ ਹੈ ਉਹ ਤਕਰੀਬਨ 7 ਏਕੜ ਤੋਂ ਥੱਲੇ ਰਹਿ ਗਿਆ, ਜਿਹਨੂੰ 2 ਤੋਂ 3 ਹੈਕਟਰ ਤੱਕ ਲਾ ਸਕਦੇ ਹੋ ਕਿ 5 ਤੋਂ 7.5 ਤੱਕ। ਲੇਕਿਨ ਆਮ ਜੋ ਮੇਰਾ ਖਿਆਲ 50% ਤੱਕ 1 ਹੈਕਟਰ 'ਤੇ ਰਹਿ ਗਿਆ, 2.5 ਕਿੱਲਿਆਂ 'ਤੇ ਰਹਿ ਗਿਆ। ਏਡੀ ਛੋਟੀ ਖੇਤੀ ਵਾਲਾ ਕਿਸਾਨ ਤੁਸੀਂ ਅੰਦਾਜ਼ਾ ਲਾ ਲਓ, ਜੇ ਉਸ ਨੂੰ ਠੀਕ ਉਸ ਦੇ ਕਿੱਤੇ ਦਾ ਮੁੱਲ ਹੀ ਮਿਲੇਗਾ ਤਾਂ ਉਹ ਕਿਵੇਂ ਰੋਟੀ ਖਾ ਸਕਦਾ। ਅੱਜ ਉਮੀਦ ਸੀ ਦੇਸ਼ ਦੇ ਲੋਕਾਂ ਨੂੰ, ਦੇਸ਼ ਦੀ ਕਿਸਾਨੀ ਨੂੰ, ਕਿ ਕਾਂਗਰਸ ਸਰਕਾਰ ਨੇ ਤਾਂ ਜੋ 40 ਸਾਲ 'ਚ ਕੀਤਾ ਸੀ, ਦਿਨੋਂ ਦਿਨ ਕਿਸਾਨ ਦਾ ਬੜਾ ਨੁਕਸਾਨ ਕੀਤਾ। ਅੰਗਰੇਜ਼ ਵੇਲੇ ਤਾਂ ਗੁਲਾਮੀ ਦੇ ਜ਼ਮਾਨੇ ਸਨ, ਉਹਨਾਂ ਜ਼ਮਾਨੇ 'ਚ ਤਾਂ ਹੋਣਾ ਹੀ ਸੀ, ਸਾਨੂੰ ਆਸ ਹੀ ਕੀ ਸੀ। ਉਸ ਵੇਲੇ ਵੀ ਆਜ਼ਾਦੀ ਦੀ ਲੜਾਈ 'ਚ ਅਸੀਂ ਕਹਿੰਦੇ ਸਾਂ ਕਿ ਉਹ ਲੁੱਟ ਕੇ ਲੈ ਗਿਆ, ਜੋ ਸਾਡਾ ਆਪਣਾ ਦੇਸ਼ ਹੋਏਗਾ ਤਾਂ ਅਸੀਂ ਇੱਥੇ ਤਰੱਕੀ ਕਰਾਂਗੇ। ਜਿਹੜੇ ਪਿੰਡਾਂ ਦੇ ਲੋਕ ਆ, ਕਾਮੇ ਆ, ਕਮੇਰੇ 'ਚ ਕਿਸਾਨ ਅਤੇ ਕਿਸਾਨ ਮਜ਼ਦੂਰ, ਕਾਮਾ ਜੋ ਨਾਲ ਬਗੈਰ ਜ਼ਮੀਨ ਦੇ, ਦੋਨੋਂ ਹੀ ਕਿਸਾਨ ਹੁੰਦੇ ਆ। ਉਹ ਬਗੈਰ ਜ਼ਮੀਨ ਦੇ ਹੁੰਦਾ ਹੈ, ਇੱਕ ਕੋਲੇ 2 ਕਿੱਲੇ ਜ਼ਮੀਨ ਹੈ ਉਹ ਜ਼ਮੀਨ ਵਾਲਾ ਹੋ ਜਾਂਦਾ, ਲੇਕਿਨ ਦੋਨੋਂ ਹੀ ਕਮੇਰੇ ਹੈ, ਕਾਮੇ ਹੈ ਔਰ ਕਿਸਾਨ ਹੈ, ਖੇਤੀ 'ਤੇ ਨਿਰਭਰ ਕਰਦੇ ਹੈ। ਇਹ ਉਸ ਵੇਲੇ ਸੋਚਦੇ ਸੀ। ਲੇਕਿਨ ਆਉਣ ਤੋਂ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਸਮੇਂ 'ਚ ਉਸ ਤੋਂ ਬੁਰਾ ਹਾਲ ਹੁੰਦਾ ਗਿਆ। ਅੱਜ ਲੋੜ ਸੀ ਕਿ ਦੇਸ਼ ਦੇ ਕਿਸਾਨ ਨੂੰ ਇਹ ਸਰਕਾਰ ਬਦਲੀ ਹੈ, ਅਤੇ ਬਦਲਣ ਵੇਲੇ ਉਸ ਵੇਲੇ ਇਸ ਸਰਕਾਰ ਨੇ, ਜੋ ਅੱਜ ਹਿੰਦੁਸਤਾਨ ਦੀ ਸਰਕਾਰ ਹੈ, ਵਾਅਦੇ ਵੀ ਕੀਤੇ ਸੀ ਕਿ ਅਸੀਂ ਕਿਸਾਨ ਨੂੰ ਸਵਾਮੀਨਾਥਨ ਔਰ ਉਸ ਨੂੰ ਮੁਨਾਫੇਬੰਦਾ ਧੰਦਾ ਅਸੀਂ ਕਿਸਾਨੀ ਨੂੰ ਕਰਾਂਗੇ। ਲੇਕਿਨ ਮੈਨੂੰ ਦੁੱਖ ਹੈ ਕਿ ਮੁਨਾਫੇਬੰਦਾ ਧੰਦਾ ਕਰਨ ਦੀ ਬਜਾਏ ਅੱਜ ਕਾਨੂੰਨ ਕੁਛ ਐਸੇ ਬਣ ਗਏ ਨੇ, ਜਿਨ੍ਹਾਂ ਕਾਨੂੰਨਾਂ ਨਾਲ ਸੈਂਟਰ ਭਾਵੇਂ ਬਾਰ-ਬਾਰ ਕਹਿ ਰਿਹਾ ਕਿ ਕਾਨੂੰਨ ਕਿਸਾਨ ਦੇ ਲਾਹੇਵੰਦ ਨੇ, ਲੇਕਿਨ ਇੱਕ ਡਾਕਟਰ ਦਵਾਈ ਦਿੰਦਾ ਮਰੀਜ਼ ਨੂੰ, ਉਹ ਕਹਿੰਦਾ ਮੇਰੀ ਦਵਾਈ ਤੈਨੂੰ ਫਾਇਦਾ ਕਰਦੇ ਡਾਕਟਰ ਸਾਹਿਬ, ਉਹ ਕਹਿੰਦਾ ਮੈਂ ਮਰ ਚੱਲਿਆ, ਇਹ ਦਵਾਈ ਬਦਲੋ ਜਾਂ ਇਸ ਨੂੰ ਬੰਦ ਕਰੋ, ਮੈਨੂੰ ਤਾਂ ਇਸ ਦਵਾਈ ਤੋਂ ਬਗੈਰ ਹੀ ਚੰਗਾ ਸੀ, ਮੈਂ ਜਿਹਾ ਜਿਹਾ ਸੀ, ਮੈਂ ਤਕਲੀਫ ਕੱਟ ਲੂੰਗਾ, ਲੇਕਿਨ ਇਹ ਤਾਂ ਮੈਨੂੰ ਬਿਲਕੁਲ ਮਾਰਦੀ ਹੈ। ਡਾਕਟਰ ਕਹਿੰਦਾ ਨਹੀਂ, ਮੈਂ ਤਾਂ ਬੱਲੋ ਬੱਲੀ ਲਾਵਾਂਗਾ, ਮਰ ਜਿਓ। ਇਹੀ ਚੀਜ਼ਾਂ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ ਕਿ ਕਿਸਾਨ ਕਹਿੰਦਾ ਇਹ ਕਾਨੂੰਨ ਮੇਰੇ ਵਿਰੁੱਧ ਹੈ। ਹਿੰਦੁਸਤਾਨ ਦੀਆਂ ਸਾਰੀਆਂ ਹੀ ਜਥੇਬੰਦੀਆਂ, ਸਾਰੇ ਸੂਬਿਆਂ ਦੀਆਂ ਕਿਸਾਨੀ ਦੀਆਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ, ਭਾਵੇਂ ਕਿ ਕਿਤੇ ਕਿਸੇ ਢੰਗ ਨਾਲ ਹੋ ਰਿਹਾ ਕਿਸੇ, ਲੇਕਿਨ ਪੀਸਫੁਲੀ ਸਾਰੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਦਾ ਵਿਰੋਧ ਕਰ ਰਹੀਆਂ ਨੇ। ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਸਿਵਾਏ ਰੂਲਿੰਗ ਪਾਰਟੀ BJP ਦੇ, ਤਕਰੀਬਨ ਸਾਰੀਆਂ ਪਾਰਟੀਆਂ ਨੇ ਹੀ ਇਸ ਬਿੱਲ ਦਾ ਵਿਰੋਧ ਕੀਤਾ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਤੁਸੀਂ ਇਹ ਬਿੱਲ ਧੱਕੇ ਨਾਲ ਕਿਉਂ ਥੋਪਦੇ ਹੋ। ਤਿੰਨੇ ਬਿੱਲ, ਅੱਜ ਜਿਹੜੇ ਤਿੰਨੇ ਬਿੱਲ ਹੈ, ਇਹਨਾਂ 'ਤੇ ਕਿਸਾਨ ਨੂੰ ਖਦਸ਼ੇ ਹੀ ਨਹੀਂ। ਇਹਨਾਂ ਦੇ 100% ਇਹ ਹੈ ਕਿ ਇਹਨਾਂ ਨਾਲ ਕਿਸਾਨ ਦਾ ਨੁਕਸਾਨ ਹੋਏਗਾ। ਮੈਂ ਇਹ ਕਹਿ ਸਕਦਾ ਕਿ ਮੈਂ ਅੱਜ ਵੀ ਜ਼ਿਮੀਂਦਾਰ ਹਾਂ, ਮੇਰੇ ਮਾਤਾ ਪਿਤਾ ਵੀ ਖੇਤੀ ਕਰਦੇ ਸਨ, ਨਾ ਮੈਂ ਅੱਜ ਬਿਜ਼ਨਸ ਹਾਂ, ਨਾ ਮੇਰੇ ਮਾਤਾ ਪਿਤਾ ਬਿਜ਼ਨਸ ਸਨ। ਮੈਂ ਖੁਦ ਹੱਥੀਂ ਖੇਤੀ ਕੀਤੀ ਹੈ, ਅੱਜ ਵੀ ਖੇਤੀ ਕਰਾ ਰਿਹਾ, ਖੇਤੀ 'ਤੇ ਮੇਰਾ ਗੁਜ਼ਾਰਾ ਹੈ। ਕਿਸਾਨ ਹੈ ਜਿਹੜਾ, ਉਹ ਕਦੇ ਸੌਖਾ ਹੋਇਆ ਨਹੀਂ, ਲੇਕਿਨ ਸਾਨੂੰ ਆਸ ਸੀ ਕਿ ਜਿਸ ਵੇਲੇ ਸਾਡੀ ਲੋੜ ਸੀ ਤਾਂ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਸੀ। PL 420 ਦੇ ਤਹਿਤ ਅਮਰੀਕਾ ਤੋਂ ਅਨਾਜ ਮੰਗ ਕੇ ਲੈਂਦੇ ਸੀ, ਔਰ ਉਹ ਪਸ਼ੂ ਵੀ ਨਹੀਂ ਸੀ ਖਾਂਦੇ ਜੋ ਸਾਡੇ ਲੋਕਾਂ ਨੂੰ ਖਵਾਇਆ ਜਾਂਦਾ ਸੀ। ਉਸ ਵੇਲੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਸ਼ਾਸਤਰੀ ਨੇ ਦਿੱਤਾ, ਯੂਨੀਵਰਸਿਟੀਆਂ ਬਣਾਈਆਂ, ਖਾਦਾਂ ਲਿਆਂਦੀਆਂ, ਸਬਸਿਡੀਆਂ ਦਿੱਤੀਆਂ, ਤਾਂ ਕਿਸਾਨ ਨੂੰ ਉਤਸ਼ਾਹਿਤ ਕਰਕੇ ਉਹ ਹਿੰਦੁਸਤਾਨ 'ਚ ਪੰਜਾਬੀ ਕਿਸਾਨ ਹੀ ਸੀ ਜਿਹੜਾ ਉਸ ਗੱਲ ਨੂੰ ਫੜ ਸਕਦਾ ਸੀ। ਪੰਜਾਬੀ ਕਿਸਾਨ ਨੇ ਉਹ ਪੱਲਾ ਫੜਿਆ ਦੇਸ਼ ਦਾ, ਅਤੇ ਦੇਸ਼ ਦਾ ਢਿੱਡ ਹੀ ਨਹੀਂ ਭਰਿਆ। ਦੇਸ਼ ਦੇ ਕੋਲੇ ਟ੍ਰਿਪਲ ਟਾਈਮ ਅਨਾਜ ਹੈ, ਜਿੰਨਾ ਉਹਨੂੰ ਸਟੋਰੇਜ ਲੋੜ ਹੈ, ਟ੍ਰਿਪਲ ਟਾਈਮ ਇਕੱਠਾ ਹੋਇਆ ਪਿਆ, ਔਰ ਬਾਹਰ ਭੇਜੀ ਜਾਂਦੇ ਨੇ ਜਿੱਥੇ ਕਿ ਬਾਹਰੋਂ ਮੰਗਵਾਉਂਦੇ ਸੀ। ਅੱਜ ਲੋੜ ਸੀ ਕਿ ਉਸ ਕਿਸਾਨ ਦੀ ਬਾਂਹ ਨਾ ਛੱਡਦੇ, ਉਸ ਦੀ ਚੰਗੀ ਤਰ੍ਹਾਂ ਫੜਦੇ। ਜੇ ਅਗਰ ਇਹਨਾਂ ਨੂੰ ਕੋਈ ਆਲਟਰਨੇਟਿਵ ਲੋੜ ਸੀ ਤਾਂ ਆਲਟਰਨੇਟਿਵ ਦਿੰਦੇ, ਕਿ ਆਓ ਜਥੇਬੰਦੀਆਂ ਨੂੰ ਬਿਠਾਉਂਦੇ ਕਿ ਆਓ ਵੀਰੋ ਤੁਹਾਡੇ ਨਾਲ ਗੱਲ ਕਰਦੇ ਹਾਂ, ਸਾਨੂੰ ਇਹ ਪ੍ਰੋਬਲਮ ਹੈ ਕਿ ਆਹ ਚੀਜ਼ ਦੀ ਆਪਣੇ ਕੋਲ ਲੋੜ ਘਟ ਗਈ ਹੈ, ਇਸ ਦੀ ਲੋੜ ਹੈ, ਆਓ ਅਸੀਂ ਤੁਹਾਨੂੰ ਇਨਸੈਂਟਿਵ ਦਿੰਦੇ ਹਾਂ। ਜਿਵੇਂ ਕਿਸੇ ਵੇਲੇ ਅਨਾਜ ਵਾਸਤੇ ਦਿੱਤਾ ਸੀ, ਚੌਲਾਂ ਅਤੇ ਕਣਕ ਵਾਸਤੇ, ਆਓ ਆਪਾਂ ਬਾਕੀ ਕ੍ਰਾਫਟ 'ਚ ਲੈ ਲੈਂਦੇ ਹਾਂ। ਅੱਜ ਤੇਲ ਕਿੰਨੇ ਮੰਗਾਏ ਜਾ ਰਹੇ ਨੇ, ਅੱਜ ਦਾਲਾਂ ਕਿੰਨੀਆਂ, 90,000 ਕਰੋੜ ਦਾ ਬਾਹਰੋਂ ਮੰਗਾਇਆ ਜਾ ਰਿਹਾ ਹੈ। ਉਹ 90,000 ਕਰੋੜ ਤੋਂ ਮੇਰੇ ਖਿਆਲ 20,000 ਕਰੋੜ ਹੀ ਕਿਸਾਨ ਨੂੰ ਉਤਸ਼ਾਹਿਤ ਕਰਨ ਦੇ ਦੇਣ, ਪੰਜਾਬ ਰਹਿੰਦੇ ਨੂੰ ਅਸੀਂ ਬਦਲ ਵੀ ਕਰ ਸਕਦੇ ਹਾਂ, ਇਸ ਦੀ ਕੁਆਲਿਟੀ ਸੁਧਾਰ ਸਕਦੇ ਹਾਂ, ਇਹਨੂੰ ਘੱਟ ਕਰ ਸਕਦੇ ਹਾਂ। ਲੇਕਿਨ ਇਹਦੀ ਬਜਾਏ ਉਲਟਾ ਸਾਡੇ 'ਤੇ ਕਾਨੂੰਨ ਠੋਕ ਕੇ ਧੱਕੇ ਨਾਲ ਸਾਨੂੰ ਉਸ 'ਚੋਂ ਆਊਟ ਕੀਤਾ ਜਾ ਰਿਹਾ, ਜਿਹਦਾ ਬਹੁਤ ਵੱਡਾ ਦੁੱਖ ਹੈ। ਇਸ ਨੂੰ ਜੇ ਸਾਰਾ ਐਕਸਪਲੇਨ ਕਰੀਏ ਕਿ ਕੀ ਇਹਦੇ ਘਾਟੇ ਨੇ, ਉਹ ਲੰਬਾ ਸਮਾਂ ਲੱਗ ਜਾਏਗਾ, ਟਾਈਮ ਇੰਨਾ ਹੁੰਦਾ ਨਹੀਂ ਤੁਹਾਡੇ ਇਸ 'ਚ।
ਤੇ ਲੇਕਿਨ ਮੈਂ ਇਹ ਕਹਿ ਸਕਦਾ ਕਿ 100% ਇਹ ਕਾਨੂੰਨ ਦੇਸ਼ ਦੇ ਕਿਸਾਨ ਦੇ ਹੱਕ 'ਚ ਨਹੀਂ, ਉਸ ਦੇ ਵਿਰੋਧ 'ਚ ਹੈ। ਅਸੀਂ ਪਾਰਲੀਮੈਂਟ ਦੇ ਵਿੱਚ ਵੀ, ਮੈਂ ਰਾਜ ਸਭਾ ਦੇ ਵਿੱਚ, ਅਸੀਂ ਲੋਕ ਸਭਾ 'ਚ ਸਾਡੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਨੇ, ਅਸੀਂ ਉੱਥੇ ਵਿਰੋਧ ਕੀਤਾ ਜਦੋਂ ਇਹ ਐਕਟ ਆਇਆ। ਕੁਛ ਲੋਕ ਕਿੰਤੂ ਕਰਦੇ ਨੇ ਕਿ ਅਕਾਲੀ ਦਲ ਨੇ ਜਦੋਂ ਇਹ ਕਾਨੂੰਨ ਬਣ ਰਿਹਾ ਸੀ, ਕੈਬਨਿਟ 'ਚ ਆਇਆ, ਉਸ ਵੇਲੇ ਕਿਉਂ ਨਾ ਵਿਰੋਧ ਕੀਤਾ? ਬੀਬਾ ਜੀ ਉਸ 'ਚ ਬੈਠੇ ਸਨ। ਲੇਕਿਨ ਉਹ ਵੀਰਾਂ ਨੂੰ ਇਹ ਨਹੀਂ ਪਤਾ, ਨੁਕਤਾਚੀਨੀ ਕਰਦੇ ਨੇ ਕਿ ਕੈਬਨਿਟ ਦੀ ਕਾਰਵਾਈ ਸਾਰੀ ਸੀਕ੍ਰੇਟ ਹੁੰਦੀ ਹੈ। ਉਸ ਵੇਲੇ ਬੀਬਾ ਜੀ ਨੇ ਅੰਦਰ ਵਿਰੋਧ ਕੀਤਾ ਤਾਂ ਉਹਨੂੰ ਕਿਹਾ ਗਿਆ ਕਿ ਕੋਈ ਨਹੀਂ, ਅਸੀਂ ਜੋ ਤੁਹਾਡੀਆਂ ਗੱਲਾਂ ਨੂੰ ਸ਼ੰਕੇ ਨੇ ਅਸੀਂ ਦੂਰ ਕਰ ਦਿਆਂਗੇ। ਚੁੱਪ ਕਰ ਗਏ। ਫਿਰ ਉਸ ਤੋਂ ਬਾਅਦ ਇੱਕ ਚਿੱਠੀ ਲਿਖੀ ਉਹਨਾਂ ਨੇ ਕਿ ਜੋ ਤੁਹਾਡੀਆਂ ਜਿਹੜੀਆਂ ਪਾਰਟੀਆਂ ਸੀ ਕਿ ਜੋ ਤੁਹਾਨੂੰ ਇਸ ਸ਼ੰਕੇ ਨੇ ਉਹ ਲਿਖੋ, ਇਹ ਕੀ ਤੁਹਾਨੂੰ ਇਤਰਾਜ਼ ਨਾ। ਤਾਂ ਬੀਬਾ ਜੀ ਨੂੰ ਚਿੱਠੀ ਵੀ ਲਿਖ ਕੇ ਭੇਜੀ, ਉਹ ਚਿੱਠੀ ਵੀ ਉਹਨਾਂ ਰਿਕਾਰਡ 'ਚ ਹੈਗੀ। ਲੇਕਿਨ ਅਖੀਰ ਅਸੀਂ ਯਤਨ ਕੀਤੇ ਕਿ ਪੁਰਾਣੇ ਸਾਥੀ ਆ, ਬੜੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਇਕੱਠੇ ਹੋ ਕੇ ਲੜਦੇ ਰਹੇ ਹਾਂ। ਜਿਸ ਵੇਲੇ ਬੀਜੇਪੀ ਕੋਲੇ 2 ਜਾਂ 4 MP ਹੁੰਦੇ ਸੀ, ਪੰਜਾਬ 'ਚ MLA ਕਿ ਜਦੋਂ ਹੁੰਦੇ ਸੀ, ਅਸੀਂ ਇਕੱਠੇ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਕਾਂਗਰਸ ਦੇ ਜ਼ੁਲਮਾਂ ਦੇ ਖਿਲਾਫ ਲੜਦੇ ਰਹੇ ਹਾਂ ਸਾਰੀਆਂ ਪਾਰਟੀਆਂ। ਅਤੇ ਲੰਬੇ ਸਮੇਂ ਤੋਂ ਸਾਡਾ ਸਾਥ ਹੈ, ਇਹ ਸਾਡੀ ਗੱਲ ਮੰਨ ਲੈਣਗੇ। ਲੇਕਿਨ ਸਾਡੀ ਗੱਲ ਨਾ ਮੰਨੀ ਗਈ। ਅਸੀਂ ਮੰਨਣ ਤੋਂ ਪਹਿਲਾਂ 1 ਹਫ਼ਤਾ ਵੀ 3 ਵਾਰੀ ਅਸੀਂ ਮਿਲੇ, ਉਹਨਾਂ ਦੇ ਪ੍ਰਧਾਨ ਨੂੰ ਮਿਲੇ, ਵਜ਼ੀਰਾਂ ਨੂੰ ਮਿਲੇ, ਸਾਰੇ ਯਤਨ ਕੀਤੇ। ਲੇਕਿਨ ਅਖੀਰ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਤੁਹਾਨੂੰ ਭਰੋਸਾ ਦੇ ਦਿੰਦੇ, ਅਸੀਂ ਕਿਹਾ ਲਿਖਤੀ ਭਰੋਸੇ ਦੀ ਆਉਣ ਨਾ, ਤਾਂ ਅਖੀਰ ਅਸੀਂ ਕਿਹਾ ਕਿ ਲਵੇ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ, ਅਸੀਂ ਵੋਟ ਵੀ ਵਿਰੁੱਧ ਪਾਵਾਂਗੇ, ਅਸੀਂ ਤੁਹਾਡੇ ਖਿਲਾਫ ਅਸਤੀਫਾ ਵੀ ਦੇਵਾਂਗੇ, ਹੁਣ ਸਾਡਾ ਸੰਬੰਧ ਵੀ ਰਹਿਣਾ। ਤਾਂ ਅਸੀਂ ਉਸ ਵੇਲੇ ਫਿਰ ਜਦੋਂ ਕਾਨੂੰਨ ਬਣਨ ਲੱਗਿਆ, ਉਹਦੇ ਰਿਕਾਰਡ 'ਚ ਹੈ ਮੌਜੂਦ ਕਿ ਅਸੀਂ ਪੂਰੇ ਜ਼ੋਰ ਨਾਲ ਉਹਦਾ ਵਿਰੋਧ ਕੀਤਾ ਔਰ ਅਸਤੀਫਾ ਦਿੱਤਾ, ਔਰ ਨਾਲ ਦੀ ਨਾਲ ਅਸੀਂ ਜਿਹੜਾ ਐਡਾ ਪੁਰਾਣਾ ਇੱਕ ਰਿਸ਼ਤਾ ਸੀ ਉਸ ਨੂੰ ਤੋੜਿਆ। ਇਸ ਕਰਕੇ ਤੋੜਿਆ, ਇਸ ਕਰਕੇ ਨਹੀਂ ਕਿ ਕੋਈ ਸਾਡਾ ਆਪਸ ਵਿੱਚ ਹੋਰ ਕਿਸੇ ਨਾਲ, ਇਸ ਕਰਕੇ ਕਿ ਜੇ ਪੰਜਾਬ ਜਿੱਥੋਂ ਅਸੀਂ ਆਉਂਦੇ ਹਾਂ, ਜਿਨ੍ਹਾਂ ਨੇ ਸਾਨੂੰ ਇੱਥੇ ਭੇਜਿਆ, ਜੇ ਉਹਨਾਂ ਦਾ ਪੰਜਾਬ ਜੋ ਸਾਡੇ ਵੀਰਾਂ ਦਾ ਨੁਕਸਾਨ ਹੋ ਗਿਆ, ਪੰਜਾਬ ਬਰਬਾਦ ਹੋ ਗਿਆ, ਫਿਰ ਸਾਡਾ ਇੱਥੇ ਬੈਠਣ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ। ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਕੀਤੀਆਂ। ਭੁੰਦਰ ਸਾਹਿਬ, ਇਹ ਜਿੱਦਾਂ ਤੁਸੀਂ ਡਿਟੇਲ 'ਚ ਸਾਰੀਆਂ ਗੱਲਾਂ ਸਮਝਾਈਆਂ ਨੇ, ਤੁਹਾਡੇ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਲੀਡਰ ਸਾਹਿਬਾਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਵੀ ਬਿਲਕੁਲ ਇਨ ਬਿਨ ਜੋ ਤੁਸੀਂ ਕਹਿ ਰਹੇ ਹੋ ਇਹ ਸਾਰੀਆਂ ਗੱਲਾਂ ਕਹੀਆਂ। ਪਰ ਹੁਣ ਮੁਸ਼ਕਲ ਇੱਥੇ ਇਹ ਹੈ ਕਿ ਵੀ ਜਿਸ ਪਾਰਟੀ ਦੇ ਨਾਲ ਆਪਣਾ 23-24 ਸਾਲ ਦਾ ਨਾਤਾ ਸੀ, ਹੁਣ ਕਿਉਂਕਿ ਤੁਸੀਂ ਰਾਜ ਸਭਾ ਮੈਂਬਰ ਬਹੁਤ ਦੇਰ ਤੋਂ ਹੋ ਅਤੇ ਦਿੱਲੀ ਦੇ ਮੇਰੇ ਖਿਆਲ ਨਾਲ ਉਹਨਾਂ ਲੀਡਰਾਂ ਦੇ ਨਾਲ ਤੁਹਾਡੀ ਬਹਿਣੀ ਉੱਠਣੀ ਆ, ਬੜੀ ਨੇੜਤਾ, ਉਹ ਤੁਸੀਂ ਪਰਸਨਲ ਲੈਵਲ 'ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਤੁਸੀਂ ਜਿਹੜੀ ਚੀਜ਼ ਕਰ ਰਹੇ ਹੋ ਉਹਨੂੰ ਐਗਜ਼ੈਕਟ ਸਮਝੋ ਤਾਂ ਸਹੀ? ਕਿਉਂਕਿ ਇਸ ਵਕਤ ਨਾ ਜੀ BJP ਦੇ ਕੁਝ ਲੀਡਰਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਦਾ ਪੁਆਇੰਟ ਆਫ ਵਿਊ ਇਹ ਹੈ ਕਿ ਵੀ ਪੰਜਾਬ ਦੇ ਵਿੱਚ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ, ਤਾਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ, ਉਹ ਤੁਹਾਡਾ ਨਾਮ ਹੀ ਵਿੱਚ ਲਾਈ ਜਾਂਦੇ ਆ। ਇਹ ਇੰਨਾ ਵੱਡਾ ਜਿਹੜਾ ਭੁਲੇਖਾ ਉਹ ਕਿਵੇਂ ਪੈਦਾ ਹੋ ਗਿਆ ਇਹਨਾਂ ਨੂੰ? ਦੇਖੋ, ਭੁਲੇਖਾ ਨਹੀਂ ਪੈਦਾ ਹੋਇਆ, ਜੋ ਤੁਸੀਂ ਕਹਿ ਰਹੇ ਹੋ ਅਸੀਂ ਆਪਣੇ ਬਹੁਤ ਯਤਨ ਕੀਤੇ, ਇਹਨਾਂ ਯਤਨਾਂ ਨੂੰ ਹੀ ਸਾਡੀ ਕਮਜ਼ੋਰੀ ਸਮਝਿਆ ਗਿਆ ਕਿ ਅਸੀਂ ਕਿਹਾ ਕਿ ਲੜਾਈ 'ਚ ਨਾ ਪਿਆ ਜਾਵੇ। ਪੰਜਾਬ ਦਾ ਪਹਿਲਾਂ ਬੜਾ ਨੁਕਸਾਨ ਹੋ ਚੁੱਕਿਆ 14-15 ਸਾਲ, ਦੂਜੀ ਵਾਰ ਇਸ ਲੜਾਈ 'ਚ ਨਾ ਪਿਆ ਜਾਵੇ। ਲੇਕਿਨ ਇਹ ਕਾਨੂੰਨ ਦੋਨਾਂ ਪੱਖਾਂ ਤੋਂ ਪੰਜਾਬ ਦਾ ਨੁਕਸਾਨ ਨਹੀਂ ਦੇਸ਼ ਦਾ ਕਰ ਰਿਹਾ ਹੈ। ਜਿੱਥੇ ਕਿਸਾਨੀ ਨੂੰ ਵੱਡੇ ਵਪਾਰੀਆਂ ਦੇ ਹੱਥਾਂ 'ਚ ਦੇ ਰਹੇ ਹੈ, ਮੰਡੀ ਸਿਸਟਮ ਖਤਮ ਕਰ ਰਹੇ ਹੈ, ਕਹਿ ਰਿਹਾ ਕਿ ਕੀਮਤ ਅਸੀਂ ਜਿਹੜੀ ਇਹ ਆਪਣੇ ਪ੍ਰਾਈਸ ਫਿਕਸ ਕਰਦੇ ਹਾਂ, ਇਹ ਹੈਗੀ ਰਹੇਗੀ, ਜਵਾਨੀ ਕਹਿੰਦੇ ਨੇ। ਜਦੋਂ ਮੰਡੀ ਸਿਸਟਮ ਹੀ ਟੁੱਟ ਗਿਆ, ਮੰਡੀ ਜਿਹੜੀ ਸਾਡੀ ਚੱਲ ਰਹੀ ਹੈ, ਜਿਹੜੀ ਅਸੀਂ 50 ਸਾਲ ਸਾਰਾ ਖਰਚ ਉਹ 'ਤੇ ਕੀਤਾ, ਦੁਨੀਆ ਦੀਆਂ ਬੈਸਟ ਮੰਡੀਆਂ ਨੇ ਪੰਜਾਬ ਦੀਆਂ ਅਤੇ ਹਰਿਆਣੇ ਦੀਆਂ, ਜਦੋਂ ਮੰਡੀਆਂ ਹੀ ਖਤਮ ਹੋ ਗਈਆਂ 2 ਸਾਲ ਬਾਅਦ, ਟੈਕਸ ਹੀ ਕੋਈ ਨਾ ਆਇਆ ਅਤੇ ਮੰਡੀ ਦੀ ਰਿਪੇਅਰ ਕੋਈ ਨਾ ਹੋਈ, ਮੰਡੀ ਸਿਸਟਮ ਟੁੱਟ ਗਿਆ, ਵਪਾਰੀ ਦੇ ਹੱਥ ਸਾਰੀ ਚੀਜ਼ ਚਲੀ ਗਈ, ਸਰਕਾਰ ਆਟੋਮੈਟਿਕ ਹੌਲੀ ਹੌਲੀ ਪਿੱਛੇ ਨਿਕਲ ਜੂਗੀ। ਇਸ ਕਰਕੇ ਇੰਡਾਇਰੈਕਟਲੀ ਵੇ ਨਾਲ MSP ਤੋਂ ਹੀ ਪਿੱਛੇ ਹਟ ਰਹੀ ਹੈ, 100% ਅਸ਼ੋਰਡ ਪਰਚੇਜ ਤੋਂ, ਔਰ ਨਾਲ ਦੀ ਨਾਲ ਮੰਡੀ ਸਿਸਟਮ ਖਤਮ ਕਰ ਰਹੀ ਹੈ। ਔਰ ਮਲਟੀਨੈਸ਼ਨਲ ਦੇ ਫੇਵਰ 'ਚ ਕਾਨੂੰਨ ਬਣਾਏ ਜਾ ਰਹੇ ਨੇ ਕਿ ਉਹ ਜਿਹੜਾ ਸੀ ਐਸੈਂਸ਼ੀਅਲ ਕਮੋਡਿਟੀ ਐਕਟ ਉਹ ਵੀ ਤੋੜਤਾ ਕਿ ਜਿੰਨੀ ਮਰਜ਼ੀ ਕੋਈ ਚੀਜ਼ ਰੱਖ ਲਓ। ਅੱਜ ਤੁਹਾਨੂੰ ਮਿਸਾਲ ਦਿੰਦਾ ਮੈਂ ਤਾਜ਼ਾ, ਅੱਜ ਪੰਜਾਬ ਦੇ ਵਿੱਚ ਅਤੇ ਹਿੰਦੁਸਤਾਨ 'ਚ ਗੰਢੇ 100 ਰੁਪਏ ਟੱਪ ਗਏ ਕਿਲੋ, ਅਤੇ 6 ਮਹੀਨੇ ਪਹਿਲਾਂ 4 ਮਹੀਨੇ ਪੁੱਛ ਲਓ ਗੁਜਰਾਤ ਅਤੇ ਮਹਾਰਾਸ਼ਟਰ ਦੇ ਕਿਸਾਨ ਨੂੰ ਵੀ ਤੁਸੀਂ 5 ਰੁਪਏ ਕਿਲੋ ਵੇਚਣਗੇ, 3 ਵੇਚਣਗੇ, 6 ਵੇਚੇ ਨੇ। ਜਿਹਨੇ 6 ਮਹੀਨੇ ਪੈਦਾ ਕੀਤਾ, ਖਰਚ ਕੀਤਾ, ਸਾਰੀ ਲੇਬਰ ਕੀਤੀ, ਉਹਨੇ 5 ਜਾਂ 6 ਰੁਪਏ ਕਿਲੋ ਦੇ ਵੱਟੇ, ਉਹਦੇ 'ਤੇ 4 ਖਰਚਾ ਆਇਆ, ਹੁਣ 1 ਰੁਪਇਆ ਬਚਿਆ ਹੋਣਾ ਕਿਲੋ ਮਗਰ। ਅੱਜ ਉਹ 6 ਰੁਪਏ ਜਾਂ 5 ਰੁਪਏ ਕਿਲੋ ਖਰੀਦਣ ਵਾਲਾ ਵਪਾਰੀ ਵੱਧ ਤੋਂ ਵੱਧ ਬੈਂਕਾਂ ਤੋਂ ਵਿਆਜ ਲੈ ਕੇ 5 ਰੁਪਏ ਸੈਂਕੜਾ ਹੋ ਗਿਆ ਹੋਣਾ, 10 ਹੋ ਗਿਆ ਹੋਣਾ, 5 ਰੁਪਏ ਵਾਲੇ ਕਿਲੋ 'ਤੇ 5 ਪੈ ਗਿਆ ਹੋਣਾ, 5 ਹੋਰ ਪੈ ਗਿਆ ਹੋਣਾ, 15 ਹੋ ਗਏ ਹੋਣੇ ਨੇ, 5-7 ਕਿਰਾਇਆ ਪੈ ਗਿਆ ਹੋਣਾ, ਕਿਲੋ ਤੋਂ 20 ਹੋ ਗਏ ਹੋਣੇ ਨੇ। ਅੱਜ 115 ਅਤੇ 110 ਅਤੇ 100 ਰੁਪਏ ਗੰਢੇ ਵਿਕ ਰਹੇ ਨੇ। ਇਹ ਇਸ ਚੀਜ਼ ਦੀ ਕਰਾਮਾਤ ਹੈ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਲਾਗੂ ਨਹੀਂ ਹੈਗਾ। ਕਿਸਾਨ ਨੂੰ ਜਦੋਂ ਵੱਧ ਚੀਜ਼ ਪੈਦਾ ਹੈ ਲੁੱਟਿਆ ਜਾਂਦਾ ਹੈ, ਜਦੋਂ ਚੀਜ਼ ਘੱਟ ਪੈਦਾ ਹੁੰਦੀ ਹੈ ਕਿਸਾਨ ਵੀ ਲੁੱਟੀਦਾ, ਕੰਜ਼ਿਊਮਰ ਵੀ ਲੁੱਟੀਦਾ। ਇਸ ਵੇਲੇ ਦੋਨੇ ਲੁੱਟੇ ਜਾ ਰਹੇ ਨੇ। ਇਸ ਕਰਕੇ
ਇਹ ਜਿਹੜੇ ਐਕਟ ਤੋੜੇ ਆ, ਭਾਵੇਂ ਉਹ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਭਾਵੇਂ ਉਹ ਜਿਹੜਾ ਮੰਡੀ ਸਿਸਟਮ ਨੂੰ ਤੋੜ ਰਹੇ ਨੇਗੇ ਕਿ ਮਾਰਕੀਟ ਓਪਨ ਕਰ ਰਹੇ ਨੇਗੇ, ਤੇ ਭਾਵੇਂ ਉਹ ਮਲਟੀਨੈਸ਼ਨਲ ਨੂੰ ਕਹਿ ਰਹੇ ਨੇ ਕਿ ਕੰਟੈਕਟ ਤੇ ਫਾਰਮਿੰਗ ਕਰ ਸਕਦੇ ਨੇ। ਕੰਟੈਕਟ ਤੇ ਫਾਰਮਿੰਗ ਕਦੇ ਤਕੜਾ ਦੋ ਬੰਦਿਆਂ ਦਾ ਸਮਝੌਤਾ ਹੁੰਦਾ ਹੈ ਦੁਨੀਆ 'ਚ। ਮੈਨੂੰ ਦੱਸ ਦਿਓ ਕਿ ਕਦੇ ਤਕੜੇ ਦੀ ਤਾਕਤ ਮੰਨੀ ਜਾਂਦੀ ਹੈ ਗੱਲ, ਕਿ ਮਾੜੇ ਦੀ ਮੰਨੀ ਜਾਂਦੀ ਹੈ? ਕਦੇ ਇਨਸਾਫ ਵਾਸਤੇ ਦੁਨੀਆ ਤੇ ਮਾੜੇ ਦੀ ਗੱਲ ਨਹੀਂ ਮੰਨੀ ਗਈ। ਕੋਈ ਦੁਨੀਆ ਦਾ ਕਾਨੂੰਨ ਮਾੜੇ ਨੂੰ ਇਨਸਾਫ ਨਹੀਂ। ਇਨਸਾਫ ਲੈਣ ਵਾਸਤੇ ਜਾਂ ਮਾਰਨ ਮੰਨਣਾ ਪੈਂਦਾ, ਜਾਂ ਬਰਾਬਰ ਤੇ ਬੰਦਾ ਹੋਵੇ ਤਾਂ ਮੰਨਿਆ ਜਾਂਦਾ, ਨਹੀਂ ਇਨਸਾਫ ਨਹੀਂ ਮਿਲਦਾ। ਇਸ ਕਰਕੇ ਕੌਣ ਗਰੀਬ ਨੂੰ ਇਨਸਾਫ ਦੇਗਾ? ਕੰਟੈਕਟ ਫਾਰਮ 'ਚ ਗੱਲਾਂ ਕੀਤੀਆਂ ਜਾ ਰਹੀਆਂ, ਸੁਪਨੇ ਦਿਖਾਏ ਰਹੇ ਨੇ। ਇਹ ਸੁਪਨੇ ਨੇ। ਜੇ ਕਿਸਾਨ ਕਹਿੰਦਾ ਮੈਨੂੰ ਤਾਂ ਪਹਿਲੇ ਮੇਰੇ ਰਹਿਮ ਤੇ ਰਹਿਣ ਦਿਓ, ਜੋ ਮੇਰੀ ਹਾਲਤ ਸੀ ਪਹਿਲਾਂ, ਤੁਸੀਂ ਕਿਉਂ ਭੱਜਦੇ ਹੋ? ਜੋ ਉਸ ਕੋਈ ਕਮੀ ਪੇਸ਼ੀ ਜੇ ਸਰਕਾਰ ਨੂੰ ਕੋਈ ਹੈਗਾ ਕਿ ਸਾਨੂੰ ਆਹ ਤਕਲੀਫ ਹੈ, ਕਿਸਾਨਾਂ ਨਾਲ ਬੈਠ ਕੇ ਕਿਸਾਨ ਹੈ, ਪੰਜਾਬ ਦਾ ਕਿਸਾਨ, ਹਿੰਦੁਸਤਾਨ ਦਾ ਕਿਸਾਨ ਬਹੁਤ ਅੱਗੇ ਵਧੂ ਹੈ। ਅੱਜ ਕਿਸਾਨ ਜਿਹੜਾ ਉਹ ਭੋਲਾ ਨਹੀਂ ਰਹਿ ਗਿਆ, ਉਹਨੂੰ ਸਭ ਪਤਾ ਹੈ ਕੀ ਹੋ ਗਿਆ। ਜੋ ਖੇਤੀ ਕੰਮ ਕਰਦਾ ਉਹਦੇ ਕੱਪੜੇ ਮਾੜੇ ਮੋਟੇ ਲਿਬੜੇ ਨੇ, ਜਾਂ ਉਹਦੇ ਤੇ ਮਿੱਟੀ ਪਈ ਹੋਈ ਹੈ, ਅਕਲ ਤੇ ਤਾਂ ਕੋਈ, ਅਕਲ ਤਾਂ ਬੜੀ ਉਹਦੀ ਉੱਚੀ ਹੈ। ਇਸ ਕਰਕੇ ਅੱਜ ਉਸ ਦਿੱਲੀ ਸਰਕਾਰ ਨੂੰ ਮੈਂ ਅੱਜ ਵੀ ਐਡਵਾਈਸ ਕਰਦਾ ਕਿ ਇੱਕ ਬਹੁਤ ਵੱਡੀ ਜਦੋਜਹਿਦ ਹੈ, ਇਸ ਨੂੰ ਸਿੰਪਲੀ ਨਹੀਂ ਸਮਝਣਾ ਚਾਹੀਦਾ। ਇਹ ਸਿੰਪਲੀ ਸਮਝ ਰਹੇ ਨੇ ਕਿ ਕੋਈ ਗੱਲ ਨਹੀਂ, ਅਸੀਂ ਤੋੜ ਫੋੜ ਕਰ ਦਿਆਂਗੇ, ਖੰਡਿਆ ਦਿਆਂਗੇ, ਉਹ ਕਰ ਦਿਆਂਗੇ, ਥੱਕ ਜਾਣਗੇ। ਕਦੇ ਮੂਵਮੈਂਟਾਂ ਥੱਕਦੀਆਂ ਨਹੀਂ ਹੁੰਦੀਆਂ, ਮੂਵਮੈਂਟਾਂ ਹੌਲੀ ਹੌਲੀ ਚੱਲਦੀਆਂ ਰਹਿੰਦੀਆਂ, ਕਿਸੇ ਵੇਲੇ ਘੱਟ ਕਿਸੇ ਵੇਲੇ ਵੱਧ। ਲੇਕਿਨ ਮੈਂ ਸਮਝਦਾ ਕਿ ਹਿੰਦੁਸਤਾਨ ਦਾ ਬੱਚਾ ਜੋ ਕਿਸਾਨ ਹੈ ਉਸ ਇਸ ਮੂਵਮੈਂਟ ਦੇ ਨਾਲ ਖੜਾ ਹੈ। ਕੋਈ ਭਾਵੇਂ ਫਰੰਟ ਤੇ ਹਿੱਸਾ ਪਾ ਰਿਹਾ ਹੈ, ਕੋਈ ਭਾਵੇਂ ਬੈਕ ਤੇ ਹਿੱਸਾ ਪਾ ਰਿਹਾ ਹੈ, ਕਿਸੇ ਤਰ੍ਹਾਂ ਵੀ ਹਿੱਸਾ ਪਾ ਰਿਹਾ, ਉਸ ਦਾ ਹਿੱਸਾ ਪੈ ਰਿਹਾ। ਇਸ ਕਰਕੇ ਮੈਂ ਹਿੰਦੁਸਤਾਨ ਗੌਰਮੈਂਟ ਨੂੰ ਅੱਜ ਵੀ ਕਹਾਂਗਾ ਕਿ ਕਿਸਾਨਾਂ ਨੂੰ ਬੁਲਾਓ, ਪਿਆਰ ਨਾਲ ਉਹਨਾਂ ਦੀ ਗੱਲ ਸੁਣੋ, ਇੱਕ ਦੂਜੇ ਸਮਝ ਕੇ। ਜੋ ਕਿਸਾਨਾਂ ਕਹਿੰਦੇ ਨੇ ਕਿ ਸਾਨੂੰ ਆਹ ਫਾਇਦਾ ਹੈ, ਜੇ ਤੁਸੀਂ ਫਾਇਦਾ ਦੇਣਾ ਚਾਹੁੰਦੇ ਹੋ ਤਾਂ ਫਿਰ ਉਹਨਾਂ ਦੇ ਮੁਤਾਬਕ ਦਿਓ। ਤੁਸੀਂ ਕਹਿ ਰਹੇ ਹੋ ਅਸੀਂ ਫਾਇਦਾ ਦਿੰਦੇ ਹਾਂ, ਉਹ ਕਹਿੰਦੇ ਸਾਨੂੰ ਫਾਇਦਾ ਨਹੀਂ। ਤੇ ਤੁਸੀਂ ਜਦੋਂ ਫਾਇਦਾ ਦਿੰਦੇ ਹੋ, ਢੰਡੋਰਾ ਪਿੱਟ ਰਹੇ ਹੋ ਦੁਨੀਆ 'ਚ ਕਿ ਅਸੀਂ ਹਿੰਦੁਸਤਾਨ ਦੇ ਕਿਸਾਨ ਨੂੰ ਡਬਲ ਇਨਕਮ ਕਰ ਦਿਆਂਗੇ, ਉਹ ਖੂਹ ਛਾਲ ਮਾਰੀ ਜਾਂਦਾ। ਰੋਜ਼ ਕਿੰਨੀਆਂ ਖੁਦਕੁਸ਼ੀਆਂ ਹੁੰਦੀਆਂ ਨੇ, ਅੰਕੜੇ ਦੇਖ ਲਓ। 3 ਮਿੰਟ 'ਚ ਇੱਕ ਖੁਦਕੁਸ਼ੀ ਹੁੰਦੀ ਹੈ ਕਿਸਾਨ ਦੀ। ਦੁਨੀਆ 'ਚ ਕਿਸਾਨ ਕਦੇ ਖੁਦਕੁਸ਼ੀ ਨਹੀਂ ਸੀ ਕਰਦਾ ਇਹ ਤੋਂ ਪਹਿਲਾਂ, ਇਹ ਹੁਣ ਕਰਨ ਲੱਗਿਆ 5-10 ਸਾਲਾਂ ਦਾ। ਸੋ ਇਸ ਕਰਕੇ ਮੈਂ ਅੱਜ ਵੀ ਤੁਹਾਡੇ ਚੈਨਲ ਰਾਹੀਂ ਕਹਿਣਾ ਹਿੰਦੁਸਤਾਨ ਸਰਕਾਰ ਨੂੰ ਕਿ ਇਹ ਦੇਸ਼ ਦੇ ਵਿੱਚ ਕਿਸਾਨ ਤੁਹਾਡਾ ਇੱਕ ਉਹ ਰੀੜ੍ਹ ਦੀ ਹੱਡੀ ਹੈ। ਅੱਜ ਜਦੋਂ ਇਹ ਕੋਵਿਡ-19 ਆਇਆ, ਸਾਰਾ ਦੁਨੀਆ ਦਾ ਰੇਲ ਠੱਪ, ਜਹਾਜ਼ ਠੱਪ, ਬੱਸਾਂ ਠੱਪ, ਫੈਕਟਰੀਆਂ, ਇੰਡਸਟਰੀਆਂ, ਸਭ ਕਾਰੋਬਾਰ ਠੱਪ। ਲੇਕਿਨ ਇਕੱਲਾ ਕਿਸਾਨ ਸੀ ਜਿਸ ਨੇ ਕੋਵਿਡ ਦੇ ਹੁੰਦੇ ਹੋਏ ਖੇਤੀ ਨਾਲ ਭੰਡਾਰ ਭਰਤੇ, ਤੇ ਅੱਜ ਉਹ ਗਰੀਬ, ਉਹਨਾਂ ਦੀ ਪੈਦਾ ਕੀਤੀ ਫਸਲ ਗਰੀਬ ਦੇ ਢਿੱਡ 'ਚ ਅਨਾਜ ਆ ਰਿਹਾ, ਨਹੀਂ ਦੇ ਗਰੀਬ ਭੁੱਖਾ ਮਰ ਜਾਂਦਾ। ਅੱਜ ਉਸ ਅਨਾਜ ਦੇ ਸਿਰ 'ਤੇ ਮੰਡੀਆਂ ਚੱਲ ਰਹੀਆਂ ਨੇ, ਛੋਟੀਆਂ ਦੁਕਾਨਾਂ ਚੱਲ ਰਹੀਆਂ ਨੇ, ਜਿਹੜਾ ਉਹ ਸਰਕੂਲੇਸ਼ਨ ਹੋਈ ਉਸ ਪੈਸੇ ਦੀ। ਅਗਰ ਕਿਸਾਨ ਵੀ ਨਾ ਇਹ ਕਰਦਾ, ਬਾਕੀ ਠੱਪ ਸੀ, ਇਹ ਤਾਂ ਸਾਰਾ ਦੇਸ਼ ਹੀ ਭੁੱਖ ਨਾਲ ਮਰ ਜਾਂਦਾ ਜਾਂ ਲੁੱਟ-ਪਾਟ ਸ਼ੁਰੂ ਹੋ ਜਾਂਦੀ। ਇਸ ਕਰਕੇ ਕਿਸਾਨ ਦੀ ਬੜੀ ਵੱਡੀ ਹੈਗੀ ਜਿਹੜੀ ਉਹਦੀ ਕਮਾਈ ਹੈ। ਬਿਲਕੁਲ ਸਹੀ। ਭੁੰਦੜ ਸਾਹਿਬ, ਆਹ ਠੱਪ ਦੀ ਤੁਸੀਂ ਗੱਲ ਕੀਤੀ, ਹੁਣ ਜੇ ਰੇਲਾਂ ਇੰਨਾ ਚਿਰ ਬੰਦ ਰਹਿ ਸਕਦੀਆਂ, ਸਰਕਾਰ ਕਰ ਸਕਦੀ ਹੈ, ਤੇ ਹੁਣ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਤੇ ਉਦੋਂ ਸਾਰੀ ਲੜਾਈ ਉਹਨਾਂ ਨੇ ਲਿਆਣ ਕੇ ਤੇ ਰੇਲਾਂ 'ਤੇ ਰੱਖ ਦਿੱਤੀ ਕਿ ਵੀ ਹਾਂਜੀ ਪਹਿਲਾਂ ਕਹਿੰਦੇ ਸੀ ਪਟੜੀਆਂ ਤੋਂ ਪਾਸੇ ਜਾਓ, ਫਿਰ ਕਹਿੰਦੇ ਸਟੇਸ਼ਨਾਂ ਤੋਂ ਪਾਸੇ ਜਾਓ, ਫਿਰ ਕਹਿੰਦੇ ਜੀ ਅਸੀਂ ਗੁਡਸ ਟ੍ਰੇਨਾਂ ਤਾਂ ਚਲਾਵਾਂਗੇ ਜੇ ਪੈਸੰਜਰ ਟ੍ਰੇਨਾਂ ਨਾਲ ਚੱਲਣ ਦਿਓਗੇ। ਇਹ ਜਿਹੜੀ ਇਸ ਵਕਤ ਜ਼ਿੱਦਬਾਜ਼ੀ ਹੈ ਬੀਜੇਪੀ ਦੀ ਜਾਂ ਕੇਂਦਰ ਵਾਲੀ ਸਰਕਾਰ ਦੀ, ਇਹਨੂੰ ਕਿਵੇਂ ਦੇਖਦੇ ਹੋ ਵੀ ਇਹ ਇਸ ਕਰਕੇ ਕੀਤੀ ਜਾ ਰਹੀ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਆਮ ਲੋਕ ਨੇ ਜਾਂ ਜਿਹੜਾ ਵਪਾਰੀ ਵਰਗ ਹੈ ਜਾਂ ਜਿਹੜੇ ਹੋਰ ਵਰਗ ਨੇ ਉਹੀ ਕਿਸਾਨਾਂ ਦੇ ਨਾਲ ਟਕਰਾ ਜਾਣ, ਜਾਂ ਕੋਈ ਹੋਰ ਕਾਰਨ ਸਮਝਦੇ ਹੋ ਸਾਰੀ ਕੁਛ? ਤਾਂ ਦੇਖੋ ਜੀ, ਜਿਹੜਾ ਇਹ ਕੁਛ ਹੋ ਰਿਹਾ ਹੈ ਇਹ ਇੰਡਾਇਰੈਕਟਲੀ ਪੰਜਾਬ ਦੀ ਆਰਥਿਕ ਨਾਕੇਬੰਦੀ ਹੋ ਰਹੀ ਹੈ। ਇਸ ਤੋਂ ਪਹਿਲਾਂ ਘੱਟੋ ਘੱਟ 25 ਸਾਲ ਹੋ ਗਏ, 20 ਜਾਂ 25, ਉੱਤਰਾਂਚਲ, ਹਿਮਾਚਲ, ਜੰਮੂ ਕਸ਼ਮੀਰ 10% ਟੈਕਸ ਦੀ ਰਿਆਇਤ ਹੈ ਉਹਨਾਂ ਇੰਡਸਟਰੀਆਂ ਨੂੰ। ਸਾਡੇ ਨਾਲ 2 ਸਟੇਟਾਂ ਦੀ ਹੱਦ ਲੱਗਦੀ ਹੈ, ਸਾਡੀ ਸਾਰੀ ਇੰਡਸਟਰੀ ਉੱਥੇ ਚਲੀ ਗਈ। ਜਿਹਦੇ ਜੇ ਤੁਸੀਂ ਚੀਜ਼ 100 'ਚ ਪੈਦਾ ਕੀਤੀ, ਅਸੀਂ 100 'ਚ ਪੈਦਾ ਕੀਤੀ, ਤੁਹਾਡੀ ਚੀਜ਼ 110 ਪੈ ਗਏ 10 ਰੁਪਏ ਟੈਕਸ ਨਾਲ, ਅਤੇ ਸਾਡੇ 10 ਘੱਟ ਕੇ 90 'ਚ ਪੈ ਗਏ, ਤਾਂ ਸਾਡੀ ਚੀਜ਼ ਤਾਂ ਅਸੀਂ 5 ਰੁਪਏ 'ਤੇ ਵੇਚੀ ਜਾਵਾਂਗੇ, 95 'ਚ ਵੀ ਫਾਇਦਾ ਹੈ, ਤੁਹਾਨੂੰ 110 'ਚ ਵੀ ਫਾਇਦਾ ਨਹੀਂ, ਕੌਣ ਖਰੀਦੇਗਾ? ਸਾਰੀ ਸਾਡੀ ਇੰਡਸਟਰੀ ਉੱਡ ਗਈ ਹੈ। ਪਹਿਲਾਂ ਆਰਮੀ 'ਚ 33% ਭਰਤੀ ਹੁੰਦੀ ਸੀ ਸਾਡੀ ਅੰਗਰੇਜ਼ਾਂ ਵੇਲੇ, ਉਹ ਘੱਟ ਕੇ 1.5% ਕਰਤੀ, ਆਬਾਦੀ ਦੇ ਲਿਹਾਜ਼ ਨਾਲ ਕਰਤੀ, ਨਾ ਕਿ ਛਾਤੀ ਅਤੇ ਕੱਦ ਦੇ ਲਿਹਾਜ਼ ਨਾਲ, ਜਿਹੜਾ ਕਿ ਦੇਸ਼ ਦੇ ਅੱਗੇ ਮਰਨਾ ਸ਼ਹੀਦ ਹੋਣਾ ਹੈ। ਉਦੋਂ ਲੋੜ ਹੈ, ਫਿਰ ਉਦੋਂ ਦੇਸ਼ ਬਾਬਰ ਮੋਹੇ ਕਹਿੰਦਾ ਸਾਨੂੰ ਅੱਗੇ ਕਰਦੇ, ਭਾਵੇਂ ਕਾਰਗਿਲ ਹੈ, ਭਾਵੇਂ ਪਾਕਿਸਤਾਨ ਦੀ ਹੱਦ ਹੈ, ਭਾਵੇਂ ਚੀਨ ਦੀ ਹੱਦ ਹੈ। ਇਸ ਕਰਕੇ ਭਾਵੇਂ ਆਰਮੀ ਦੀ ਭਰਤੀ ਹੈ, ਭਾਵੇਂ ਸਾਡੀ ਇੰਡਸਟਰੀ ਆ, ਉਹ ਖਤਮ ਕਰਤੀ। ਦਰਿਆਵਾਂ ਦਾ ਪਾਣੀ ਸਾਡਾ ਖੋਹ ਲਿਆ। ਪਹਿਲਾਂ ਤਾਂ 60% ਪਾਣੀ ਰਾਜਸਥਾਨ ਨੂੰ ਦੇਤਾ, ਜਿਹੜਾ ਰਹਿ ਗਿਆ 40 ਉਹ 'ਚੋਂ ਫੇਰ ਅੱਧਾ ਵੰਡ ਲਿਆ, ਅੱਧੇ ਵੰਡੇ 'ਚੋਂ ਫੇਰ ਹੋਰ ਖੋਣ ਨੂੰ ਤਿਆਰ ਬੈਠੇ ਨੇ। ਸਾਡੇ ਕੋਲੇ 100% 'ਚੋਂ ਇਸ ਵੇਲੇ 22% ਪਾਣੀ ਹੈ, 22 'ਚੋਂ ਵੀ ਦਰਿਆ ਘੱਟ ਕੇ 18% ਪਾਣੀ ਹੈ। ਪਾਣੀ ਸਾਡਾ ਮੁੱਕ ਗਿਆ, ਇੰਡਸਟਰੀ ਸਾਡੀ ਖਤਮ ਹੋ ਗਈ,
ਆਰਮੀ ਸਾਡਾ ਹੈ ਨਹੀਂ, ਬਿਜ਼ਨਸ ਇੱਥੇ ਆ ਨਹੀਂ ਰਿਹਾ, ਬਾਰਡਰ ਦਾ ਸੂਬਾ, ਰਾ ਮਟੀਰੀਅਲ ਨਹੀਂ, ਸਮੁੰਦਰ ਤੋਂ ਦੂਰ ਹੈ, ਇਸ ਲਿਹਾਜ਼ ਨਾਲ ਵੀ ਇੰਡਸਟਰੀ ਦਾ। ਤੀਸਰਾ ਬਾਰਡਰ ਸਟੇਟ ਹੈ, ਹਰੇਕ ਇੰਡਸਟਰੀ ਵੱਡੀ ਡਰਦੀ ਹੈ, ਪਤਾ ਨਹੀਂ ਕੱਲ੍ਹ ਨੂੰ ਹਮਲਾ ਹੋ ਜੇ। ਹਮੇਸ਼ਾ ਹਮਲੇ ਇੱਥੋਂ ਹੁੰਦੇ ਨੇ, ਕਦੇ ਇੱਧਰੋਂ ਹੁੰਦਾ ਹੈ, ਜੰਮੂ ਕਸ਼ਮੀਰ ਵੱਲੋਂ ਉੱਪਰੋਂ ਆ ਜਾਂਦਾ ਤਿੱਬਤ ਤੋਂ, ਤਾਂ ਸਾਥੋਂ 200 ਕਿਲੋਮੀਟਰ ਹੈ, ਇੱਧਰ ਤਾਂ ਹੱਦ ਤੇ ਹੀ ਹੈ, ਜਿਵੇਂ ਕੰਧ ਨਾਲ ਕੰਧ ਹੈ, ਇੱਥੋਂ ਰੋਜ਼ ਬੰਬ ਚੱਲਦੇ ਨੇਗੇ। ਇਸ ਕਰਕੇ ਸਾਨੂੰ 4 ਚੁਫੇਰੇ ਮਾਰਿਆ ਜਾ ਰਿਹਾ। ਅੱਜ ਇਸ ਨਾਲ ਹੋਰ ਸਾਡੀ ਵੱਡੀ ਆਰਥਿਕ ਨਾਕਾਬੰਦੀ ਹੋ ਗਈ ਹੈ। ਇਨਡਾਇਰੈਕਟਲੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਮੈਂ ਸਮਝਦਾ ਪੰਜਾਬ ਦਾ ਨੁਕਸਾਨ ਨਹੀਂ, ਪੰਜਾਬ ਦੇਸ਼ ਦੀ ਇੱਕ ਖੜਗ ਭੁਜਾ ਸੀ, ਭਾਵੇਂ ਉਹ ਜਵਾਨ ਸੀ, ਭਾਵੇਂ ਉਹ ਕਿਸਾਨ ਸੀ। ਜਵਾਨ ਵੀ ਦੇਸ਼ ਦੀ ਬਾਰਡਰ 'ਤੇ ਹਮੇਸ਼ਾ ਰੱਖਿਆ ਕਰਦਾ ਰਿਹਾ, ਮੂਹਰੇ ਹੋ ਕੇ ਲੜਦਾ ਰਿਹਾ, ਮੂੰਹ ਮੋੜੇ ਦੁਸ਼ਮਣਾਂ ਦੇ। ਅੰਗਰੇਜ਼ ਕੱਢਣ ਵਾਸਤੇ ਜਲਿਆਂਵਾਲੇ ਬਾਗ ਦੇ ਸਾਕੇ, ਕਰਤਾਰ ਸਿੰਘ ਸਰਾਭੇ ਵਰਗੇ ਕਿਤੇ 7-7 ਬੰਦੇ ਜਿਹੜੇ 18-18 19-19 ਸਾਲ 'ਚ ਉਮਰ 'ਚ ਫਾਂਸੀਆਂ ਦੇ ਰੱਸੇ ਚੁੰਮੇ ਨੇ, ਉਹ ਕਹਿ ਸਕਦੇ ਸੀ ਕਿ ਅਸੀਂ ਤਾਂ ਇਹ ਗਲਤੀ ਕਰ ਲਈ ਹੈ, ਬਚ ਸਕਦੇ ਸੀ। ਲੇਕਿਨ 18-19 ਸਾਲ, 18.5 ਸਾਲ ਦੀ ਉਮਰ ਸੀ ਸਰਾਭੇ ਦੀ, ਭਗਤ ਸਿੰਘ ਦੀ 21 ਸਾਲ ਦੀ ਉਮਰ ਸੀ। ਬੰਬ ਸਿੱਟਣ ਵੇਲੇ ਉਹਨੇ ਕਿਹਾ ਮੈਂ ਅੱਤਵਾਦੀ ਨਹੀਂ, ਮੈਂ ਜਗਾਉਣਾ, ਨਹੀਂ ਤਾਂ ਬੰਬ ਵਿੱਚ ਸਿੱਟ ਕੇ ਮਾਰ ਸਕਦਾ ਸੀ। ਉਹ ਕਹਿੰਦਾ ਵਿਚਾਲੇ ਸਿੱਟਿਆ ਤਾਂ ਕਿ ਕੋਈ ਮਰੇ ਨਾ, ਜਗਾਉਣਾ ਅੰਗਰੇਜ਼ ਨੂੰ ਕਿ ਹੁਣ ਤੁਹਾਡਾ ਸਮਾਂ ਖਤਮ ਹੋ ਗਿਆ। ਉਹ ਕੌਮ ਨੂੰ, ਜਿਹੜੀ ਐਡੀ ਬਹਾਦਰਾਂ ਦੀ ਕੌਮ ਹੈ, ਉਸ ਪੰਜਾਬੀਆਂ ਨੂੰ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਡਿਸਟਰਬ ਕਰਦੇ ਹੋ। ਇਹ ਦੇਸ਼ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ। ਮੈਂ ਪਿਆਰ ਨਾਲ, ਕਿਉਂਕਿ ਸਾਡਾ ਤਾਂ ਕਿਤੇ ਦੇਸ਼ ਹੀ ਹੈ ਨਹੀਂ, ਸਾਡਾ ਦੇਸ਼ ਹਿੰਦੁਸਤਾਨ ਹੈ। ਅਸੀਂ ਕਿਉਂ ਪਾਕਿਸਤਾਨ ਦੀਆਂ 12 ਛੱਡਦੇ? 10 ਲੱਖ ਲੋਕ ਉਦੋਂ ਮਰਵਾਏ, ਘਰ ਘਾਟ ਛੱਡੇ, ਕਿੰਨਾ ਬੁਰਾ ਹਾਲ, ਆ ਕੇ ਸਭ ਕੁਝ ਖਤਮ ਕਰਕੇ ਇਕੱਲੇ ਕੁੜਤੇ ਪਜਾਮੇ 'ਚ ਆ ਕੇ ਇੱਥੇ ਆ ਕੇ ਦੌਰਾਬਾਹੀਆਂ ਕਰਨ ਲੱਗੇ। 20-20 ਸਾਲ ਤੋਂ ਬਾਅਦ ਮਸਾਂ ਅਸੀਂ ਕਾਇਮ ਹੋਏ ਹਾਂ। ਅੱਜ ਫਿਰ ਸਾਡੇ ਨਾਲ ਉਹੀ ਹਾਲ ਹੋ ਰਿਹਾ, ਸਾਡੀ ਆਰਥਿਕ ਨਾਕਾਬੰਦੀ ਹੋ ਰਹੀ ਹੈ, ਸਾਨੂੰ ਹਰ ਪੱਖੋਂ ਨਪੀੜਿਆ ਜਾ ਰਿਹਾ। ਇਸ ਕਰਕੇ ਮੈਂ ਕਹਿਣਾ ਚਾਹਾਂਗਾ ਸੈਂਟਰ ਸਰਕਾਰ ਨੂੰ ਕਿ ਹੋਸ਼ ਕਰੋ, ਸਿਆਣਪ ਤੋਂ ਕੰਮ ਲਓ। ਅਸੀਂ ਦੇਸ਼ ਦੇ ਰਾਖੇ ਹਾਂ, ਸਾਨੂੰ ਤੁਸੀਂ ਇਸ ਤਰ੍ਹਾਂ ਨਾ ਸਮਝੋ ਕਿ ਜਿਵੇਂ ਅਸੀਂ ਦੇਸ਼ ਦੇ ਵਿਰੋਧੀ ਹਾਂ। ਇਹ ਦੇਸ਼ ਸਾਡਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਸਾਰੇ ਦੇਸ਼ 'ਚੋਂ ਛੱਡ ਕੇ ਕੀਤੇ। ਗੁਰੂ ਤੇਗ ਬਹਾਦਰ ਨੇ ਦਿੱਲੀ ਜਾ ਕੇ ਸੀਸ ਇਸ ਕਰਕੇ ਦਿੱਤਾ ਕਿ ਜਨੇਊ ਨਹੀਂ ਸੀ ਪਹਿਨਦਾ, ਕਿ ਨਹੀਂ ਮੈਂ ਕਿਸੇ 'ਤੇ ਜ਼ੁਲਮ ਹੁੰਦਾ ਦੇਖ ਨਹੀਂ ਸਕਦਾ, ਮੇਰੇ ਵਾਸਤੇ ਧਰਮ ਨਹੀਂ, ਮੇਰੇ ਵਾਸਤੇ ਇਨਸਾਨ ਪਿਆਰਾ, ਇਨਸਾਨ 'ਚ ਰੱਬ ਵਸਦਾ ਹੈ। ਉਸ ਕੌਮ ਦੇ ਤੁਸੀਂ ਅੱਗੇ ਬੱਚਿਆਂ ਨੂੰ, ਉਸ ਕੌਮ ਦੇ ਜਿਹੜੀ ਅੱਗੇ ਔਲਾਦ ਹੈ, ਉਸ ਨੂੰ ਤੁਸੀਂ ਇਹ ਕਰ ਰਹੇ ਹੋ। ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਇਹਨਾਂ ਚੀਜ਼ਾਂ ਨੂੰ ਦੇਖੋ, ਇਹ ਦੇਸ਼ ਦੇ ਭਲੇ ਵਾਸਤੇ ਨਹੀਂ ਹੋ ਰਿਹਾ, ਬੁਰੇ ਵਾਸਤੇ ਹੋ ਰਿਹਾ। ਸੋਚੋ, ਸਮਝੋ ਔਰ ਸਿਆਣਪ ਨਾਲ ਕੰਮ ਲੈ ਕੇ ਇਸ ਮਸਲੇ ਨੂੰ ਨਿਬੇੜੋ। ਭੁੰਦੜ ਸਾਹਿਬ, ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਜਾਣਨੀ ਚਾਹੁੰਦਾ, ਹੁਣ ਜਿੱਦਾਂ ਕਿਉਂਕਿ ਜ਼ਿਆਦਾ ਤੁਸੀਂ ਦਿੱਲੀ 'ਚ ਵਿਚਰਦੇ ਰਹੇ ਹੋ ਅਤੇ ਹੁਣ ਵੀ ਉੱਥੋਂ ਦੇ ਲੀਡਰਾਂ ਦੇ ਨਾਲ ਬਹਿਣੀ ਉੱਠਣੀ ਹੈ, ਗੱਲਬਾਤ ਵੀ ਹੁੰਦੀ ਹੋਏਗੀ। ਇਹ ਇੱਕ ਪਾਸੇ ਤਾਂ ਹੋਊਗੀ ਫਾਰਮਲ ਗੱਲਬਾਤ ਕਿ ਆਪਾਂ NDA 'ਚੋਂ ਬਾਹਰ ਆ ਗਏ, ਉਸ ਤੋਂ ਬਾਅਦ ਆਪਾਂ ਜਿਹੜਾ ਗੱਠਜੋੜ ਉਹਨੂੰ ਤੋੜ ਲਿਆ ਜਾਂ ਲਾਂਭੇ ਕਰ ਲਿਆ। ਕੋਈ ਇਹੋ ਜਿਹਾ ਮੌਕਾ ਵੀ ਆਇਆ ਕੋਈ ਫੋਨ 'ਤੇ ਜਾਂ ਜਿਹਨੂੰ ਆਪਾਂ ਇਨਫਾਰਮਲ, ਜਿਹੜੀ ਇੱਕ ਫਾਰਮਲ ਮਿਲਣੀ ਨਾ ਹੋਵੇ, ਵੈਸੇ ਗੱਲ ਕੀਤੀ ਹੋਏ ਕਿ ਯਾਰ ਇਸ ਚੀਜ਼ ਨੂੰ ਸਮਝਾਉਣ ਦੀ ਲੋੜ ਹੈ, ਇਸ ਚੀਜ਼ ਨੂੰ ਹੱਲ ਕਰਨ ਦੀ ਲੋੜ ਹੈ? ਕੋਈ ਇਹੋ ਜਿਹਾ ਮੌਕਾ ਵੀ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫੇ ਤੋਂ ਪਹਿਲਾਂ? ਅਸੀਂ ਸਾਰੇ ਯਤਨ ਮਿਲ ਕੇ ਕੀਤੇ, ਜਿੰਨੇ ਵੀ ਯਤਨ ਸੀ। ਅੱਛਾ ਜੀ। ਇੱਕ ਵਾਰ ਨਹੀਂ, ਬਾਰ-ਬਾਰ ਮਿਲ ਕੇ ਕੀਤੇ, ਬਾਰ-ਬਾਰ ਜਾ ਕੇ ਕਿਹਾ। ਉਹਨਾਂ ਨੇ ਸਾਡੇ ਕਹਿਣ 'ਤੇ ਬਿਆਨ ਵੀ ਦਿੱਤਾ ਮਿਨਿਸਟਰ ਨੇ ਕਿ ਇਹ ਰਹੇਗਾ। ਫਿਰ ਯੂਨੀਅਨ ਨੇ ਕਿਹਾ ਕਿ ਨਹੀਂ, ਬਿਆਨ 'ਤੇ ਭਰੋਸਾ ਨਹੀਂ। ਫਿਰ ਉਹਨੇ ਇੱਕ ਲਿਖਤੀ ਚਿੱਠੀ ਵੀ ਕੀਤੀ, ਉਹਦੇ 'ਚ ਵੀ ਇਹੀ ਲਿਖਿਆ। ਉਹ ਕਹਿੰਦੇ ਨਹੀਂ, ਇਹ ਚਿੱਠੀ 'ਚ ਉਹ ਚੀਜ਼ ਨਹੀਂ ਗਰੰਟੀ ਵਾਲੀ। ਅਸੀਂ ਉਹਨੂੰ ਕਿਹਾ ਕਿ ਨਾ ਤੁਹਾਡੀ ਚਿੱਠੀ ਮੰਨੀ ਹੈ, ਅਸੀਂ ਤਾਂ ਸੁਲ੍ਹਾ ਕਰਾਉਣ ਦੇ ਹੱਕ ਸੀ ਵੀ ਮਸਲਾ ਨਾ ਵਿਗੜੇ, ਨਾ ਤੁਹਾਡੀ ਚਿੱਠੀ ਨੂੰ ਮੰਨਿਆ, ਨਾ ਤੁਹਾਡੇ ਬਿਆਨ ਨੂੰ ਮੰਨਿਆ। ਤੁਸੀਂ ਕਿਉਂ ਨਾ ਬੁਲਾ ਕੇ ਉਹਨਾਂ ਦੀ ਗੱਲ ਸਾਰੀ ਸੁਣ ਕੇ ਤਾਂ ਫੈਸਲਾ ਕਰ ਲਓ, ਇਸ ਨੂੰ ਡੈਫਰ ਕਰ ਦਿਓ, ਇਸ ਨੂੰ ਅਗਲੇ ਸੈਸ਼ਨ 'ਤੇ ਲੈ ਜਾਓ, ਜੋ ਉਹਨਾਂ ਦੇ ਸ਼ੰਕੇ ਨੇ ਦੂਰ ਕਰਨ ਵਾਸਤੇ ਉਹ ਸੋਧ ਕਰ ਲਓ। ਲੇਕਿਨ ਅਖੀਰ ਸਾਰੀਆਂ ਗੱਲਾਂ ਕਰਨ ਤੋਂ ਬਾਅਦ 2 ਦਿਨ ਪਹਿਲਾਂ ਸਾਡੀ ਗੱਲ ਬਿਲਕੁਲ ਮੁੱਕ ਗਈ, ਜਦੋਂ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਆਹ ਗੱਲ ਪਾਰਲੀਮੈਂਟ 'ਚ ਕਹਿ ਸਕਦੇ ਹਾਂ, ਲਿਖਤੀ 'ਚ ਅਸੀਂ ਕੁਛ ਨਹੀਂ ਲਿਆਉਂਦੇ। ਅਤੇ ਅਸੀਂ ਕਿਹਾ ਵੀ ਇਸ ਗੱਲ ਨਾਲ ਤਾਂ ਦੇਖੋ ਜਥੇਬੰਦੀਆਂ ਮੰਨ ਨਹੀਂ ਰਹੀਆਂ, ਅਸੀਂ ਨਹੀਂ, ਸਾਡੇ ਵੀ ਨਹੀਂ ਮਨ 'ਤੇ ਜੱਚ ਰਹੀ ਕਿ ਕਿਸੇ ਵੇਲੇ ਵੀ ਮੁੱਕਰਿਆ ਜਾ ਸਕਦਾ। ਲੋੜ ਖਤਮ ਤੁਹਾਨੂੰ ਹੋ ਗਿਆ ਹੁਣ ਅਨਾਜ ਦੇਸ਼ 'ਚ ਤੁਹਾਡੇ ਸਮਝ, ਲੇਕਿਨ ਕੱਲ੍ਹ ਨੂੰ ਪਤਾ ਨਹੀਂ ਕਦੋਂ ਤੁਹਾਨੂੰ ਲੋੜ ਪੈ ਜਾਣੀ। ਅੱਜ ਦੁਨੀਆ 'ਚ ਨਵਾਂ ਫੇਰ ਹਾਲਾਤ ਪੈਦਾ ਹੋ ਰਹੇ ਨੇ ਭੁੱਖਮਰੀ ਦੇ, ਫੇਰ ਦੁਨੀਆ 'ਚ 20-22 ਮੁਲਕਾਂ 'ਚ ਭੁੱਖਮਰੀ ਬੜੀ ਵੱਧ ਰਹੀ ਹੈ, ਅਨਾਜ ਦੀ ਫੇਰ ਲੋੜ ਪੈਣੀ ਹੈ। ਤੁਸੀਂ ਇਹਦੀ ਕੁਆਲਿਟੀ ਸੁਧਾਰੋ, ਵੱਡੇ ਸਟੋਰ ਬਣਾਓ, 3-3 ਸਾਲ 4-4 ਸਾਲ ਵਿਗੜੋ ਨਾ, ਤੁਸੀਂ ਐਕਸਪੋਰਟ ਕਰੋ, ਤੁਹਾਨੂੰ ਇਹਦਾ ਫਾਇਦਾ ਹੋਵੇ। ਉਹ ਚੀਜ਼ਾਂ ਜਿਹੜੀਆਂ ਮੰਗਾਉਂਦੇ ਹੋ ਉਹ ਇੱਥੇ ਵੱਧ ਪੈਦਾ ਕਰੋ, ਕਿਸਾਨ ਨੂੰ ਇਨਸੈਂਟਿਵ ਦੇ ਕੇ ਬੰਦ ਕਰੋ ਫੋਰਨ ਐਕਸਚੇਂਜ ਨੂੰ ਤੁਸੀਂ ਬਰਬਾਦ ਕਰਨ ਨੂੰ। ਲੇਕਿਨ ਇੱਧਰ ਨੂੰ ਨਹੀਂ ਜਾ ਰਹੇ, ਕਿਸਾਨ ਨੂੰ ਜਿਹੜਾ ਤੰਗ ਕਰਨ ਵੱਲ ਜਾ ਰਹੇ ਆ। ਮੈਂ ਸਮਝਦਾ ਕਿ ਪਤਾ ਨਹੀਂ ਕਿਉਂ ਇਹ ਜਿਹੜੀ ਬਿਊਰੋਕਰੇਸੀ ਆ ਉਹ ਇਹ ਕਰਾ ਰਹੀ ਹੈ, ਜਾਂ ਇਹਨਾਂ ਦਾ ਆਪਦਾ ਦਿਮਾਗ ਹੀ ਇਹ ਕਰ ਰਿਹਾ, ਰੱਬ ਜਾਣੇ। ਤਾਂ ਹੁਣ ਇਹਨਾਂ ਨੂੰ ਪਤਾ ਹੈ, ਇਹ ਵੀ ਕਹਿੰਦੇ ਨੇ ਅਸੀਂ ਤਾਂ ਦੇਸ਼ ਦੇ ਭਲੇ 'ਚ ਗੱਲ ਕਰਦੇ ਹਾਂ। ਲੇਕਿਨ ਮੈਂ ਸਮਝਦਾ ਕਿ ਜੇ ਮਰੀਜ਼ ਕਹਿੰਦਾ ਮੈਂ ਮਰ ਰਿਹਾ, ਇਹ ਕਹਿੰਦਾ ਟੀਕਾ ਲਾਉਣਾ ਭਲਾ ਕਰ ਰਿਹਾ, ਤੇ ਫਿਰ ਇਹ ਕਿਉਂ ਇਹ ਪਾਸੇ ਤੁਰੇ ਹੋਏ ਆ? ਅੱਛਾ ਭੁੰਦੜ ਸਾਹਿਬ, ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਕਹਿੰਦੇ ਵੀ ਦੇਖੋ BJP ਵਾਲਿਆਂ ਨੂੰ ਬੜਾ ਚਾਅ ਆ ਕਿ ਅਸੀਂ ਇਕੱਲਿਆਂ ਨੇ ਇਲੈਕਸ਼ਨ ਲੜਨੀ, ਅੱਜ ਦੇ ਨਹੀਂ ਬੜੇ ਚਿਰ ਤੋਂ ਕਹਿੰਦੇ ਨੇ।
ਤੇ ਆਪਾਂ ਉਹਨਾਂ ਦੇ ਲੀਡਰਾਂ ਦੇ ਬਿਆਨ ਵੀ ਸੁਣਦੇ ਹਾਂ ਕਿ ਅਸੀਂ ਤਾਂ ਜੀ 117 ਦੀ 117 ਸੀਟਾਂ ਲੜਨੀਆਂ ਤੇ ਜਿੱਤਣੀਆਂ, ਦੇਖਿਓ ਅਸੀਂ ਬੱਲੇ ਬੱਲੇ ਕਰਾ ਦਿਆਂਗੇ। ਕਿਵੇਂ ਦੇਖਦੇ ਹੋ ਬੀਜੇਪੀ ਦੀ ਇਸ ਰਣਨੀਤੀ ਨੂੰ ਕਿ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜਨ ਜੋਗੀ ਹੈਗੀ ਹੈ ਬੀਜੇਪੀ? ਦੇਖੋ, ਮੇਰੀ ਆਦਤ ਕਿਸੇ ਨੂੰ ਛੋਟਾ ਵੱਡਾ ਕਹਿਣ ਦੀ ਹੈ ਨਹੀਂ। ਮੈਂ ਹਮੇਸ਼ਾ ਜ਼ਿੰਦਗੀ 'ਚ ਘੱਟ ਤੋਂ ਘੱਟ ਗੱਲ ਕਰੀਦੀ ਹੈ ਔਰ ਕਿਸੇ ਨੂੰ ਲਫ਼ਜ਼ ਕੌੜਾ ਕਹਿਣ ਤੋਂ ਵੀ ਬਚੀਦਾ, ਕਿਉਂਕਿ ਸਿਆਸਤ ਕੋਈ ਲੜਾਈ ਨਹੀਂ ਹੁੰਦੀ, ਸਿਆਸਤ ਖਿਆਲਾਂ ਦੀ ਲੜਾਈ ਹੈ। ਅਸੀਂ ਦੇਸ਼ ਨੂੰ ਸਾਰੇ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ, ਸਾਰੀਆਂ ਪਾਰਟੀਆਂ ਅੱਗੇ ਲਿਜਾਣਾ ਚਾਹੁੰਦੀਆਂ ਨੇ। ਇਹ ਲੋਕਾਂ ਨੇ ਦੇਖਣਾ ਕਿਹੜੀ ਪਾਰਟੀ ਸਾਡੇ ਫੇਵਰ 'ਚ ਜਾਂਦੀ ਹੈ। ਸੋ ਇਸ ਕਰਕੇ ਡੈਮੋਕ੍ਰੇਸੀ 'ਚ ਹਰ ਇੱਕ ਦਾ ਚੋਣਾਂ ਲੜਨਾ ਫਰਜ਼ ਹੈ। ਜਦੋਂ ਸਾਡੀ ਗੱਲਬਾਤ ਟੁੱਟ ਗਈ ਹੈ, ਕੋਈ ਗੱਲ ਨਹੀਂ, ਉਹਨਾਂ ਨੇ 117 ਲੜਨੀਆਂ, ਜੇ ਇੱਥੇ ਵਧਾ ਸਕਦੇ ਨੇ 118 ਲੜ ਲੈਣ। ਮੈਂ ਤਾਂ ਕਹਿੰਦਾ ਕੋਈ ਗੱਲ ਨਹੀਂ, ਪਾਰਟੀਆਂ ਨੇ ਤਾਂ ਲੜਨਾ ਹੁੰਦਾ, ਚੋਣ ਲੜਨ ਵਾਸਤੇ ਤਾਂ ਚੋਣ ਲੜਨੀ ਹੈ। ਜੇ ਇਹ ਨਾ ਲੜਨਗੇ ਫਿਰ ਕਿ ਅਸੀਂ ਬਗੈਰ ਚੋਣਾਂ ਲੜੇ ਜਿੱਤ ਜਾਵਾਂਗੇ? ਫਿਰ ਵੀ ਪਾਰਟੀਆਂ ਤਾਂ ਖੜੀਆਂ ਨਹੀਂ। ਇਸ ਕਰਕੇ ਕੋਈ ਨਹੀਂ, ਜਿੱਥੇ ਬੀਜੇਪੀ ਹੈ, ਜਿੱਥੇ ਕਾਂਗਰਸ ਹੈ, ਫਿਰ ਆਪ ਵਾਲੇ ਹੈ, ਕੋਈ ਨਾ ਕੋਈ ਆਜ਼ਾਦ ਆ ਜਾਂਦਾ ਹੈ, ਅਤੇ ਫਿਰ ਹੋਰ ਵੀ ਇੱਕ ਬੈਂਸ ਧੜਾ ਖੜਾ ਹੈਗਾ, ਅਤੇ ਇੱਕ BSP ਖੜੀ ਹੈ, ਕਮਿਊਨਿਸਟ ਪਾਰਟੀਆਂ ਖੜੀਆਂ ਨੇ, ਉੱਥੇ BJP ਆ ਜਾਏਗੀ। ਜੀ ਆਉਂਦਿਆਂ ਨੂੰ ਵੈਲਕਮ। ਅੱਛਾ, ਇੱਕ ਚੀਜ਼ ਭੁੰਦਰ ਸਾਹਿਬ ਹੋਰ ਮੇਰੇ ਦਿਮਾਗ 'ਚ ਆ ਗਈ ਕਿ ਜਦੋਂ ਹਰਿਆਣੇ ਦੇ ਵਿੱਚ ਇਲੈਕਸ਼ਨ ਸੀ ਨਾ ਜੀ, ਉਦੋਂ ਵੀ ਮੈਨੂੰ ਯਾਦ ਹੈ ਕਿ ਤੁਸੀਂ ਗੱਲਬਾਤ ਕਰਦੇ ਸੀ ਬੀਜੇਪੀ ਦੇ ਨਾਲ ਕਿ ਕਿੰਨੀਆਂ ਸੀਟਾਂ ਦੀ ਆਪਾਂ ਵੰਡ ਕਰਨੀ ਹੈ ਤੇ ਕਿੰਨੀਆਂ ਸੀਟਾਂ ਅਕਾਲੀ ਦਲ ਨੂੰ ਦੇਣੀਆਂ ਨੇ ਬੀਜੇਪੀ ਨੇ, ਤੇ ਕਿੰਨੀਆਂ ਦੇ ਉੱਪਰ ਇਲੈਕਸ਼ਨ ਲੜੀ ਜਾਊਗੀ। ਉੱਥੇ ਵੀ ਗੱਲ ਨੇਪਰੇ ਨਹੀਂ ਚੜੀ। ਫਿਰ ਜਦੋਂ ਦਿੱਲੀ ਦੀ ਗੱਲ ਆਈ, ਉਹ ਵੀ ਆਖਰੀ ਦਿਨ ਤੱਕ ਨੇਪਰੇ ਨਹੀਂ ਚੜੀ। ਫਿਰ ਆਪਾਂ ਉਦੋਂ ਇੱਕ ਵਾਰ ਰੁੱਸ ਕੇ ਪਾਸੇ ਵੀ ਆ ਗਏ, ਸਾਈਡ 'ਤੇ ਵੀ ਚਲੇ ਗਏ। ਇਹ ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਦੀ ਪਹਿਲਾਂ ਤੋਂ ਹੀ ਇਹ ਸੀ ਕਿ ਵੀ ਅਸੀਂ ਪਾਸੇ ਹੋ ਜਾਣਾ, ਅਸੀਂ ਪੰਜਾਬ 'ਚ ਵੀ ਨਾਤਾ ਤੋੜਨ ਨੂੰ ਫਿਰਦੇ, ਅਸੀਂ ਤੇ ਬਾਹਰਲੀਆਂ ਸੂਬਿਆਂ 'ਚ ਤਾਂ ਅਸੀਂ ਨਾਤਾ ਪਾਉਣਾ ਹੀ ਨਹੀਂ? ਉਹ ਉਦੋਂ ਤੋਂ ਤੁਹਾਨੂੰ ਉਹਨਾਂ ਦੀ ਮਨਸ਼ਾ ਕਿਹੋ ਜਿਹੀ ਜਾਪਦੀ ਸੀ? ਦੇਖੋ, ਸਾਡੇ ਨਾਲ ਉੱਪਰਲੇ ਲੈਵਲ 'ਤੇ ਜਿਹੜੀ ਉਹਨਾਂ ਦੀ ਹਾਈ ਕਮਾਂਡ ਸੀ, ਉਸ ਲੈਵਲ 'ਤੇ ਗੱਲਾਂ ਹੁੰਦੀਆਂ ਨੇ। ਜਦੋਂ ਪਾਰਲੀਮੈਂਟ ਆਈ, ਪਹਿਲਾਂ ਸਾਨੂੰ ਸੀਟਾਂ ਦੇਣ ਦੀ ਗੱਲ ਆਖੀ। 3 ਦਿਨ ਪਹਿਲਾਂ ਆ ਕੇ ਕਹਿੰਦੇ ਜੀ ਹੁਣ ਲੇਟ ਹੋ ਗਿਆ, ਤੁਸੀਂ ਸੀਟਾਂ ਤੋਂ ਬਗੈਰ ਸਾਡੀ ਮਦਦ ਕਰ ਦਿਓ, ਅਸੀਂ ਹਰਿਆਣੇ 'ਚ ਤੁਹਾਨੂੰ ਜਿਹੜਾ ਹੈਗਾ ਸੀਟਾਂ ਦੇਵਾਂਗੇ। ਇਹ ਗੱਲ ਸਾਡੀ ਹਾਈ ਕਮਾਂਡ ਦੇ ਵਿੱਚ ਹੋਈ। 3-4 ਜਣੇ ਅਸੀਂ ਸੀ, ਉਹਨਾਂ ਦੇ ਸੀਨੀਅਰ ਹਾਈ ਕਮਾਂਡ ਸੀ, ਮੈਂ ਨਾਂ ਨਹੀਂ ਲੈਂਦਾ। ਉਸ ਤੋਂ ਬਾਅਦ ਉਸ ਸਟੇਟਮੈਂਟ ਨੂੰ ਅਸੀਂ ਕਿਹਾ ਠੀਕ ਹੈ। ਅਸੀਂ ਹਰਿਆਣੇ ਜਦੋਂ ਬੈਠੇ, ਖੱਟਰ ਸਾਹਿਬ ਅਤੇ ਉਹਨਾਂ ਦੇ ਨਾਲ ਪ੍ਰੈਜ਼ੀਡੈਂਟ BJP ਦੇ, ਅਤੇ ਇੱਧਰੋਂ ਮੇਰੇ ਨਾਲ ਹਰਿਆਣਾ ਸਟੇਟ ਦੇ ਪ੍ਰੈਜ਼ੀਡੈਂਟ ਅਤੇ ਮੈਂ ਨਾਲ ਬੈਠਾ, ਸਾਡੇ 4-5 ਬੰਦੇ ਸਕੱਤਰ ਹੋਰ ਬੈਠੇ, ਤਾਂ ਕਿ ਸਾਰਿਆਂ 'ਚ ਗੱਲ ਹੋਵੇ, ਮੈਨੂੰ ਇਕੱਲੇ ਨਾ ਆਖਣ। ਤਾਂ ਉੱਥੇ ਸਾਂਝੀ ਜੁਆਇੰਟ ਸਟੇਟਮੈਂਟ ਦਿੱਤੀ। ਖੱਟਰ ਜੀ ਪਹਿਲਾਂ ਬੋਲੇ ਕਿ ਹਾਂ, ਦਿੱਲੀ ਹਾਈ ਕਮਾਂਡ ਨੇ ਕਿਹਾ ਕਿ ਹੁਣ ਅਕਾਲੀ ਦਲ ਸਾਡੀ ਜਿਹੜੀ ਹੈਗਾ ਉਹ ਬਗੈਰ ਉਸਦੇ ਮਦਦ ਕਰੇਗਾ, ਅਨਕੰਡੀਸ਼ਨਲ, ਲੇਕਿਨ ਹਰਿਆਣੇ 'ਚ ਆ ਕੇ ਅਸੀਂ ਇਹਨਾਂ ਨੂੰ ਬਾਇਜ਼ਤ ਐਡਜਸਟਮੈਂਟ ਦੇਵਾਂਗੇ। ਅਤੇ ਮੈਂ ਵੀ ਇਹੀ ਕਿਹਾ ਕਿ ਗੱਲ ਹੋਈ ਹੈ, ਹਾਂ ਅਸੀਂ ਇਹਦੇ 'ਤੇ ਕਾਇਮ ਹਾਂ। ਇਸ ਕਰਕੇ ਅਸੀਂ ਹੁਣ ਬਗੈਰ ਸੀਟਾਂ ਦੇ, ਕਿਉਂਕਿ ਅਸੀਂ ਹਰਿਆਣੇ 'ਚ ਵੀ ਮੰਗਦੇ ਸੀ, ਅਸੀਂ ਦਿੱਲੀ ਮੰਗਦੇ ਸੀ, ਪਹਿਲਾਂ ਸਾਨੂੰ ਦਿੰਦੇ ਸੀ, ਫਿਰ ਆਖਰੀ ਸਮੇਂ 'ਤੇ ਉਹਨਾਂ ਦੇ ਮਨ 'ਚ ਕੀ ਆਇਆ, ਅਸੀਂ ਵੀ ਸੋਚਿਆ ਵੀ ਕੀ ਚੱਲ 1 ਜਾਂ 2 ਸੀਟਾਂ ਪਿੱਛੇ ਚਲੋ ਐਡਾ ਲੰਬਾ ਸਮਝੌਤਾ ਨਾ ਤੋੜੀਏ, ਠੀਕ ਹੈ, ਅਸੀਂ ਵੀ ਮੰਨ ਲਿਆ। ਲੇਕਿਨ ਜਦੋਂ ਆਈ ਅਸੈਂਬਲੀ, ਪਹਿਲਾਂ ਸਾਨੂੰ ਕਹੀ ਗਏ, ਜਦੋਂ ਟਾਈਮ ਆਇਆ ਕਹਿੰਦੇ ਜੀ ਹੁਣ ਤਾਂ ਕੋਈ ਸੀਟ ਹੈ ਨਹੀਂ, 2 ਲੈ ਲਓ। ਅੱਛਾ, ਫਿਰ ਸਾਨੂੰ ਘੱਟੋ ਘੱਟ 25 ਜਾਂ 32 ਸੀਟਾਂ 'ਤੇ ਜਿਹੜਾ ਹੈ ਉਹ 100% ਜਿਹੜੀ ਹੈ ਆਬਾਦੀ ਹੈ ਜਾਂ ਅਕਾਲੀ ਦਲ ਦੀ ਜਿਹੜੀ ਵੋਟ ਹੈ ਉਹ ਫਰਕ ਪਾਉਂਦੀ ਹੈ ਹਰਿਆਣੇ 'ਚ, ਔਰ UP 'ਚ ਪਾਉਂਦੀ ਹੈ, ਦਿੱਲੀ 'ਚ ਪਾਉਂਦੀ ਹੈ। ਫਿਰ ਦਿੱਲੀ ਵੀ ਇਹੀ ਹੋਇਆ। ਦਿੱਲੀ ਵੀ 2-3 ਦਿਨ ਪਹਿਲਾਂ ਤੱਕ ਕਹੀ ਗਏ, ਆਖਰ 'ਚ ਕਹਿੰਦੇ ਜੀ ਹੁਣ ਤਾਂ ਕੋਈ ਸੀਟ ਹੈ ਨਹੀਂ, ਇਹ ਤਾਂ ਜੀ ਹੈ ਨਹੀਂ, 1 ਸੀਟ ਸਾਡੀ ਟਿਕਟ 'ਤੇ ਲੈਣੀ ਹੈ, ਲੈ ਲਓ। ਅਸੀਂ ਕਿਹਾ ਵੀਰੇ ਇਸ ਤੋਂ ਵੀ ਚੰਗੇ ਆ। ਸੋ ਇਸ ਕਰਕੇ ਮਨਸ਼ਾ ਉਹਨਾਂ ਦੀ ਕੀ ਹੈ, ਮੈਂ ਮਨਸ਼ਾ 'ਤੇ ਸਵਾਲ ਉਠਾਉਣਾ ਥੋੜ੍ਹਾ ਜਿਹਾ ਲਫ਼ਜ਼ ਕੌੜਾ ਹੁੰਦਾ ਹੈ, ਲੇਕਿਨ ਇਹਨਾਂ ਗੱਲਾਂ ਤੋਂ ਹੀ ਲੱਗਦਾ ਹੈ ਕਿ ਮਨਸ਼ਾ ਕੀ ਕਹਿੰਦੀ ਸੀ ਵੀ ਜੇ ਖਮਨੀ ਗੁੱਸੇ ਹੋ ਕੇ ਭੱਜ ਜਾਣ, ਸਾਡਾ ਆਪਣੀ ਆਪ ਹੀ ਗੱਲ ਬਣ ਜੇ ਵੀ ਅਸੀਂ ਨਾ ਕਰੀਏ। ਸੋ ਸਾਡੀ ਕੋਸ਼ਿਸ਼ ਸੀ ਕਿ ਨਹੀਂ, ਇਹ ਜਿਹੜਾ ਸਮਝੌਤਾ, ਇਹ ਸਮਝੌਤਾ ਹੋਰ ਟਾਈਪ ਸੀ। ਜਿਸ ਵੇਲੇ ਕਾਂਗਰਸ ਨੇ ਸਾਨੂੰ ਆਈਸੋਲੇਟ ਕੀਤਾ ਸੀ, ਦਿੱਲੀ ਦੇ ਕਤਲਾਮ ਜਾਂ ਹਰਮੰਦਰ ਸਾਹਿਬ ਦੇ ਹਮਲੇ, ਤਾਂ ਉਸ ਵੇਲੇ ਅਸੀਂ ਇੱਕ ਨੈਸ਼ਨਲ ਜਿਹੜਾ ਸੀ ਇੱਥੋਂ ਦਾ ਆਬਾਦੀ, ਅਸੀਂ ਉਹਦੇ ਨਾਲ ਇੱਕ ਐਸਾ ਗੱਠਜੋੜ ਕੀਤਾ ਸੀ ਤਾਂ ਕਿ ਜਿਹੜਾ ਸਾਡਾ ਦੇਸ਼ ਹੈ ਉਹਦੇ 'ਚ ਇਹ ਨਾ ਲੜਾਈਆਂ ਆਉਣ ਕਿ ਜਾਤ ਪਾਤ ਜਾਂ ਕੌਮਾਂ ਦੀ ਲੜਾਈਆਂ। ਠੀਕ ਹੈ, ਦਿੱਲੀ ਵਾਲਿਆਂ ਨੇ ਸਾਨੂੰ ਨਿਹੱਥੇ ਕਹਿ ਕਰਕੇ ਸਿੱਖ ਕਰਕੇ ਮਾਰਿਆ, ਰਾਜੀਵ ਗਾਂਧੀ ਨੇ, ਅਤੇ ਲੇਕਿਨ ਅਸੀਂ ਅੱਗੇ ਨਾ ਇਸ ਨੂੰ ਵਧਣ ਦਈਏ। ਸਾਡਾ ਹਿੰਦੁਸਤਾਨ 'ਚ ਸਾਰੀ ਥਾਂ ਥਾਂ 'ਤੇ ਸਿੱਖ ਬੈਠਾ, ਭਰਾ ਪੰਜਾਬੀ ਬੈਠਾ ਹੈ, ਅਸੀਂ ਇਸ ਗੱਲ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਪੰਜਾਬ 'ਚ ਅਸੀਂ ਹੋਣ ਹੀ ਨਾ ਦਈਏ। ਕਿੱਡੇ ਕਿੱਡੇ ਹੋ ਗਏ ਪੰਜਾਬ 'ਚ, ਕਦੇ ਤੁਸੀਂ ਹਿੰਦੂ ਸਿੱਖ ਝਗੜਾ ਨਹੀਂ ਦੇਖਿਆ ਹੋਣਾ। ਇਹ ਸਾਡੇ ਗੁਰੂਆਂ ਦਾ ਸਿਧਾਂਤ ਹੈ, ਸਰਬੱਤ ਦਾ ਭਲਾ ਅਤੇ ਸਭ 'ਚ ਰੱਬ ਨੂੰ ਮੰਨਣਾ। ਇਸ ਕਰਕੇ ਸਾਡੇ ਮਨ 'ਚ ਤਾਂ ਇਹ ਗੱਲਾਂ ਸੀਗੀਆਂ, ਲੇਕਿਨ ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਸੀ, ਕਿਉਂ, ਇਸ ਕਰਕੇ ਇਹ ਉਸ ਵੇਲੇ ਤੋਂ ਹੀ ਹਾਲਾਤ ਬਣਦੇ ਆਏ। ਅਖੀਰ ਆ ਕੇ ਇਹ ਗੱਲ ਇਸ ਸੈਕਟ 'ਤੇ ਆ ਕੇ ਜਿਹੜਾ ਇੱਕ ਬਹੁਤ ਵੱਡਾ ਸੀ ਨਾ ਸਾਡੇ ਵਾਸਤੇ ਜਿੰਦ ਜਾਨ ਸੀ,
ਅਸੀਂ ਇਸ ਤੋਂ ਪਰਾਂ ਜਾ ਹੀ ਨਹੀਂ ਸੀ ਸਕਦੇ ਕਿਸਾਨੀ ਤੋਂ। ਜੀ ਤੋਂ ਲੜਦੀ ਕਿਸਾਨੀ ਅਕਾਲੀ ਦਲ ਵਰਸਸ, ਜੇ ਕਿਸਾਨੀ ਕਹਿ ਲਓ ਕਿਸਾਨੀ ਨੂੰ ਅਕਾਲੀ ਦਲ ਕਹਿ ਲਓ, ਜਾਂ ਸਿੱਖ ਕਹਿ ਲਓ ਜਾਂ ਸਿੱਖ ਨੂੰ ਕਿਸਾਨੀ ਕਹਿ ਲਓ, ਇਹ ਤਾਂ ਦੁਨੀਆ 'ਚ ਹੈ। ਇਸ ਕਰਕੇ ਪੰਜਾਬੀ ਜਾਂ ਸਿੱਖ ਦੁਨੀਆ ਦਾ ਮੰਨਿਆ ਹੋਇਆ ਕਿਸਾਨ ਹੈ। ਹਿੰਦੁਸਤਾਨ ਦੇ ਵਿੱਚ ਅਸਾਮ 'ਚ, ਮੱਧ ਪ੍ਰਦੇਸ਼ 'ਚ, ਆਂਧਰਾ ਪ੍ਰਦੇਸ਼ 'ਚ, ਉੱਥੇ ਉਸ ਵੇਲੇ ਦੇ ਰਾਜੇ ਲੈ ਕੇ ਗਏ ਸਾਡੀਆਂ ਫੌਜਾਂ ਨੂੰ। ਮੱਧ ਪ੍ਰਦੇਸ਼ ਉਸ ਵੇਲੇ ਦੇ 150 ਸਾਲ ਪਹਿਲਾਂ ਉੱਥੋਂ ਦਾ ਰਾਜਾ ਲੈ ਕੇ ਗਿਆ ਕਿਸਾਨੀ ਵਾਸਤੇ ਸਾਡੇ ਬੰਦਿਆਂ ਨੂੰ, 150 ਸਾਲ ਦੇ ਗਏ ਹੋਏ ਬੰਦੇ ਨੇ। ਅਸਾਮ ਸਾਡੇ ਬੰਦਿਆਂ ਨੂੰ ਲੈ ਕੇ ਗਏ ਖੇਤੀ ਵਾਸਤੇ। ਇਸ ਕਰਕੇ ਸਾਡੇ ਬੰਦਿਆਂ ਨੂੰ ਤਾਂ ਪਹਿਲਾਂ ਤੋਂ 200 ਸਾਲ ਤੋਂ ਸਰਕਾਰਾਂ ਮੰਨਦੀਆਂ ਸੀ ਕਿ ਪੰਜਾਬੀ ਨੇ ਜਿਹੜੇ ਸਭ ਤੋਂ ਵੱਧ ਖੇਤੀ ਵਾਲੇ ਕਾਬਲ ਲੋਕ ਨੇ। ਸੋ ਅਸੀਂ ਕਿਵੇਂ ਇੱਥੋਂ ਜਾ ਸਕਦੇ ਸੀ ਆਸੇ ਪਾਸੇ। ਪੁੰਦਰ ਸਾਹਿਬ, ਇੱਕ ਚੀਜ਼ ਤਾਂ ਮੈਨੂੰ ਕਲੀਅਰ ਹੋ ਗਈ ਤੁਹਾਡੀਆਂ ਗੱਲਾਂ ਤੋਂ ਕਿ ਵੀ ਤੁਹਾਨੂੰ ਥੋੜਾ ਮਨਸ਼ਾ ਦਾ ਪਤਾ ਲੱਗ ਗਿਆ ਸੀ। ਇਸੇ ਕਰਕੇ ਹੁਣ ਜਦੋਂ ਖੇਤੀ ਕਾਨੂੰਨਾਂ ਦੀ ਗੱਲ ਆਈ ਤੇ ਤੁਸੀਂ ਰਿਟਰਨ 'ਚ ਚਾਹੁੰਦੇ ਸੀ ਸਾਰਾ ਕੁਝ, ਤੁਹਾਨੂੰ ਪਤਾ ਸੀ ਵੀ ਇਹ ਮੌਕੇ 'ਤੇ ਜਾ ਕੇ ਬਾਅਦ 'ਚ ਮੁੱਕਰ ਵੀ ਜਾਂਦੇ ਹੁੰਦੇ। ਮੇਰਾ ਖਿਆਲ ਵੀ ਇਹੀ ਇੱਕ ਕਾਰਨ ਬਣਿਆ ਹੋਊਗਾ ਜਿਹਦਾ ਕਰਕੇ ਤੁਸੀਂ ਅਖੀਰ ਸੋਚਿਆ ਵੀ ਆਪਾਂ ਵੱਖ ਹੋ ਜਾਈਏ, ਨਹੀਂ ਤਾਂ ਕੱਲ੍ਹ ਨੂੰ ਪੰਜਾਬ 'ਚ ਜਵਾਬ ਕੀ ਦੇਣਗੇ। ਬਿਲਕੁਲ ਦਰੁਸਤ ਹੈ ਕਿ ਜਦੋਂ ਇਹਨਾਂ ਨੇ ਲਿਖਤੀ ਨਾ ਦਿੱਤਾ, ਹੁਣ ਵੀ ਕਿੱਥੇ ਗੱਲ ਫਸੀ ਹੋਈ ਹੈ। ਹੁਣ ਵੀ ਇਹੀ ਕਿਸਾਨ ਕਹਿੰਦੇ ਨੇ ਕਿ ਸਾਨੂੰ ਲਿਖਤੀ ਇੱਕ ਲਾਈਨ ਦੇ ਦਿਓ, ਲੇਕਿਨ ਨਹੀਂ ਦਿੰਦੇ। ਜਾਂ ਲਿਖਤੀ ਇਹ ਲਾਈਨ ਦੇ ਦਿਓ ਕਿ ਜੇ MSP ਤੋਂ ਘੱਟ ਓਪਨ ਮਾਰਕੀਟ 'ਚ ਕੋਈ ਖਰੀਦੂਗਾ ਅਸੀਂ ਉਹਨੂੰ ਜੁਰਮਾਨਾ ਲਾਵਾਂਗੇ, ਕੈਦ ਕਰਾਂਗੇ। ਜਾਂ ਇਹ ਲਾਈਨ ਪਾ ਦਿਓ ਤੇ ਨਾਲ ਪਾ ਦਿਓ ਕਿ MSP ਜਿਹੜੀ ਹੈਗੀ ਉਹ ਅਨਾਊਂਸ ਕਰਦੇ ਰਹਾਂਗੇ ਸਮੇਂ ਦੇ ਮੁਤਾਬਕ, ਪ੍ਰਾਈਸ ਇੰਡੈਕਸ ਦੇ ਮੁਤਾਬਕ। ਜੇ MSP ਅਨਾਊਂਸ ਕਰਨੋਂ ਹਟ ਕੇ ਫਿਰ ਵੀ ਕੋਈ ਫਾਇਦਾ ਨਹੀਂ। MSP ਤਾਂ ਇਹ ਅਨਾਊਂਸ ਕਰਨ ਨੂੰ ਕਹਿੰਦੇ ਨੇ, ਲੇਕਿਨ 100% ਅਸ਼ੋਰਡ ਨਹੀਂ ਉਹ ਓਪਨ ਮਾਰਕੀਟ ਛੱਡਦੇ ਨੇ। ਓਪਨ ਮਾਰਕੀਟ ਤਾਂ ਵਪਾਰੀ ਦੀ ਮਰਜ਼ੀ ਹੈ, ਜਦੋਂ ਉਹਦੇ 'ਤੇ ਕੋਈ ਪਾਬੰਦੀ ਨਹੀਂ। ਜੇ ਤਾਂ ਉਹਦੇ 'ਤੇ ਪਾਬੰਦੀ ਹੋਵੇ, ਇੱਕ ਪੈਰਲਲ ਬੰਦਾ ਖੜਾ ਹੋਵੇ ਕਿ ਤੂੰ ਨਹੀਂ ਲੈਂਦਾ ਮੈਂ ਲਊਂ ਇੰਨੇ 'ਚ, ਫਿਰ ਤਾਂ ਉਸ ਤੋਂ ਉੱਪਰ ਲਵੇ। ਜਦੋਂ ਪੈਰਲਲ ਬੰਦਾ ਨਹੀਂ ਕੋਈ ਰਹਿ ਜਾਣਾ, ਸੈਂਟਰ ਗਵਰਨਮੈਂਟ ਖਰੀਦਦੀ ਹੈ, ਸੈਂਟਰ ਗਵਰਨਮੈਂਟ ਨਿਕਲ ਜੂਗੀ ਵਿੱਚੋਂ। ਸਟੇਟਾਂ ਕੋਲ ਤਾਂ ਪਾਵਰ ਹੀ ਹੈ ਨਹੀਂ। ਇਹਦੇ ਨਾਲ ਫੈਡਰਲ ਸਿਸਟਮ, ਇਸ ਨਾਲ ਫੈਡਰਲ ਸਿਸਟਮ ਵੀ ਪ੍ਰਭਾਵਿਤ ਹੋਇਆ। ਅਕਾਲੀ ਦਲ ਸਭ ਤੋਂ ਪਹਿਲਾਂ ਫੈਡਰਲ ਸਿਸਟਮ 'ਤੇ ਲੜ ਲਿਆ ਇਕੱਲਾ। ਇਸੇ ਕਰਕੇ ਜਿਹੜਾ ਜਿਸ ਵੇਲੇ ਹਰਿਮੰਦਰ ਸਾਹਿਬ ਦਾ ਹਮਲਾ ਦਿੱਲੀ ਦੇ ਖਿਲਾਫ, ਸਾਨੂੰ ਖਾਲਿਸਤਾਨੀ ਕਹਿ ਕੇ ਕੁੱਟਿਆ ਮਾਰਿਆ ਗਿਆ, ਲੇਕਿਨ ਖਾਲਿਸਤਾਨੀ ਨਹੀਂ ਸੀ। ਅਸੀਂ ਕਹਿੰਦੇ ਸੀ ਕਿ ਸਿਸਟਮ ਫੈਡਰਲ ਕਰੋ ਦੇਸ਼ ਦਾ, ਤੁਸੀਂ ਸਟੇਟਾਂ ਨੂੰ ਮਾਰ ਰਹੇ। ਹੁਣ ਤਾਂ ਉਸ ਤੋਂ ਵੀ ਬੁਰਾ ਹਾਲ ਹੋ ਗਿਆ ਸਟੇਟਾਂ ਦਾ GST ਤੋਂ ਬਾਅਦ। ਤਾਂ ਅਬ ਕਾਨੂੰਨ ਕਾਨੂੰਨ ਆ ਗਿਆ, GST ਆ ਗਿਆ, ਹੋਰ ਕਾਨੂੰਨ ਆਈ ਜਾਂਦੇ ਨੇ, ਸਾਰੇ ਸੈਂਟਰ ਦੇ ਕਾਨੂੰਨ ਲਾਗੂ ਹੋਏ ਜਾਂਦੇ, ਸਟੇਟ ਕੋਲ ਫੰਡਿੰਗ ਹੋ ਰਿਹਾ, ਮਿਊਨਿਸਪੈਲਿਟੀਆਂ ਬਣ ਗਈਆਂ। ਸੋ ਇਸ ਕਰਕੇ ਫੈਡਰਲ ਸਿਸਟਮ ਨਾਲ ਵੀ ਲਿੰਕ ਹੈ। ਔਰ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਅਸੀਂ ਇਕੱਲੇ ਸੀ ਜਿਨ੍ਹਾਂ ਨੂੰ ਕੁੱਟਿਆ ਗਿਆ, ਹੁਣ ਤਾਂ ਕਾਂਗਰਸ ਵੀ ਉਸੇ ਜਦ 'ਚ ਆ ਗਈ। ਹੁਣ ਤਾਂ ਕਾਂਗਰਸ ਵੀ ਚੀਕਾਂ ਮਾਰਦੀ ਹੈ ਕਿ ਤੁਸੀਂ ਸਾਨੂੰ ਫੰਡ ਦਿਓ। ਹੁਣ ਕਿਉਂ ਕਹਿੰਦੇ ਸਾਡੇ ਫੰਡ ਨਹੀਂ ਦਿੱਤੇ ਦਿੱਲੀ ਵਾਲਿਆਂ ਨੇ? ਉਦੋਂ ਅਸੀਂ ਕਹਿੰਦੇ ਹੁੰਦੇ ਸੀ, ਉਦੋਂ ਕਹਿੰਦੇ ਸੀ ਖਾਲਿਸਤਾਨ ਮੰਗਦੇ ਨੇ। ਹੁਣ ਕਾਂਗਰਸ ਨੂੰ ਪੁੱਛਦੇ ਆ, ਹੁਣ ਬੋਲੋ ਕੀ ਮੰਗਦੇ ਹੋ? ਇਸ ਕਰਕੇ ਅਸੀਂ ਕਹਿੰਦੇ ਕਿ ਆਓ ਸਾਡੇ ਨਾਲ ਫੈਡਰਲ ਸਿਸਟਮ 'ਤੇ ਖੜੋ। ਇਹ ਦੇਸ਼ ਨੇ ਜੇ ਅੱਗੇ ਵਧਣਾ, ਫੈਡਰਲ ਸਿਸਟਮ ਚਾਹੀਦਾ ਇਸ ਦੇਸ਼ 'ਤੇ ਸਹੀ ਮਾਨਿਆਂ 'ਚ ਲਾਗੂ, ਜੋ ਸਾਡੇ ਵਿਧਾਨ ਦੇ ਵਿੱਚ ਸੀ। ਫੈਡਰਲ ਵਿਧਾਨ ਹੈ ਸਾਡਾ, ਯੂਨਿਟਰੀ ਟਾਈਪ ਹੈ ਨਹੀਂ। ਜੀ ਪੁੰਦਰ ਸਾਹਿਬ, ਇੱਕ ਚੀਜ਼ ਤੁਹਾਨੂੰ ਨਹੀਂ ਲੱਗਦਾ ਹੁਣ, ਕਿਉਂਕਿ ਇੰਨੇ ਪੁਰਾਣੇ ਤੁਸੀਂ ਸਿਆਸਤਦਾਨ ਹੋ, ਤੁਸੀਂ ਬੜੇ ਨੇੜਿਓਂ ਤੱਕਿਆ ਸਾਰਾ ਕੁਝ ਕਿ ਜੋ ਕਾਂਗਰਸ ਪਾਰਟੀ ਕਰਦੀ ਰਹੀ ਆ ਇਸ ਦੇਸ਼ ਦੇ ਵਿੱਚ, ਚਾਹੇ ਉਹ ਸੂਬਿਆਂ ਨਾਲ ਸੰਬੰਧਾਂ ਦੀ ਗੱਲ ਹੋਵੇ, ਹੁਣੇ ਜਿੱਦਾਂ ਤੁਸੀਂ ਜ਼ਿਕਰ ਕੀਤਾ, ਤੁਹਾਨੂੰ ਐਂ ਨਹੀਂ ਲੱਗਦਾ ਵੀ ਜੋ ਕੁਝ ਕਾਂਗਰਸ ਨੇ ਪਹਿਲਾਂ ਕਰਕੇ ਸਿਖਾਇਆ ਸੀ ਉਹੀ ਹੁਣ BJP ਵਾਲਿਆਂ ਦੇ ਹੱਥ ਆ ਗਿਆ ਤੇ ਹੁਣ ਕਾਂਗਰਸ ਕਾਬੂ ਆਈ ਹੈ? ਇੱਦਾਂ ਦੇਖੋ, ਇਸ ਵੇਲੇ ਤਾਂ ਹਾਲਾਤ ਉਹੀ ਹੋ ਗਏ ਨੇ ਕਿ ਉਸ ਤੋਂ ਇੱਕ ਕਦਮ ਕਰਮ ਅੱਗੇ ਚੱਲੇ ਜਾ ਰਹੇ ਨੇ। ਅੱਛਾ ਪੁੰਦਰ ਸਾਹਿਬ, ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਤੁਸੀਂ ਵੀ ਉੱਥੇ ਪਹੁੰਚੇ ਸੀ, ਉਹਦੇ ਬਾਰੇ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ, ਕਿਉਂਕਿ ਸਾਰੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ, ਪ੍ਰਧਾਨ ਜੀ ਪਹੁੰਚੇ, ਪਰ ਜਿਹੜਾ ਉੱਥੇ ਲੈਕਚਰ ਕਹਿ ਲਓ, ਭਾਸ਼ਣ ਕਹਿ ਲਓ, ਜਥੇਦਾਰ ਸਾਹਿਬ ਦਾ ਸੀਗਾ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ, ਉਹਦੇ 'ਤੇ ਸਿਆਸਤ ਬੜੀ ਗਰਮਾ ਗਈ। BJP ਨੇ ਵੀ ਉਸ ਚੀਜ਼ ਦਾ ਵਿਰੋਧ ਕੀਤਾ, ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ, ਸਿੱਖ ਹਲਕਿਆਂ ਦੇ ਵਿੱਚੋਂ ਵਿਰੋਧ ਹੋਇਆ। ਉਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਹੋ ਕਿ ਕੀ ਵਾਕਈ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹ ਸਹੀ ਹੈ, ਜਾਂ ਫਿਰ ਉਹ ਥੋੜ੍ਹਾ ਜਿਹਾ ਕਿਤੇ ਸਿਆਸਤ ਨੂੰ ਟੱਚ ਕਰ ਗਈ, ਜਾਂ ਸਿਆਸਤਦਾਨ ਭੜਕੇ ਨੇ? ਕੀ ਗੱਲ? ਪਹਿਲੀ ਗੱਲ ਤਾਂ ਹੈ ਕਿ ਸਿਆਸਤ ਜਿਹੜਾ ਹੈਗਾ ਉਹ ਸਾਡੇ ਖਾਣ ਪੀਣ 'ਚ ਵੀ ਸਿਆਸਤ ਹੈ। ਸਾਡੇ ਧਰਮ ਵਿੱਚ ਤਾਂ ਅਕਾਲ ਤਖਤ ਅਤੇ ਹਰਿਮੰਦਰ ਸਾਹਿਬ ਇਕੱਠੇ ਨੇ। ਇਸ ਕਰਕੇ ਸਿਆਸਤ ਨੂੰ ਤੋਂ ਤੁਸੀਂ, ਜੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿਤਾ ਅਤੇ ਉਹਨਾਂ ਨੂੰ ਜੇਲ੍ਹ 'ਚ ਡੱਕਤਾ, ਕੀ ਇਹ ਸਿਆਸਤ ਸੀ? ਇਹ ਤਾਂ ਇੱਕ ਇਨਸਾਫੀ ਆਵਾਜ਼ ਸੀ। ਇਸ ਕਰਕੇ ਜੇ ਸੱਚ ਦੀ ਆਵਾਜ਼ ਕੱਢਦਿਆਂ ਨੂੰ ਕੋਈ ਸਿਆਸਤ ਕਹਿੰਦਾ ਤਾਂ ਮੈਨੂੰ ਦੁੱਖ ਹੈ, ਭਾਵੇਂ ਉਹ ਜਥੇਬੰਦੀਆਂ ਨੇ ਕਿਹਾ, ਭਾਵੇਂ ਉਹ ਕਿਸੇ ਹੋਰ ਨੇ ਕਿਹਾ। ਮੈਂ ਕਹਿੰਦਾ ਜੋ ਸਿੰਘ ਸਾਹਿਬ ਹੈ, ਕਿਸੇ ਨੂੰ ਪਤਾ ਨਹੀਂ ਕਿ ਅਕਾਲ ਤਖਤ ਦੇ ਸਿੰਘ ਸਾਹਿਬ ਹੈ, ਦੁਨੀਆ ਕੋਈ ਬੋਲੇ ਉਹ ਆਜ਼ਾਦ ਹਸਤੀ ਹੈ। ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਜੜ ਨਾਲ ਬੰਨ੍ਹ ਲਿਆ, ਉਸ ਨਾਲ ਬੰਨ੍ਹ ਲਿਆ ਸੀ, ਬੇਰੀ ਨਾਲ,
ਤੇ ਕੋਰਡੇ ਮਾਰੇ ਸੀ ਮਹਾਰਾਜਾ ਰਣਜੀਤ ਸਿੰਘ ਦੇ, ਤੂੰ ਗਲਤੀ ਕੀਤੀ ਹੈ। ਜੇ ਮਹਾਰਾਜਾ ਆਜ਼ਾਦ ਮੰਨਿਆ ਜਾ ਸਕਦਾ ਹੈ ਬਾਬਾ ਕਾਲੀ ਫੂਲਾ ਸਿੰਘ ਨੇ ਉਸ ਵੇਲੇ ਦੇ ਜਥੇਦਾਰ ਨੇ, ਤਾਂ ਜਥੇਦਾਰ ਨੂੰ ਅਸੀਂ ਕਮੈਂਟ ਕਰ ਸਕਦੇ ਹਾਂ। ਕਈਆਂ ਨੂੰ ਭੁਲੇਖਾ ਕਿ ਖਬਰੀ ਉਹ ਜੀ ਜਥੇਦਾਰ ਜੀ ਐਂ ਕਹਿ ਗਏ। ਜਥੇਦਾਰ ਜੀ PhD ਹੈ, ਬੜੇ ਕਾਬਲ ਹੈ, ਪੜ੍ਹਦੇ ਰਹਿੰਦੇ ਆ, ਕਿਤਾਬਾਂ ਲਿਖੀਆਂ ਨੇ, ਦਿਨ ਰਾਤ ਪੜ੍ਹਦੇ ਹੈ, ਔਰ ਬੜੀ ਧਾਰਮਿਕ ਉਹਨਾਂ ਦੀ ਵਿੱਦਿਆ ਉੱਚੀ। PhD ਤੋਂ ਉੱਚੀ ਤਾਂ ਵਿੱਦਿਆ ਨਹੀਂ ਹੁੰਦੀ, ਧਰਮ ਦੀ PhD ਕੀਤੀ ਹੈ ਉਹਨਾਂ ਨੇ। ਇਸ ਕਰਕੇ ਜੇ ਉਹਨਾਂ ਨੇ ਕਿਹਾ ਉਹ ਆਪਣੀ ਆਤਮਾ ਦੀ ਆਵਾਜ਼ 'ਚੋਂ ਗੱਲਾਂ ਕਹੀਆਂ ਨੇ, ਉਹਨਾਂ ਨੂੰ ਕੋਈ ਗਲਤ ਇੱਧਰ ਜਾਂ ਇੱਧਰ ਆਪਦੇ ਤੇ ਕੋਈ ਨਾ ਲਿਜਾਵੇ। ਉਹਨਾਂ ਨੇ ਜੋ ਹਾਲਾਤ ਉਹਨਾਂ ਦੇ ਨਜ਼ਰ 'ਚ ਆਏ ਕੀਤੇ ਨੇ, ਉਹਨਾਂ ਨੂੰ ਕੋਈ ਇਹ ਵੀ ਨਾ ਸਮਝ ਲੈ ਕਿ ਕਿਸੇ ਨੇ ਉਹਨੂੰ ਸਿਖਾਇਆ। ਉਹ ਕਿਤੋਂ ਸਿੱਖਦੇ ਨੇ? ਉਹ ਤਾਂ ਆਪ ਹੀ PhD ਕੀਤੀ ਹੋਈ ਹੈ, ਸਾਡੇ ਤਾਂ ਕੋਈ PhD ਹੈ ਹੀ ਨਹੀਂ। ਇਸ ਕਰਕੇ ਜੋ ਕੁਛ ਉਹਨਾਂ ਨੇ ਕਿਹਾ ਆਪਣੀ ਆਤਮਾ ਦੀ ਆਵਾਜ਼ ਨਾਲ, ਜੋ ਗੁਰੂ ਮਹਾਰਾਜ ਦੇ ਉਸ ਸਟੇਜ ਤੋਂ ਗੁਰੂ ਨੇ ਉਹਨਾਂ ਨੂੰ ਕੋਈ, ਮੈਂ ਤਾਂ ਕਹਿਣਾ ਗੁਰੂ ਦੀ ਕਿਰਪਾ ਜੋ ਉਹਨਾਂ ਦੇ ਮੂੰਹ 'ਚੋਂ ਨਿਕਲਿਆ। ਹੁਣ ਮੈਂ ਬੋਲੀ ਜਾ ਰਿਹਾ, ਮੈਂ ਕੋਈ ਲਿਖਿਆ? ਮੈਂ ਕੋਈ ਤੁਸੀਂ ਮੈਨੂੰ ਦੱਸਿਆ ਪਹਿਲਾਂ ਵੀ ਆਹ ਬੋਲਣਾ ਤੇ ਮੈਂ ਆਹ ਬੋਲਣਾ। ਜੋ ਮੈਨੂੰ ਸਹੀ ਹੈ ਮੈਂ ਉਹ ਬੋਲ ਰਿਹਾ। ਮੈਨੂੰ ਨਹੀਂ ਪਤਾ ਮੇਰੇ ਕਿੰਨੀ ਮੈਂ ਗਲਤੀ ਕਹਿ ਰਿਹਾ ਕੀ ਨਾ, ਉਹ ਸੁਣਨ ਵਾਲਿਆਂ ਨੂੰ ਪਤਾ ਜਾਂ ਤੁਹਾਨੂੰ ਪਤਾ। ਲੇਕਿਨ ਜੋ ਆਤਮਾ ਦੀ ਆਵਾਜ਼ ਹੈ, ਸਿੰਘ ਸਾਹਿਬ ਬਹੁਤ ਉੱਚਾ ਅਹੁਦਾ ਹੁੰਦਾ। ਅਸੀਂ ਤਾਂ ਉਹ ਜੇ ਸਾਨੂੰ ਕੁਛ ਵੀ ਕਰਦੇ ਅਸੀਂ ਕਿੰਤੂ ਨਹੀਂ ਕਰ ਸਕਦੇ ਉੱਤੇ। ਕਿਸੇ ਸਿੱਖ ਨੂੰ ਕਿੰਤੂ ਕਰਨਾ ਨਹੀਂ ਚਾਹੀਦਾ, ਉਹ ਜਗ੍ਹਾ ਐਸੀ ਹੈਗੀ। ਇਸ ਕਰਕੇ ਉਸ ਨੂੰ ਸਿਆਸਤ ਜਿਹੜੇ ਬਣਾਉਂਦੇ ਨੇ ਉਹ ਆਪ ਗੁਨਾਹਗਾਰ ਲੋਕ ਨੇ। ਕੱਲ੍ਹ ਵੀ ਕੋਈ BJP ਵਾਲਿਆਂ ਨੇ ਕਮੈਂਟ ਕੀਤੇ ਨੇ, ਔਰ ਇੱਕ ਸਰਦਾਰ ਤੋਂ ਗਰੇਵਾਲ ਤੋਂ ਕਮੈਂਟ ਹੋ ਗਏ ਨੇ। ਮੈਂ ਗਰੇਵਾਲ ਨੂੰ ਕਹਾਂਗਾ ਕਿ ਮੈਂ ਕਿਸੇ ਨੂੰ ਕੌੜਾ ਨਹੀਂ ਬੋਲਦਾ ਕਿ ਗਰੇਵਾਲ ਸਾਹਿਬ, ਪਾਰਟੀਆਂ ਬੜੀ ਛੋਟੀ ਚੀਜ਼ ਹੈ, ਜ਼ਿੰਦਗੀ ਬੜੀ ਵੱਡੀ ਚੀਜ਼ ਹੈ, ਪਰਮਾਤਮਾ ਸਭ ਦਾ ਰਾਖਾ ਹੈ। ਇਸ ਕਰਕੇ ਕਦੇ ਕੈਡੀ ਉੱਚੀ ਹਸਤੀ ਨੂੰ ਤੁਸੀਂ ਇਹ ਲਫ਼ਜ਼ ਜਿਹੜੇ ਕਹੇ ਨੇ ਨਹੀਂ ਕਹਿਣੇ ਚਾਹੀਦੇ, ਤੁਹਾਨੂੰ ਵਾਪਸ ਲੈਣੇ ਚਾਹੀਦੇ ਨੇ। ਇਹ ਉਹਨਾਂ ਭੁੰਦੜ ਸਾਹਿਬ ਵਾਪਸ ਲੈ ਲਏ ਅੱਜ ਸ਼ਬਦ, ਪਰ ਚਲੋ ਗੱਲ ਤੁਹਾਡੀ ਸਹੀ ਹੈ ਕਿ ਜਿਹੜੀ ਚੀਜ਼ ਜਿੱਦਾਂ ਦੀ ਹੋਵੇ ਉਹਨੂੰ ਉਸ ਹਿਸਾਬ ਨਾਲ ਦੇਖਣਾ ਚਾਹੀਦਾ। ਹਰੇਕ ਚੀਜ਼ ਨੂੰ ਸਿਆਸਤ ਦਾ ਇੰਨਾ ਨੀਵਾਂ ਪੱਧਰ ਨਹੀਂ ਆਉਣਾ ਚਾਹੀਦਾ। ਪਰ ਇੱਕ ਭੁੰਦੜ ਸਾਹਿਬ ਜਿਹੜੀ ਕਹਿ ਲਓ ਇਮੇਜ ਬਣ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਕਿ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਕਮੀਆਂ ਪੇਸ਼ੀਆਂ ਸਿੱਖ ਸੰਗਤਾਂ ਨੂੰ ਨਜ਼ਰ ਆਉਂਦੀਆਂ ਨੇ, ਫਿਰ ਉਹਦੇ 'ਤੇ ਕਿੰਤੂ ਪ੍ਰੰਤੂ ਵੀ ਕਰਦੀਆਂ ਨੇ। ਉਹਨੂੰ ਕਿਵੇਂ ਦੇਖਦੇ ਹੋ ਕਿ ਵੀ ਉਹ ਜਿਹੜਾ ਪ੍ਰਬੰਧ ਦੇ ਵਿੱਚ ਬਹੁਤ ਲੰਮੇ ਚੌੜੇ, ਕਿਉਂਕਿ ਪ੍ਰਬੰਧ ਨੇ ਕਿਤੇ ਕਮੀਆਂ ਰਹਿ ਵੀ ਜਾਂਦੀਆਂ ਨੇ, ਵਾਰ-ਵਾਰ ਇਸ ਚੀਜ਼ ਦਾ ਐਕਸਕਿਊਜ਼ ਵੀ ਦਿੱਤਾ ਜਾਂਦਾ, ਪਰ ਫਿਰ ਵੀ ਜਿਹੜੇ ਉਹ ਆ ਗਈਆਂ ਕਮੀਆਂ ਕਮਜ਼ੋਰੀਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਇਹ ਕਾਨੂੰਨ ਹੈ, ਇਹ ਕਾਨੂੰਨ ਦੇ ਤਹਿਤ ਮੁਲਾਜ਼ਮਾਂ ਨੂੰ ਕੋਰਟ ਦੀ ਪ੍ਰੋਟੈਕਸ਼ਨ ਹੋ ਗਈ। ਉਹ ਪ੍ਰੋਟੈਕਸ਼ਨ ਨਾਲ ਜਿਹੜਾ ਧਰਮ ਦਾ ਅਸਰ ਸੀ, ਕਿੱਥੇ ਤੱਕ ਧਾਰਮਿਕ ਸੇਵਾ ਹੈ, ਇਹ ਸੀ ਜਿਹੜੇ ਮੁਲਾਜ਼ਮ ਧਾਰਮਿਕ ਸੇਵਾ ਦੇ ਬਦਲੇ ਉਹਨਾਂ ਨੂੰ ਰਹਿਣ ਸਹਿਣ ਵਾਸਤੇ ਉਹ ਭੱਤਾ ਦੇਣਾ, ਤਨਖਾਹ ਨਹੀਂ ਸੀ, ਗੁਜ਼ਾਰਾ ਭੱਤਾ ਸੇਵਾ ਦਾ। ਅਤੇ ਉਹਨਾਂ ਦਾ ਸੀ ਕਿ ਅਸੀਂ ਨੌਕਰੀ ਨਹੀਂ ਕਰਦੇ, ਅਸੀਂ ਸੇਵਾ ਕਰਦੇ ਹਾਂ। ਲੇਕਿਨ ਅੱਜ ਉਹ ਮੁਲਾਜ਼ਮ ਬਣਨ ਕਰਕੇ, ਸਰਕਾਰ ਦੇ ਕਾਨੂੰਨਾਂ ਦੀ ਜਿਹੜੀ ਐਕਟ ਦੇ ਤਹਿਤ ਪ੍ਰੋਟੈਕਸ਼ਨ ਹੋਣ ਕਰਕੇ, ਉਹਦਾ ਸਹਾਰਾ ਲੈਣ ਕਰਕੇ ਕਿਤੇ ਕਮੀਆਂ ਪੇਸ਼ੀਆਂ ਹੌਲੀ ਹੌਲੀ ਵਧੀ ਜਾਂਦੀਆਂ ਨੇ। ਉਹ ਵਧਣ ਕਰਕੇ ਭਾਵੇਂ ਯਤਨ ਕਰਦੇ ਆ ਦੂਰ ਕਰਨ ਦਾ, ਫਿਰ ਵੀ ਕਿਤੇ ਨਾ ਕਿਤੇ ਆ ਜਾਂਦੀਆਂ ਨੇ। ਲੇਕਿਨ ਮੈਂ ਇੱਕ ਸਾਰੀ ਕੌਮ ਨੂੰ ਬੇਨਤੀ ਕਰਦਾ, ਬਹੁਤ ਛੋਟਾ ਆਦਮੀ ਹਾਂ ਮੈਂ ਤਾਂ, ਬਹੁਤ ਧਾਰਮਿਕ ਉੱਚੀਆਂ ਹਸਤੀਆਂ ਦੇਸ਼ ਵਸਦੀਆਂ ਨੇ, ਕਿ ਇਹ ਇੱਕ ਕੌਮ ਦੀ ਬੜੀ ਉੱਚੀ ਸੰਸਥਾ ਹੈ। ਫਿਰ ਵੀ ਇਹ ਨਿੱਜੀ ਡੇਰੇਵਾਦ ਤੋਂ, ਇੱਕ ਤੁਹਾਡਾ ਆਪਣਾ ਗੁਰਦੁਆਰਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਧਰ ਕੇ ਤੁਸੀਂ ਉਹਦੀ ਨਿੱਜੀ ਮਾਲਕੀ ਬਣ ਕੇ ਬਹਿ ਗਏ। ਇੱਕ ਕੌਮ ਦੀ ਚੀਜ਼ ਹੈ ਜਿਹੜੀ ਕੌਮ ਸਾਹਮਣੇ ਓਪਨ ਹੈ। ਚੋਣ ਹੁੰਦੀ ਹੈ, ਚੋਣ 'ਚ ਮੈਂਬਰ ਚੁਣ ਕੇ ਜਾਂਦੇ ਨੇ, ਪ੍ਰਧਾਨ ਦੀ ਹਰ ਸਾਲ ਚੋਣ ਹੁੰਦੀ ਹੈ, ਐਗਜ਼ੈਕਟਿਵ ਦੀ ਚੋਣ ਹੁੰਦੀ ਹੈ, ਫਿਰ ਉਹਦਾ ਆਡਿਟ ਹੁੰਦਾ ਹੈ। ਆਡਿਟ ਦੇ ਵਿੱਚ ਸੈਂਟਰ ਗੌਰਮੈਂਟ ਦੇ ਐਡੀਟਰ ਆਉਂਦੇ ਨੇ, ਪੰਜਾਬ ਗੌਰਮੈਂਟ ਦੇ ਐਡੀਟਰ ਆਉਂਦੇ ਨੇ। ਇਹ ਐ ਨਹੀਂ ਆਡਿਟ ਹੁੰਦਾ ਅਸੀਂ ਕਰਦੇ ਹਾਂ, ਪੰਜਾਬ ਗੌਰਮੈਂਟ ਦਾ ਐਡੀਟਰ ਵਿੱਚ ਬੈਠਾ ਹੁੰਦਾ ਸਰਕਾਰੀ, ਇਹ ਸਾਰਾ ਕੁਛ ਹੁੰਦਾ ਹੈ। ਇਸ ਹੁੰਦੇ ਵੀ ਜਿਵੇਂ ਜੇ ਹਿੰਦੁਸਤਾਨ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਦੇ ਵਿੱਚ, ਹਿੰਦੁਸਤਾਨ ਦੀ ਸਰਕਾਰ ਤਾਂ ਹੁਣ ਬਹੁਤ ਕਹਿੰਦੇ ਅਸੀਂ ਇਮਾਨਦਾਰ ਹਾਂ, ਕਿ ਹੁਣ ਹਿੰਦੁਸਤਾਨ ਦੀ ਸਰਕਾਰ 'ਚ ਕਮੀਆਂ ਹਨ ਨਹੀਂ? ਕੀ ਪੰਜਾਬ ਦੀ ਸਰਕਾਰ ਜਿਹੜੇ ਅਮਰਿੰਦਰ ਸਿੰਘ ਕਹਿੰਦੇ ਇਹਦੇ 'ਚ ਕਮੀਆਂ ਹੈ ਨਹੀਂ? ਇੱਥੇ ਤਾਂ ਸਰਕਾਰ ਬੈਠੀ ਹੈ, ਕਾਨੂੰਨ ਬੈਠੇ ਬੜੇ ਸਖਤ। ਇਸ ਕਰਕੇ ਇਹ ਕਮੀਆਂ ਪੇਸ਼ੀਆਂ ਆ ਜਾਂਦੀਆਂ ਨੇ। ਲੇਕਿਨ ਮੈਂ ਸਾਰੀ ਕੌਮ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਇਸ ਸੰਸਥਾ 'ਤੇ ਕਿਤੇ ਕਿੰਤੂ ਨਾ ਕਰੀਏ, ਅਸੀਂ ਰਹਿ ਦਈਏ ਕਿ ਇਹਨੂੰ ਐਂ ਠੀਕ ਕਰੋ, ਐਂ ਠੀਕ ਕਰੋ। ਔਰ ਜਿੱਥੇ ਕੋਈ ਮੁਲਾਜ਼ਮ ਗਲਤੀ ਕਰਦਾ, ਉਸ ਗਲਤੀ ਦਾ ਮੁਲਾਜ਼ਮ ਨੂੰ ਕਹੀਏ ਕਿ ਇਹਨੇ ਕੀਤਾ, ਇਹ ਇਸ ਦਾ ਸਜ਼ਾ ਹੱਕਦਾਰ ਹੈ। ਹੁਣ ਜਿਹੜਾ ਮੁਲਾਜ਼ਮਾਂ ਨੇ ਗਲਤੀ ਕੀਤੀ, ਜੋ ਰਿਪੋਰਟ ਆਈ, ਅਸੀਂ ਸਾਰੇ ਵੱਡੇ ਤੋਂ ਲੈ ਕੇ ਛੋਟੇ ਤੱਕ 4 ਡਿਸਮਿਸ ਕੀਤੇ, 4 ਸਸਪੈਂਡ ਕੀਤੇ। ਡਿਸਮਿਸ ਵਾਲਿਆਂ ਨੇ ਸਾਰੇ ਪਰਖਸ ਰੋਕ ਲਏ ਨੇ। ਅੱਛਾ, ਹੁਣ ਉਹ ਕਹਿੰਦੇ ਜੀ ਕਾਨੂੰਨ 'ਚ ਕੋਰਟ 'ਚ ਕਿਉਂ ਨਹੀਂ ਜਾਂਦੇ? ਕੋਰਟ 'ਚ ਕਦੇ ਅਕਾਲੀ ਦਲ ਦਾ ਜਥੇਦਾਰ ਦੇ ਵੀ ਵਾਰੀ ਕਹਿੰਦੇ ਨੇ, ਕਦੇ ਕੋਰਟ 'ਚ ਨਹੀਂ ਜਾਂਦਾ ਜਥੇਦਾਰ ਅਕਾਲੀ ਦਲ ਦਾ, ਕਰੀ ਜਾਣ ਜੋ ਕਰਨਾ। ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਪ੍ਰਥਾ ਹੀ ਨਹੀਂ ਅਜੇ ਤੱਕ ਜਾਣ ਦੀ, ਉਹਦੀ ਪ੍ਰਥਾ ਇੱਧਰ ਹੈ।
ਇਸ ਪਾਸੇ, ਕਿਉਂਕਿ ਇੱਥੇ ਕਾਨੂੰਨ ਲਾਗੂ ਦੂਜਾ ਹੁੰਦਾ ਹੈ ਕਿ ਅਸੀਂ ਸਜ਼ਾ ਦੇਤੀ, ਸਜ਼ਾ ਤੋਂ ਬਾਅਦ ਉਹ ਕੋਰਟ ਜਾ ਸਕਦੇ ਨੇ, ਇਸ ਕਰਕੇ ਸਾਡੀ ਧਾਰਮਿਕ ਸਜ਼ਾ ਵੀ ਦੇ ਦਈਏ, ਉਹ ਕੋਰਟ ਚਲੇ ਜਾਣ, ਉਲਟਾ ਹੋ ਜੇ। ਇਹ ਕਈ ਵਾਰੀ ਇਹਨਾਂ ਗੱਲਾਂ ਨੂੰ ਸਮਝਣ ਦੀ ਬਜਾਏ ਆਪਣੀ ਗੱਲ ਕਰੀ ਜਾਂਦੇ ਨੇ। ਸੋ ਇਹ ਮੈਂ ਸਾਰੀ ਕੌਮ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਨੇ ਜੋ ਗੱਲ ਸਟੇਜ ਤੋਂ ਕਿਹਾ ਉਹ ਸਾਰੀਆਂ ਗੱਲਾਂ ਸੋਚ ਵਿਚਾਰ ਕੇ ਕਹੀਆਂ ਨੇ। ਸਾਨੂੰ ਉਹਨਾਂ ਦੀਆਂ ਗੱਲਾਂ ਜੋ ਵੀ ਕਹੀਆਂ ਨੇ ਉਹਨਾਂ 'ਤੇ ਅਮਲ ਕਰਨਾ ਚਾਹੀਦਾ, ਉਹਨਾਂ ਦਾ ਅਸਰ ਕਬੂਲਣਾ ਚਾਹੀਦਾ। ਜੇ ਕੋਈ ਨਿੱਜੀ ਰਾਏ ਫਿਰ ਉਹਨਾਂ ਕੋਲੇ ਜਾਣ, ਬੈਠਣ, ਨਿੱਜੀ ਰਾਏ ਚਿੱਠੀ ਲਿਖ ਕੇ ਦੇ ਦੇਣ, ਫਿਰ ਵੀ ਇਹ ਚਾਹ ਸੁਧਾਰ ਹੋਣਾ ਚਾਹੀਦਾ, ਇਹਨੂੰ ਆਏ ਨਹੀਂ ਆਏ ਹੋਣਾ ਚਾਹੀਦਾ। ਤੁਸੀਂ 100 ਬੰਦੇ ਰਾਏ ਦਿੰਦੇ ਹੋ, ਜਿਹੜੀ ਬਹੁਤ ਸਮਝਦੀ ਰਾਏ ਹੋ ਉਸ ਨੂੰ ਮੰਨ ਲਿਆ ਜਾਊਗਾ ਠੀਕ ਨੂੰ। ਸੋ ਇਸ ਕਰਕੇ ਅੱਛਾ ਭੁੰਦੜ ਸਾਹਿਬ, ਇੱਕ ਚੀਜ਼ ਹੋਰ ਮੈਂ ਤੁਹਾਡੇ ਕੋਲੋਂ ਜਾਣਨੀ ਚਾਹੁੰਦਾ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਗੱਲ ਕਹੀ ਕਿ ਵੀ ਜਿੱਦਾਂ ਪਹਿਲਾਂ ਸਰਕਾਰਾਂ ਪੰਜਾਬ ਦੇ ਵਿੱਚ ਜਦੋਂ ਮਾਹੌਲ ਉਹੋ ਜਿਹਾ ਸੀ ਤਾਂ ਉਦੋਂ ਕੈਟ ਰੱਖਦੀਆਂ ਹੁੰਦੀਆਂ ਸੀ, ਅਤੇ ਹੁਣ ਕੀ ਗੱਲ ਹੋ ਗਈ ਕਿ ਸਰਕਾਰਾਂ ਨੇ ਧਾਰਮਿਕ ਰੂਪ ਰੇਖਾ ਵਾਲੇ ਜਾਂ ਧਾਰਮਿਕ ਕਹਿ ਲਓ ਹੁਲੀਏ ਵਾਲੇ ਕੈਟ ਬਣਾ ਲੈਣੇ, ਜਿਹੜੇ ਹੁਣ SGPC ਦੇ ਦੁਆਲੇ ਹੋ ਗਏ। ਪਲੱਸ ਜੇ ਜਥੇਦਾਰ ਸਾਹਿਬ ਦੇ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਸਰਕਾਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਚਾਹੁੰਦੀਆਂ। ਉਹਦੇ 'ਚ ਉਹਨਾਂ ਨੇ ਹਰਿਆਣਾ ਕਮੇਟੀ ਦਾ ਜ਼ਿਕਰ ਵੀ ਕੀਤਾ, ਹਾਲਾਂਕਿ ਉਹ ਕੇਸ ਵੀ ਚੱਲੀ ਜਾਂਦਾ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਵੀ ਇਹ ਇੱਕ ਸਾਜ਼ਿਸ਼ ਕਿਉਂ ਹੋ ਸਕਦੀ ਹੈ? ਤੁਹਾਡੇ ਸਾਹਮਣੇ ਆ ਹਰਿਆਣਾ ਕਮੇਟੀ ਦਾ ਤਾਂ ਦੇਖ ਲਓ ਤੁਸੀਂ ਕਿ ਉਹਨੇ ਅੰਗਰੇਜ਼ ਜਿਸ ਵੇਲੇ ਦੁਨੀਆ 'ਚ ਸੂਰਜ ਨਹੀਂ ਸੀ ਛਿਪਦਾ ਉਹਦੇ ਰਾਹ 'ਚ, ਉਸ ਵੇਲੇ ਅੰਗਰੇਜ਼ ਝੁਕਿਆ, ਹਿੰਦੁਸਤਾਨ ਤਾਂ ਝੁਕਾ ਹੀ ਨਹੀਂ ਸਕਿਆ। ਜੀ ਅੰਗਰੇਜ਼ ਪੰਜਾਬ ਸ਼੍ਰੋਮਣੀ ਅਕਾਲੀ ਦਲ ਨੇ 500 ਸਿੰਘ ਸ਼ਹੀਦ ਕਰਾਇਆ, ਸਾਡੇ ਵੱਡੇ ਬਜ਼ੁਰਗ 500 ਸ਼ਹੀਦ ਹੋਏ। ਉਸ ਵੇਲੇ ਲੱਖਾਂ ਜੁਰਮਾਨੇ ਜਿਹੜੇ ਅੱਜ ਦੇ ਅਰਬਾਂ 'ਚ ਬਣਦੇ ਨੇ, ਉਸ ਵੇਲੇ ਤਾਂ 1 ਰੁਪਏ ਦਾ ਮੁੱਲ ਅੱਜ ਦੇ 1000 ਵਰਗਾ ਸੀ। ਇਸ ਕਰਕੇ ਲੱਖਾਂ ਜੁਰਮਾਨੇ ਉਸ ਵੇਲੇ, ਹਜ਼ਾਰਾਂ ਲੋਕ ਜਿਹੜੇ ਹੈਗੇ ਉਹ ਹੋਏ, ਜਿਹੜੇ ਹੈਗੇ ਅੰਗ ਕਿਤੇ ਟੁੱਟਿਆ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ, ਕਿਸੇ ਦਾ ਪੱਟ ਟੁੱਟ ਗਿਆ, ਅਤੇ 500 ਸਿੰਘ ਸ਼ਹੀਦ ਹੋਏ। ਤਾਂ ਜਾ ਕੇ ਅੰਗਰੇਜ਼ ਨੇ ਇਹ ਗੱਲ ਮੰਨੀ ਸੀ, ਤਾਂ ਜਾ ਕੇ ਇਹ ਐਕਟ ਬਣਿਆ ਸੀ, ਇਹ ਕਾਨੂੰਨੀ ਐਕਟ ਬਣਿਆ। ਸਰਕਾਰ ਝੁਕਾਈ। ਦੁਨੀਆ 'ਚ ਕਿਸੇ ਧਰਮ ਦਾ ਵੀ ਉਹ ਅੱਗੇ ਪਰਿਵਾਰ ਦਰ ਪਰਿਵਾਰ ਚੱਲਦਾ। ਇੱਥੇ ਤਾਂ ਜਿਹੜਾ ਐਕਟ ਬਣਿਆ ਕਿੰਨੇ 43ਵਾਂ ਪ੍ਰਧਾਨ ਹੈ SGPC ਦਾ, ਗੋਬਿੰਦ ਸਿੰਘ ਲੌਂਗੋਵਾਲ ਜੀ। ਇਸ ਕਰਕੇ ਇੱਥੇ ਜੇ ਤਾਂ ਹੋਵੇ ਇੱਕੋ ਹੀ ਪ੍ਰਧਾਨ, ਤਾਂ ਕਦੇ ਇੱਕ ਤੁਹਾਡਾ ਨਿੱਜੀ ਗੁਰਦੁਆਰਾ ਬਣਾ ਲਿਆ ਜਾਂ ਡੇਰਾ ਬਣਾ ਲਿਆ, ਪ੍ਰਥਾ ਚੱਲਦੀ ਹੈ ਨਾ ਉਹਦੀ ਅੱਗੇ ਦੀ ਅੱਗੇ। ਮੰਦਿਰਾਂ 'ਚ ਅੱਗੇ ਪ੍ਰਥਾ ਚੱਲਦੀ ਹੈ ਨਾ, ਉਹ ਜਿਹੜਾ ਪਹਿਲਾ ਪੁਜਾਰੀ ਆ ਉਹਦਾ ਅੱਗੇ ਔਲਾਦ ਅੱਗੇ ਦੀ ਅੱਗੇ। ਇਸ ਕਰਕੇ ਇਹ ਤਾਂ ਬਹੁਤ ਅੱਛੀ ਪ੍ਰਥਾ ਗੁਰੂਆਂ ਨੇ ਦੀ ਕਿਰਪਾ ਨਾਲ, ਸਾਡੇ ਵੱਡਿਆਂ ਦੀ ਨਾਲ ਇਹ ਹੋਈ ਸੀ। ਇਹਨੂੰ ਸਾਨੂੰ ਕਾਇਮ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਦਲੀਲਾਂ ਰਿਆਂ ਦੇ ਕੇ ਇਹਨੂੰ ਕਿਵੇਂ ਹੋਰ ਸੁਧਾਰ ਕਰਨਾ, ਇਹ ਕਰਨਾ ਚਾਹੀਦਾ। ਨਾ ਕਿ ਸਾਨੂੰ ਇਸ ਪਾਸੇ ਤੁਰਨਾ ਚਾਹੀਦਾ ਕਿ ਕਿਸੇ ਦਾ ਨੁਕਸਾਨ ਕਰੀਏ। ਸਾਨੂੰ ਦੁੱਖ ਹੈ ਕਿ ਸਰਕਾਰਾਂ ਆਜ਼ਾਦੀ ਤੋਂ ਬਾਅਦ ਪਹਿਲਾਂ ਮੁਗਲ ਨੇ ਸਾਡੇ ਗੁਰੂਆਂ ਨਾਲ ਕੀਤਾ ਕਿ ਕਿਉਂ ਇੱਕ ਗੁਰੂ ਦਾ ਨਾਂ ਲੈਂਦੇ ਨੇ, ਕਿਉਂ ਨਹੀਂ ਮੰਨਦੇ ਸਨ। ਫਿਰ ਉਸ ਤੋਂ ਬਾਅਦ ਅੰਗਰੇਜ਼ ਨਾਲ ਸਾਡੀ ਲੜਾਈ ਹੋਈ। ਹੁਣ ਆਜ਼ਾਦੀ ਤੋਂ ਬਾਅਦ ਤੁਰਤ ਹੀ ਕਾਂਗਰਸ ਨਾਲ ਸਾਡੀ ਲੜਾਈ ਸ਼ੁਰੂ ਹੋ ਗਈ, ਅਤੇ ਕਾਂਗਰਸ ਨੇ ਤਾਂ ਅੰਗਰੇਜ਼ ਅਤੇ ਮੁਗਲ ਵੀ ਟਪਾਤੇ ਹਰਿਮੰਦਰ ਸਾਹਿਬ ਦੇ ਹਮਲੇ ਨਾਲ, ਅਤੇ ਦਿੱਲੀ ਦੇ ਕਤਲਾਮ ਨਾਲ, ਅਤੇ ਹਿੰਦੁਸਤਾਨ ਦੇ ਕਤਲਾਮ ਨਾਲ। ਇਹ ਤਾਂ ਕਦੇ ਭੁੱਲੇ ਨਹੀਂ ਜਾ ਸਕਦੇ। ਤਾਂ ਮੱਸੇ ਮੁੱਸੇ ਰੰਗੜ ਸਾਰੇ ਟੱਪ ਗਏ, ਅਬਦਾਲੀ ਟੱਪ ਗਏ ਇਹਨਾਂ 'ਤੇ ਜੋ ਕੀਤਾ। ਸੋ ਇਸ ਕਰਕੇ ਅੱਜ ਵੀ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ 'ਚ ਹੈਗਾ ਹੱਥ ਉਹਨਾਂ ਦਾ। ਭੁੰਦੜ ਸਾਹਿਬ, ਆਪਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਸ ਵਕਤ ਪੰਜਾਬ 'ਚ ਸਰਗਰਮ ਨੇ, ਰਾਜ ਇਸ ਵਕਤ ਕਾਂਗਰਸ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੀ ਹੁਣ ਤੱਕ ਦੀ 3 ਸਾਲ ਤੋਂ ਉੱਪਰ ਦੀ ਸਰਕਾਰ ਚੱਲ ਗਈ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜੀ? ਕਿਉਂਕਿ ਜਿਹੜੀਆਂ ਗੱਲਾਂ ਕਹਿ ਕੇ ਉਹ ਸਰਕਾਰ ਬਣਾਈ ਸੀ ਉਹਨਾਂ ਨੇ, ਜੋ ਇਲਜ਼ਾਮ ਉਦੋਂ ਤੁਹਾਡੇ 'ਤੇ ਲਾਏ ਸੀ ਵੀ 10 ਸਾਲਾਂ 'ਚ ਅਕਾਲੀਆਂ ਨੇ ਆਹ ਕੁਛ ਕਰਤਾ ਪੰਜਾਬ 'ਚ, ਤੁਹਾਨੂੰ ਲੱਗਦਾ ਕਿ ਉਹ 3-3.5 ਸਾਲ 'ਚ ਕੁਛ ਮੋੜਾ ਪਿਆ ਕਿ ਜਾਂ ਬਸ ਉਦੋਂ ਗੱਲਾਂ ਹੀ ਕੀਤੀਆਂ ਸੀ ਅਤੇ ਅਖੀਰ ਉੱਥੇ ਹੀ ਖੜੇ? ਸਾਡੇ ਵੇਲੇ ਤਾਂ ਉਸ ਵੇਲੇ ਦੀ ਡਿਵੈਲਪਮੈਂਟ ਦੇਖ ਲਓ ਹਰ ਖੇਤਰ 'ਚ, ਕਿ ਪੰਜਾਬ ਦਾ ਨਕਸ਼ਾ ਕਿਵੇਂ ਬਦਲਿਆ ਹਰ ਖੇਤਰ 'ਚ, ਅਤੇ ਨਾਲ ਉਸ ਵੇਲੇ ਦੇ ਫਾਈਨਾਂਸ ਦੇਖ ਲਓ ਕਿ ਤਨਖਾਹ ਜਾਂਦੀ ਸੀ। ਅੱਜ ਕਰਜ਼ਾ ਚੜ੍ਹਿਆ ਵੀ ਦੇਖ ਲਓ, ਤਨਖਾਹਾਂ ਰੁਕੀਆਂ ਵੀ ਦੇਖ ਲਓ, ਡਿਵੈਲਪਮੈਂਟ 4 ਸਾਲ 'ਚ ਇੱਕ ਪੱਤਾ ਵੀ ਹਿੱਲਿਆ ਦੇਖ ਲਓ। ਗਰੀਬਾਂ ਨੂੰ ਜੋ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸੀ ਉਹ ਤਕਰੀਬਨ 20% ਰਹਿ ਗਈਆਂ 100 'ਚੋਂ। ਅਤੇ ਜੇ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਬੰਦ ਹੋ ਗਈਆਂ, ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਮਿਲ ਰਹੀਆਂ, ਡਿਵੈਲਪਮੈਂਟ ਰੁਕ ਗਈ ਹੈ, ਅਤੇ ਜੋ ਗੱਲਾਂ ਕੀਤੀਆਂ ਸੀ ਸਾਰੀਆਂ ਹੀ ਉਹਦੇ ਉਲਟ ਹੋ ਗਈਆਂ ਨੇ। ਕਰਪਸ਼ਨ ਕਿੰਨੇ ਗੁਣਾ ਵੱਧ ਗਈ ਹੈ, ਰੇਤਾ ਬਜਰੀ ਦਾ, ਕਿਸੇ ਚੀਜ਼ ਦਾ, ਸ਼ਰਾਬ ਦਾ, ਘਰ ਘਰ ਫੈਕਟਰੀਆਂ ਲੱਗ ਗਈਆਂ ਨੇ, ਸਾਰਾ ਸਿਸਟਮ ਹੀ ਬੰਦ ਹੋ ਗਿਆ। ਸੋ ਤੁਸੀਂ ਤੇ ਕਿਤੇ ਬਹਿ ਕੇ ਇਹਨੂੰ ਸਾਰੇ ਨੂੰ ਸਟੱਡੀ ਤਾਂ ਕਰੋ ਕਿ ਕਿਸ ਤਰ੍ਹਾਂ ਉਹਦਾ ਉਲਟਾ ਚੱਲਿਆ ਕੰਮ। ਇਹ ਤਾਂ ਮੇਰਾ ਤਾਂ ਖਿਆਲ ਹੈ ਵੀ ਪੰਜਾਬੀ ਦਾ ਮੁਹਾਵਰਾ ਹੈ, ਅੰਨੀ ਪੀਹੇ ਕੁੱਤਾ ਚੱਟੇ। ਇਹ ਤਾਂ ਉਹ ਗੱਲ ਹੋ ਰਹੀ ਹੈ। ਬਿਲਕੁਲ ਹੀ ਪੰਜਾਬ ਤਾਂ ਬਰਬਾਦ ਕਰਤਾ, ਆਰਥਿਕ ਤੌਰ 'ਤੇ ਬਰਬਾਦ ਕਰਤਾ, ਸਮਾਜਿਕ ਤੌਰ 'ਤੇ ਬਰਬਾਦ ਕਰਤਾ। ਚਿੱਟਾ ਹੀ ਚਿੱਟਾ ਹੋ ਰਿਹਾ ਘਰ ਘਰ, ਜਿੱਥੇ ਨਹੀਂ ਸੀ ਉੱਥੇ ਪਹੁੰਚ ਗਿਆ। ਸ਼ਰਾਬ 2 ਨੰਬਰ ਦੀ ਜਿਹੜੀ 150 ਬੰਦਾ ਇਕੱਠਾ ਮਰਿਆ ਸੀ, ਇਹੀ ਜੀ ਸ਼ਰਾਬ ਸਾਰੇ ਚੱਲ ਗਈ। ਇਹਨਾਂ ਦੇ ਬੰਦਿਆਂ ਨੇ ਫੈਕਟਰੀਆਂ ਲਾ ਛੱਡੀਆਂ ਨੇ, ਇੱਕ ਫੈਕਟਰੀ ਦਾ ਕਿਤੇ ਕੇਸ ਨਹੀਂ ਚੱਲਿਆ, ਕੋਈ ਬੰਦਾ ਚੁੱਪ ਠੱਪ ਹੋ ਗਈਆਂ ਨੇ ਗੱਲਾਂ ਸਾਰੀਆਂ। ਬਿਲਕੁਲ ਸਹੀ। ਅੱਛਾ ਭੁੰਦੜ ਸਾਹਿਬ, ਆਮ ਆਦਮੀ ਪਾਰਟੀ ਦੀ ਗੱਲ ਵੀ ਕਰ ਲਈਏ, ਉਹ ਵੀ ਹੁਣ ਗਾਏ ਬਗਾਏ ਅਕਾਲੀ ਦਲ ਦੇ ਉੱਪਰ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ।
ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜੀ? ਆਪ ਆਦਮੀ ਪਾਰਟੀ ਤੇ ਕਾਂਗਰਸ ਦੋਨੇ ਰਲ ਕੇ ਅਕਾਲੀਆਂ ਦਲ ਦੇ ਵਿਰੁੱਧ ਬੋਲਦੇ ਨੇ। ਜਦੋਂ ਸਾਰੇ ਬੰਦੇ ਜਿਹਨੇ ਤੁਹਾਡੇ ਵਿਰੋਧੀ ਨੇ ਤੁਹਾਡੇ ਵਿਰੁੱਧ ਬੋਲਣਗੇ ਤਾਂ ਮਤਲਬ ਕਿ ਤਕੜਾ ਕੌਣ ਹੈ? ਜਿਹੜਾ ਤਕੜਾ ਹੈ ਉਹਦੇ ਵਿਰੁੱਧ ਹੀ ਹੁੰਦੇ ਨਾ ਇਕੱਠੇ। ਜਿਵੇਂ ਅੱਜ ਦਿੱਲੀ ਬੀਜੇਪੀ ਅਸੀਂ ਕਹਿੰਦੇ ਆਓ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਏ। ਇਸ ਕਰਕੇ ਭਾਜੀ ਉਹ ਤਾਂ ਉਹਨਾਂ ਦੇ ਹੈਗਾ, ਤੁਸੀਂ ਦੇਖਿਓ ਉਦੋਂ ਤੱਕ ਕੀ ਹੋਣਾ। ਮੈਂ ਜੇ ਕੋਈ ਜ਼ਿਆਦਾ ਟਿੱਪਣੀ ਡਿਟੇਲ 'ਚ ਨਹੀਂ ਕਰਨੀ ਚਾਹੁੰਦਾ, ਉਹ ਅੱਛੀ ਨਹੀਂ ਲੱਗਦੀ, ਲੇਕਿਨ ਤੁਸੀਂ ਰਿਜ਼ਲਟ ਖੁਦ ਦੇਖ ਲਓਗੇ ਕੀ ਹੋ ਰਿਹਾ। ਇੱਕ ਤੋਂ ਪਹਿਲਾਂ ਦੇਖ ਲਓ ਕਿ 16 ਚੋਂ ਕਿੰਨੇ ਧੜੇ ਹੋ ਗਏ ਨੇ। ਸਰਦਾਰ ਖਹਿਰਾ ਸਾਹਿਬ ਤਾਂ ਸਿੱਧੇ ਕਾਂਗਰਸ 'ਚ ਪਹੁੰਚ ਹੀ ਗਏ ਨੇ, 2-3 ਹੋਰ ਅੱਡ ਹੋ ਗਏ ਨੇ। ਹੁਣ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ 3-4 ਬੋਲੀਆਂ ਉਹਨਾਂ ਦੀਆਂ ਦੇਖ ਲਓ, ਮੈਂ ਨਾਂ ਨਹੀਂ ਲੈਂਦਾ, ਉਹ ਅੱਛਾ ਨਹੀਂ ਲੱਗਦਾ। ਇਹ ਸਾਰੀਆਂ ਚੀਜ਼ਾਂ ਤੁਸੀਂ ਹੌਲੀ ਹੌਲੀ ਦੇਖੀ ਜਾਓ ਕੀ ਹੋਣਾ। ਇਹਨੂੰ 1 ਸਾਲ ਤੱਕ ਦੇਖਿਓ ਕੀ ਨਿਕਲਣਾ ਇਹਦੇ 'ਚੋਂ। ਇੱਕ ਤੁਹਾਡੇ ਪੁਰਾਣੇ ਸਾਥੀ ਉਹਨਾਂ ਦੀ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ, ਸਰਦਾਰ ਢੀਂਡਸਾ ਸਾਹਿਬ, ਉਹ ਛੱਡ ਗਏ। ਹੁਣ ਉਹਨਾਂ ਦਾ ਇੱਕ ਵੱਖਰਾ ਰਸਤਾ ਇਸ ਵਕਤ ਕਹਿ ਲਓ ਕਿ ਵੀ ਉਹ ਬਰਾਬਰ 'ਤੇ ਟੱਕਰ ਦੇਣ ਦੇ ਲਈ ਤਿਆਰ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗਾ, ਵਿਧਾਨ ਸਭਾ ਦੀਆਂ ਹੋਣਗੀਆਂ ਅਤੇ ਉਹ ਲੜਨਗੇ। ਉਹਨਾਂ ਦੇ ਟੁੱਟ ਕੇ ਜਾਣ ਨੂੰ ਕਿਵੇਂ ਦੇਖਦੇ ਹੋ ਅਤੇ ਇਸ ਵਕਤ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇਹਨੂੰ ਬਦਕਿਸਮਤੀ ਸਮਝਦਾ। ਜਿਸ ਪਾਰਟੀ ਨੂੰ ਬਚਪਨ 'ਚੋਂ ਅਸੀਂ ਲੱਗੇ ਹਾਂ, ਅੱਜ ਤੱਕ ਅਸੀਂ ਪਾਰਟੀ ਦੇ ਨਾਲ ਖੜ੍ਹੇ, ਪਾਰਟੀ ਨੇ ਮਾਣ ਵੀ ਬਹੁਤ ਦਿੱਤਾ। ਅੱਜ ਉਸ ਪਾਰਟੀ ਦੇ ਅਸੀਂ ਉਲਟ ਬੋਲਣ ਲੱਗ ਜਾਈਏ, ਜਦੋਂ ਕਿ ਮੈਥੋਂ ਤਾਂ ਵੱਧ ਵਜ਼ੀਰੀਆਂ ਹੰਢਾਈਆਂ ਨੇ ਉਹਨਾਂ ਨੇ, ਸਾਰਾ ਕੁਛ ਕੀਤਾ ਹੈ। ਅਤੇ ਫਿਰ ਇਹ ਦੇਖੀਏ ਕਿ ਜਿਸ ਪਾਰਟੀ ਤੋਂ ਸਾਨੂੰ ਇੰਨਾ ਮਾਣ ਮਿਲਿਆ ਉਹਦੇ ਵਿਰੁੱਧ ਬੋਲਦੇ ਹਾਂ, ਅਤੇ ਸਾਡੇ 'ਚੋਂ ਗਲਤ ਕੌਣ ਹੈ? ਨੰਬਰ 1। ਨੰਬਰ 2 ਜੀ, ਕਿ ਇਸ ਤਰ੍ਹਾਂ ਜਿਹੜੇ ਹਾਲਾਤ ਹੁੰਦੇ ਨੇ ਜਦੋਂ ਇਹ ਬਣ ਜਾਣ, ਪਾਰਟੀ ਇੱਕ ਵੱਡੀ ਚੀਜ਼ ਹੁੰਦੀ ਹੈ। ਸੋ ਪਾਰਟੀ ਨੇ ਕੋਈ ਕੁਛ ਕਹੀ ਜਾਵੇ, ਪਾਰਟੀ ਹੈ। ਇੱਥੇ ਵੱਡੇ ਵੱਡੇ ਲੋਕ, ਮੈਂ ਨਾਂ ਨਹੀਂ ਲੈਂਦਾ, ਮੇਰੇ ਸਾਹਮਣੇ ਦੇਖਣ 'ਚ ਜਿਹੜੇ ਕਹਿੰਦੇ ਸੀ ਸਾਥੋਂ ਬਗੈਰ ਤਾਂ ਪਾਰਟੀ ਚੱਲਦੀ ਨਹੀਂ, ਉਹ ਲੋਕ ਪਾਰਟੀ 'ਚੋਂ ਗਏ ਔਰ ਪਾਰਟੀ 'ਚ ਵਾਪਸ ਆਉਣ ਵਾਸਤੇ ਮੈਨੂੰ ਪਤਾ ਵੀ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਵੇਂ ਵੀ ਵਾਪਸ ਲੈ ਲਓ ਅਤੇ ਅਸੀਂ ਰੱਬ ਕੋਲੇ ਜਾਣ ਲੱਗੇ ਤਾਂ ਅਸੀਂ ਕੇਸਰੀ ਝੰਡੇ ਜਾਈਏ। ਇਸ ਕਰਕੇ ਪਾਰਟੀ ਬੜੀ ਵੱਡੀ ਚੀਜ਼ ਹੈ। ਮੈਂ ਤਾਂ ਸਭ ਨੂੰ ਕਹਾਂਗਾ ਜਿਹੜੇ ਭਰਾ ਰੁੱਸੇ ਨੇ ਕਿ ਆਪਾਂ ਘਰ 'ਚ ਰੁੱਸ ਜਾਈਏ। ਇੱਕ ਟੱਬਰ ਹੈ ਤਾਂ ਭਰਾ ਨੂੰ ਭਰਾ ਕਹਿ ਸਕਦਾ ਹੈ, ਮੰਨ ਲੂ ਦੂਜਾ ਭਰਾ ਕੇ ਯਾਰ ਆਪਾਂ ਟੱਬਰ ਆ, ਚਲੋ ਗਲਤੀ ਹੋ ਗਈ। ਦੂਜੇ ਨੇ ਕਿਸੇ ਨੇ ਕੀ ਸੁਣਨਾ? ਕਦੇ ਚਾਚਾ ਤੁਹਾਨੂੰ ਜਾਇਦਾਦ 'ਚ ਹਿੱਸਾ ਦਿੰਦਾ, ਪਿਓ ਤੋਂ ਹੀ ਲੈਂਦੇ ਹੋ। ਇਸ ਕਰਕੇ ਆਪਦੀ ਪਾਰਟੀ ਹਮੇਸ਼ਾ ਜਿਹੜੀ ਹੈ ਬੜੀ ਹੈ। ਜਿੱਥੋਂ ਬਚਪਨ ਤੋਂ ਲੈ ਕੇ ਕੰਮ ਕੀਤਾ ਹੋਵੇ, ਮੈਂ ਤਾਂ ਇਹਨਾਂ ਗੱਲਾਂ ਦੇ ਹੱਕ 'ਚ ਹੈ ਨਹੀਂ ਨਾ। ਮੈਂ ਇਹ ਗੱਲਾਂ ਸੋਚ ਹੀ ਨਹੀਂ ਸਕਦਾ ਕਿ ਪਾਰਟੀ 'ਚ ਇੰਨਾ ਚਿਰ ਕੰਮ ਕਰਕੇ ਬੰਦਾ ਪਾਰਟੀ ਛੱਡ ਦੇ। ਪਾਰਟੀ 'ਚ ਮਤਭੇਦ ਹੋ ਸਕਦਾ ਹੈ, ਕੋਈ ਖਾਸ ਗੱਲ ਨਹੀਂ, ਉਹ ਗੱਲਾਂ ਕਰੋ ਆਪਾਂ। ਜੇ ਤਾਂ ਕੋਈ ਬੰਦ ਕਰਦਾ ਹੋਵੇ, ਕੋਈ ਸੁਣਦਾ ਨਾ ਹੋਵੇ, ਮੀਟਿੰਗਾਂ ਹੁੰਦੀਆਂ ਨਾ, ਹਰ ਮੀਟਿੰਗ 'ਚ ਅਸੀਂ ਇਕੱਠੇ ਬੈਠਦੇ ਹਾਂ, ਅਸੀਂ ਗੱਲਾਂ ਬਾਤਾਂ ਕਰਦੇ ਹਾਂ, 4-4 5-5 ਘੰਟੇ 6-6 ਘੰਟੇ ਮੀਟਿੰਗਾਂ ਚੱਲਦੀਆਂ ਨੇ। ਫਿਰ ਸਾਨੂੰ ਕੀ ਇਤਰਾਜ਼ ਹੈ? ਬਿਲਕੁਲ ਸਹੀ। ਅੱਛਾ ਭੁੰਦਰ ਸਾਹਿਬ, ਇੱਕ ਸਵਾਲ ਆਖਰੀ ਪੁੱਛਣਾ ਸੀ। ਮੈਂ ਬੀਜੇਪੀ ਦੇ ਲੀਡਰ ਸਾਹਿਬਾਨਾਂ ਨੂੰ ਵੀ ਪੁੱਛਿਆ, ਉਹ ਕਹਿੰਦੇ ਸਾਨੂੰ ਬਹੁਤ ਦੁੱਖ ਹੈ, ਅਕਾਲੀ ਦਲ ਸਾਡੇ ਕੋਲੋਂ ਦੂਰ ਗਿਆ ਜੀ, ਟੁੱਟ ਕੇ ਗਿਆ। ਤੁਸੀਂ ਕਿਵੇਂ ਦੇਖਦੇ ਹੋ ਕਿ ਵੀ ਦੁਬਾਰਾ ਆਉਣ ਵਾਲੇ ਸਮੇਂ 'ਚ ਕੋਈ ਗੁੰਜਾਇਸ਼ ਹੈ ਕਿ ਉਹੀ ਜਿਹੜਾ 9 ਮਾਸ ਦਾ ਰਿਸ਼ਤਾ ਸੀ ਫਿਰ ਬਣ ਜਾਵੇ? ਦੇਖੋ, ਅੱਜ ਤਾਂ ਜਿਹੜਾ ਤੁਰੰਤ ਤਾਂ ਕੋਈ ਗੱਲ ਨਜ਼ਰ ਨਹੀਂ ਆਉਂਦੀ ਜੀ। ਜਿੰਨਾ ਕੁ ਮੈਨੂੰ ਗਿਆਨ ਹੈ, ਮੈਂ ਇਸ ਤੋਂ ਵੱਧ ਕੋਈ ਕਮੈਂਟਰੀ ਕਰ ਨਹੀਂ ਸਕਦਾ, ਕਿਉਂਕਿ ਮੈਂ ਕਿਹੜਾ ਪਾਰਟੀ ਦਾ ਪ੍ਰਧਾਨ ਹਾਂ। ਅੱਛਾ ਭੁੰਦਰ ਸਾਹਿਬ, ਵੇਲਾ ਮੁੱਕ ਗਿਆ ਜੀ। ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਹੋਵਾਂ, ਤੁਸੀਂ ਅੱਜ ਇਸ ਪਲੇਟਫਾਰਮ ਤੋਂ ਵਿਰੋਧੀ ਪਾਰਟੀਆਂ ਨੂੰ, ਕਿਸਾਨਾਂ ਨੂੰ, ਸਰਕਾਰਾਂ ਨੂੰ, ਆਪਣੇ ਸਾਥੀਆਂ ਨੂੰ, ਕਿਸੇ ਨੂੰ ਵੀ ਕੁਝ ਵੀ ਕਹਿਣਾ ਚਾਹੋ ਜ਼ਰੂਰ ਕਹੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਰੀੜ੍ਹ ਦੀ ਹੱਡੀ ਹੈ, ਇਹ ਦੇਸ਼ ਦਾ ਤਰੱਕੀ ਦਾ ਧੁਰਾ ਹੈ। ਇਸ ਕਰਕੇ ਕਿਸਾਨ ਨੂੰ ਕਿਸੇ ਵੀ ਕੀਮਤ 'ਤੇ ਉਸ ਨੂੰ ਲੰਬਾ ਸਮਾਂ ਇਸ ਵਿਪਤਾ 'ਚ ਨਾ ਪਾਓ। ਦੇਸ਼ ਦਾ ਨੁਕਸਾਨ ਹੈ। ਉਹਨਾਂ ਨੂੰ ਬਹਿ ਕੇ ਗੱਲ ਕਰੋ, ਉਹਨਾਂ ਦੇ ਜੋ ਖਦਸ਼ੇ ਆ ਉਹਨਾਂ ਨੂੰ ਤਰੀਕੇ ਸੇ ਦੂਰ ਕਰਕੇ ਅਮਨ ਸ਼ਾਂਤੀ ਲਿਆਓ ਅਤੇ ਉਹ ਆਪਣੇ ਕੰਮ ਲੱਗੇ ਅਤੇ ਦੇਸ਼ ਅੱਗੇ ਵਧੇ। ਦੂਸਰੀ ਗੱਲ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਕਦੇ ਵੀ ਇੱਕ ਤਾਂ ਸ਼ਾਂਤੀ ਦਾ ਰਾਹ ਨਹੀਂ ਛੱਡਣਾ, ਦੂਜਾ ਮਿਲ ਕੇ ਚੱਲੋ, ਪਿਆਰ ਨਾਲ ਚੱਲੋ। ਇਹ ਲੜਾਈ ਲੰਬੀ ਹੈ। ਕਿਸਾਨ ਦੁਨੀਆ ਦੇ ਵਿੱਚ ਕਿਸੇ ਕਿਸਾਨ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਾ, ਕਿਸੇ ਯੁੱਗ 'ਚ ਮਿਲਿਆ ਨਹੀਂ। ਇਹ ਮਿਲਣ ਵਾਸਤੇ ਇਕੱਠੇ ਹੋ ਕੇ ਤੁਰੇ ਹੋ, ਸ਼ਾਬਾਸ਼ ਏ। ਸਾਡੀ ਜਿੰਨੀ ਕੁ ਪਹੁੰਚ ਹੈ, ਅਸੀਂ ਕਹਿੰਦੇ ਹਾਂ ਤੁਹਾਡੇ ਨਾਲ ਆ। ਅਸੀਂ ਕਿਤੋਂ ਵੀ ਕਿਸੇ ਸਟੇਜ ਤੋਂ ਵੀ ਅਸੀਂ ਤੁਹਾਡਾ ਨਹੀਂ ਪੈਰਲਲ ਨਹੀਂ, ਹਰ ਗੱਲ ਨੂੰ ਅਸੀਂ ਕਰਕੇ ਅਸੀਂ ਲੱਗਾ ਕਿ ਕੋਈ ਨਹੀਂ, ਠੀਕ ਹੈ, ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਆ। ਸੋ ਇਸ ਕਰਕੇ ਇਹ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਲੜਾਈ ਲੰਬੀ ਹੈ, ਲੜਾਈ ਜਾਇਜ਼ ਹੈ। ਇਹਨੂੰ ਅਕਲਬੰਦੀ ਨਾਲ, ਸੂਝ ਨਾਲ, ਸਿਆਣਪ ਨਾਲ ਅਤੇ ਠਰੱਬੇ ਨਾਲ ਲੜਿਆ ਜਾਵੇ ਤਾਂ ਕਿ ਜਿੱਤ ਨਿਕਲੇ। ਇਹਨੂੰ ਹੋਸ਼ ਨਾਲ ਲੜਿਆ, ਇਹ ਮੇਰੀ ਬੇਨਤੀ ਹੈ। ਉਹ ਸਿਆਣੇ ਨੇ, ਸਾਥੋਂ ਸਿਆਣੇ ਨੇ ਜਿਹੜੇ ਲੜਾਈ ਲੜ ਰਹੇ ਨੇ ਦੇਰ ਦੇ, ਅਤੇ ਮੈਂ ਕੋਈ ਬਹੁਤੀ ਮੱਤ ਤਾਂ ਦੇ ਨਹੀਂ ਸਕਦਾ, ਲੇਕਿਨ ਜਿੰਨੀ ਕੁ ਮੈਨੂੰ ਤਜਰਬਾ ਹੈ
ਕਿ ਸਰਕਾਰਾਂ ਹਮੇਸ਼ਾ ਸ਼ਾਂਤੀ ਦੇ ਨਾਲ ਜਿੱਤੀਆਂ ਜਾਂਦੀਆਂ ਨੇ, ਸਰਕਾਰਾਂ ਨੂੰ ਕਦੇ ਦੂਸਰੇ ਤਰੀਕੇ ਨਾਲ ਜਿੱਤਿਆ ਨਹੀਂ ਜਾਂਦਾ, ਫਿਰ ਉਹ ਤਸ਼ੱਦਦ ਵੱਧ ਕਰਦੀਆਂ ਨੇ, ਤਸ਼ੱਦਦ ਦਾ ਮੌਕਾ ਮਿਲਦਾ ਹੈ। ਇਹ ਗੱਲ ਮੈਂ ਕਿਸਾਨ ਵੀਰਾਂ ਨੂੰ ਕਹਾਂਗਾ। ਬਾਕੀ ਮੈਂ ਸਮੁੱਚੇ ਹੀ ਕੌਮ ਨੂੰ ਬੇਨਤੀ ਕਰਦਾ ਕਿ ਆਓ, ਬੜਾ ਵੱਡਾ ਕਸ਼ਟ ਹੈ ਦੁਨੀਆ 'ਚ, ਲੋਕ ਰਾਜ ਜਿਹੜੀ ਮਿਨੋਰਟੀ ਹੈ, ਮਿਨੋਰਟੀ ਦੀ ਜਿਹੜੀ ਤਾਕਤ ਹੈ ਉਹ ਏਕਤਾ ਹੁੰਦੀ ਹੈ। ਸਾਡੇ 'ਚ ਅਨੇਕਾਂ ਮਤਭੇਦ ਹੋ ਸਕਦੇ ਹੈ, ਅਸੀਂ ਬੈਠ ਕੇ ਉਹਨਾਂ ਨੂੰ ਦੂਰ ਕਰੀਏ, ਨਾ ਕਿ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢੀਏ। ਆਪਦੇ ਕੌਮ ਨੂੰ ਆਪ ਹੀ ਗਾਲਾਂ ਕੱਢ ਕੇ ਤਮਾਸ਼ਾ ਨਾ ਬਣੀਏ। ਅਤੇ ਖਾਸ ਕਰ ਮੈਂ ਧਾਰਮਿਕ ਫੈਸਲੇ ਨਹੀਂ ਕਰ ਸਕਦਾ, ਨਾ ਮੈਂ ਗਿਆਨ ਦੇ ਸਕਦਾ। ਧਾਰਮਿਕ ਖੇਤਰ ਤਾਂ ਸਾਨੂੰ ਗੁਰੂ ਕੋਲੇ ਜਾ ਕੇ ਮੱਥਾ ਟੇਕਣਾ ਚਾਹੀਦਾ, ਅਸੀਂ ਉੱਥੇ ਧਰਨੇ ਲਾਉਣ ਲੱਗੇ। ਇਹ ਚੀਜ਼ਾਂ ਸਾਰੀਆਂ ਕੌਮ ਦੇਖੇ। ਇਸ ਕਰਕੇ ਮੈਂ ਸਾਰੀ ਕੌਮ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਸਿਆਣਪ ਨਾਲ, ਜੋ ਸਾਨੂੰ ਗੁਰੂਆਂ ਨੇ ਰਸਤੇ ਦੱਸੇ ਨੇ, ਅਸੀਂ ਸੱਚੇ ਸੁੱਚੇ ਬਣ ਕੇ, ਅਸੀਂ ਸਾਡੇ 'ਚ ਕਮੀਆਂ ਹੋ ਸਕਦੀਆਂ ਨੇ, ਲੇਕਿਨ ਅਸੀਂ ਗੁਰੂ ਮਹਾਰਾਜ ਤੋਂ ਸੇਧ ਲਈਏ, ਉਸ ਤੋਂ ਡਰੀਏ। ਜੋ ਸਾਨੂੰ ਗੁਰੂ ਨੇ ਸਿਖਾਇਆ, ਨਿਮਰਤਾ, ਹਲੀਮੀ, ਕਿਰਤ ਕਰਨਾ, ਗਰੀਬ ਦੀ ਮਦਦ ਕਰਨਾ, ਵੰਡ ਛਕਣਾ, ਨਾਮ ਜਪਣਾ, ਅਸੀਂ ਜੇ ਉਹਨਾਂ ਨਹੀਂ ਕਰ ਦੋਸਤੋ ਕੁਛ ਸਹੀ ਕਰ ਲਈਏ, ਉਧਰ ਨੂੰ ਤੁਰ ਪਈਏ, ਤਾਂ ਕੁਦਰਤੀ ਹੈ ਕਿ ਅਸੀਂ ਕੌਮ ਅੱਗੇ ਵਧੇਗੀ, ਦੁਨੀਆ ਸਾਡੀ ਮਿਸਾਲ ਦੇਗੀ, ਜਿਵੇਂ ਪਹਿਲਾਂ ਸਿੱਖਾਂ ਦੀ ਮਿਸਾਲ ਦਿੱਤੀ ਜਾਂਦੀ ਸੀ। ਅੱਜ ਵੀ ਸਿੱਖ ਦੁਨੀਆ 'ਚ ਕੋਵਿਡ-19 ਵੇਲੇ ਦੁਨੀਆ 'ਚ ਸਭ ਦੁਨੀਆ ਲੁੱਕ ਗਈ, ਲੇਕਿਨ ਸਿੱਖ ਜਿੱਥੇ ਕਿਤੇ ਦੁਨੀਆ ਸੀ, ਕੋਈ ਕੋਵਿਡ ਤੋਂ ਨਹੀਂ ਡਰਿਆ, ਕਿਸੇ ਉਸਨੇ ਇਸ ਦਾ ਮਨਾਲੀ ਦਾ ਸਾਹਮਣੇ ਤੋਂ ਨਹੀਂ ਡਰਿਆ। ਲੰਗਰ ਗੁਰੂ ਦਾ ਚੱਲਦਾ ਹੀ ਰਿਹਾ, ਦੁਨੀਆ ਚੱਲਦਾ ਰਿਹਾ, ਹਿੰਦੁਸਤਾਨ ਚੱਲਦਾ ਰਿਹਾ, ਦੁਨੀਆ ਜਿੱਥੇ ਸਿੱਖ ਬੈਠਾ ਸੀ ਉੱਥੇ ਚੱਲਦਾ ਰਿਹਾ। ਇਹ ਤੋਂ ਅੰਦਾਜ਼ਾ ਲਾ ਲਓ ਕਿ ਗੁਰੂ ਦੀ ਕਿੱਡੀ ਵੱਡੀ ਕਿਰਪਾ ਹੈ ਸਾਡੇ 'ਤੇ। ਜਦੋਂ ਦੁਨੀਆ ਅੰਦਰ ਵੜ ਗਈ, ਰੋਟੀ ਦਾ ਮੁਸ਼ਕਿਲ ਹੋ ਗਿਆ, ਅਤੇ ਗੁਰੂ ਨੇ ਕਿਰਪਾ ਕੀਤੀ, ਸਿੰਘ ਰੋਟੀ ਖਵਾ ਵੀ ਰਹੇ ਨੇ, ਕੋਲੋਂ ਫਰੀ ਵੀ ਖਵਾ ਰਹੇ ਨੇ, ਵੰਡ ਵੀ ਰਹੇ ਨੇ। ਕੋਈ ਕੋਵਿਡ ਤੋਂ ਕਿਸੇ ਨੂੰ ਕੋਵਿਡ ਹੋਇਆ ਨਹੀਂ, ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਹੁਣ ਵੀ ਲੱਖਾਂ ਦੇ ਇਕੱਠ ਹੁੰਦੇ ਨੇ ਹਰਿਮੰਦਰ ਸਾਹਿਬ। ਕੱਲ੍ਹ ਐਡਾ ਵੱਡਾ ਇਕੱਠ ਸੀ, ਕਿਸੇ ਦੇ ਸਾਡੇ ਮੂੰਹ 'ਤੇ ਕੁਛ ਨਹੀਂ ਸੀ ਬੰਨਿਆ ਹੋਇਆ ਕਿ ਨਹੀਂ ਵੀ ਹੁਣ ਗੁਰੂ ਦੀ ਸ਼ਰਨ 'ਚ ਆਏ ਹੋਇਆ, ਅਤੇ ਗੁਰੂ ਦੀ ਸ਼ਰਨ 'ਚ ਕੀ ਡਰ ਹੈ? ਸਾਡੇ ਗੁਰੂ ਦੇ ਬਹੁਤ ਵੱਡੀ ਕਿਰਪਾ ਹੈ ਸੰਗਤ 'ਤੇ। ਇਸ ਕਰਕੇ ਸਾਨੂੰ ਹਮੇਸ਼ਾ ਗੁਰੂਆਂ ਤੋਂ, ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ, ਹਾਜ਼ਰ ਨਾਜ਼ਰ ਗੁਰੂ ਤੋਂ। ਪੁੰਦਰ ਸਾਹਿਬ, ਤੁਸੀਂ ਪ੍ਰਾਈਮ ਏਸ਼ੀਆ ਟੀਵੀ ਲਈ ਸਮਾਂ ਕੱਢਿਆ, ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਜੀ, ਬਹੁਤ ਧੰਨਵਾਦ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ। ਸਾਰੇ ਜੋ ਦਰਸ਼ਕ ਹੈ, ਜੋ ਸੁਣਨਗੇ, ਮੈਥੋਂ ਕਮੀ ਪੇਸ਼ੀ ਰਹਿ ਗਈ, ਮੈਂ ਮਾਫੀ ਚਾਹੁੰਦਾ। ਕੋਈ ਵੀ ਇਨਸਾਨ ਪੂਰਨ ਨਹੀਂ ਹੋ ਸਕਦਾ, ਹਰ ਇੱਕ 'ਚ ਕਮੀਆਂ ਨੇ। ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਬਹੁਤ ਸ਼ੁਕਰੀਆ ਜੀ। ਇਹ ਸਨ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਅਤੇ ਅੱਜ ਜਿਹੜੇ ਸਵਾਲ ਇਸ ਵਕਤ ਤੁਹਾਡੇ ਮਨਾਂ 'ਚ ਸੀਗੇ, ਉਹਨਾਂ ਦੇ ਜਵਾਬ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਆਉਣ ਵਾਲੇ ਸਮੇਂ 'ਚ ਕਿਸੇ ਹੋਰ ਰਾਜਨੀਤਿਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।